आप लिहो तुम कथा सुधारी। सतनाम श्री वाहिगुरु साहिब जी। तोहरा एक दिन उठे प्रभात गुर, थिरे सभा मह आए। केतक सिख से वाहिगुरु जी की फतेह। सतगुरु जी की साजी नवाजी होई। परम सत्कारयोग गुरु रूप गुरु खालसा साध संगत जीओ। आप जी अत्यंत वਡਭਾਗੇ हो जो सतगुरु जी की पवित्र पावन हजूरी दे विच हाजरियां भर के अपने मनुखा जन्म दीयां कीमती घड़ियां सफलियां कर रहे हो। सतगुरु जी ने बख्शिश किरपा करके ਲੇਲ परिवार नूं अपने भुचंगी भाई मनप्रीत सिंह जी दे आनंद कारजां दीयां खुशियां बख्शिश कीतियां हन। सतगुरु जी की किरपा नाल तुरकी बाणी अकाली बाणी दे श्री अखंड जाप श्री अखंड पाठ साहिब जी आरंभ हन। सतगुरु जी की किरपा सदका श्री अखंड पाठ साहिब जी दे लाहे संगतां प्राप्त कर रहीआं हन। सो गुरु रूप साध संगत जी आओ हुण अपणियां मन बिरतियां गुरु साहिबां दे चरनां नाल जोड़ीए। जिवें रहरास साहिब जी दे पाठ आरती आरते दे कीर्तन शरधा प्रेम नाल सरवण कीते हन। श्री कलगीधर पातशाह जी की लड़ीवार कथा जो श्री गुरप्रताप सूरज ग्रंथ में चल रही है। हर रोज़ आप जी देशा विदेशों में बैठ करके फेसबुक यूट्यूब के माध्यम राही भी सरवण कर रहे हो और गुरु दरबार में भी जिथे भी कथा होती है संगतां हाजरियां भरदियां हन। सतगुरु 10वें पातशाह जी आनंदपुर साहब दे विच बेअंत जीवां दा उद्धार कीता है। नाम बाणी सेवा सिमरन के उपदेश दिते हैं। सतगुरु कलगीधर जी की शिक्षा लैके बेअंत जीव भवसागर तो पार लंघे हैं। आओ सतगुरु जी की पावन कथा नाल जुड़िए। सारी संगत आखिए सतनाम श्री वाहिगुरु साहिब जी। सतनाम श्री वाहिगुरु साहिब जी। एक दिन उठे प्रभात गुर, एक दिन सतगुरु जी अमृत वेले उठे हन। तेरे सभा मह आए। इशनान पान करके अपना नितनेम करके दरबार विच आके संगतां नूं दर्शन देण लई सुभाएमान होए हन। केतक सिख सेवक निकट, कई गुरु दे सिख कोल बैठे हन दरबार दे विच। बैठे सुर सुर राए। जिवें देवतियां च इंद्र शोभा पाउंदा है इवें सतगुरु जी खालसे दे दीवान विच बैठे सोहणे लग रहे हन। चौपाई एक सिख नगर सवास बढ़ चढ़ियो। साध संगत जी किसे नगर दा किसे पिंड दा कोई सिख दौड़िया आया है। ਉਹਨੂੰ ਸਾਹ ਚੜਿਆ ਹੋਇਆ ਜਿਵੇਂ ਕੋਈ ਦੌੜ ਗਿਆ ਹੁੰਦਾ ਨਾ ਕਾਹਲੀ ਨਾਲ ਹਫਿਆ ਹੁੰਦਾ ਸਾਹ ਸਾਹੀ ਹੋਇਆ ਹੁੰਦਾ। ਇਹਦਾ ਇੱਕ ਸਿੱਖ ਆਇਆ ਦੌੜਿਆ ਹੋਇਆ ਸਾਹ ਸਾਹੀ ਹੋਇਆ ਹਫੜੀ ਤਫੜੀ ਜਿਵੇਂ ਮੱਚੀ ਹੁੰਦੀ ਹੈ ਇਸ ਤਰ੍ਹਾਂ ਉਸ ਨੂੰ ਬੜਾ ਸਾਹ ਚੜਿਆ ਹੋਇਆ ਹੈ। ਭਾਗਤ ਆਏ ਬਿਸਮ ਡਰ ਬੜਿਓ। ਕਹਿੰਦੇ ਉਹ ਭੱਜਿਆ ਹੀ ਆਇਆ ਹੈ ਦੌੜਿਆ ਹੀ ਆਇਆ ਹੈ ਤੇ ਡਰ ਗਿਆ ਹੈ ਬਹੁਤ ਜ਼ਿਆਦਾ। ਜਿਵੇਂ ਇਸ ਤਰ੍ਹਾਂ ਸਾਧ ਸੰਗਤ ਜੀ ਮਹਾਰਾਜ ਦੇ ਦਰਬਾਰ 'ਚ ਆਇਆ ਹੈ। ਪਹੁੰਚਿਓ ਪ੍ਰਭ ਕੇ ਢਿਗ ਤਿਸ ਕਾਲਾ। ਮਹਾਰਾਜ ਦੇ ਕੋਲ ਪਹੁੰਚਿਆ ਹੈ ਸਤਿਗੁਰੂ ਜੀ ਦੇ ਪਾਸ ਆਇਆ ਹੈ। ਬੰਧਨ ਕੀਨਸ ਹੌਲ ਬਿਸਾਲਾ। ਬੜਾ ਘਬਰਾਇਆ ਹੋਇਆ ਹੌਲ ਉੱਠਿਆ ਹੋਇਆ ਉਸ ਨੂੰ ਤੇ ਆ ਕੇ ਸਤਿਗੁਰੂ ਜੀ ਨੂੰ ਮੱਥਾ ਟੇਕਿਆ ਹੈ। ਫੇਰ ਹਾਲ ਤਿਸ ਕੋ ਇਸ ਦਾ ਢਾਰਾ। ਉਹ ਸਿੱਖ ਦੌੜਿਆ ਘਬਰਾਇਆ ਜਿਹਾ ਹਫਿਆ ਜਿਹਾ ਵੇਖਿਆ ਸਤਿਗੁਰੂ ਜੀ ਨੇ ਜਦੋਂ
ਸ੍ਰੀ ਗੁਰੂ ਗੋਬਿੰਦ ਸਿੰਘ ਉਚਾਰਾ। ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਲਗੀਧਰ ਪਾਤਸ਼ਾਹ ਉਸ ਨੂੰ ਕਹਿੰਦੇ ਹਨ। ਕਹੋ ਸਿੱਖਾ ਸੁਖ ਹੈ ਤੁਵ ਤਾਈ। ਮਹਾਰਾਜ ਕਹਿੰਦੇ ਭਾਈ ਸਿੱਖਾ ਤੈਨੂੰ ਸੁੱਖ ਤਾਂ ਹੈ, ਇੰਨਾ ਭੱਜਿਆ ਆਇਆ ਹਫੜੀ ਦਫੜੀ ਵਿੱਚ, ਤੈਨੂੰ ਹੌਲ ਉੱਠ ਰਹੇ ਨੇ, ਘਬਰਾਇਆ ਹੋਇਆ ਹੈ, ਰਾਜੀ ਬਾਜੀ ਹੈ, ਕੀ ਗੱਲ ਹੋ ਗਈ ਤੈਨੂੰ, ਕਿਉਂ ਇਵੇਂ ਦੌੜਿਆ ਆ ਰਿਹਾ ਹੈ? ਕਿਮ ਇਮ ਆਇਓ ਬਹੁ ਸਹਸਾਈ। ਇਸ ਤਰ੍ਹਾਂ ਕਿਵੇਂ ਤੂੰ ਆਇਆ ਹੈ ਸਾਉ ਸਾਈ ਹੋਇਆ ਛੇਤੀ ਨਾਲ? ਸੁਨਤ ਪੁਨ ਹੈ ਕਰ ਨਮੋ ਉਚਾਰਾ। ਫਿਰ ਉਸ ਸਿੱਖ ਨੇ ਸਾਧ ਸੰਗਤ ਜੀ ਮੱਥਾ ਟੇਕ ਕੇ ਹੱਥ ਜੋੜ ਕੇ ਆਖਿਆ, ਪਾਤਸ਼ਾਹ ਮੈਂ ਸਿੱਖ ਬਣ ਜਾਰਾ। ਇਹ ਗੁਰੂ ਜੀ ਮੈਂ ਵਣਜਾਰਾ ਸਿੱਖ ਹਾਂ। ਸਿੱਖਾਂ ਦੀਆਂ ਬਹੁਤ ਸਾਧ ਸੰਗਤ ਜੀ ਵੱਖਰੀਆਂ ਵੱਖਰੀਆਂ ਜਾਤਾਂ ਪੁਰਾਤਨ ਸਮੇਂ ਵਿੱਚ ਸਾਨੂੰ ਇਤਿਹਾਸ 'ਚ ਮਿਲਦੀਆਂ ਹਨ। ਵਣਜਾਰੇ ਵੀ ਇੱਕ ਸਿੱਖਾਂ ਦੀ ਬਰਾਦਰੀ ਹੈ, ਜਿਹੜੇ ਲੱਖਾਂ ਦੀ ਤਾਦਾਦ ਵਿੱਚ ਮਹਾਰਾਸ਼ਟਰ, MP ਹੋਰ ਹਿੰਦੁਸਤਾਨ ਦੇ ਹਿੱਸਿਆਂ ਵਿੱਚ ਵਸਦੇ ਹਨ। ਅਨੰਦਪੁਰ ਸਾਹਿਬ ਦੇ ਲਾਗੇ ਵੀ ਵਸਦੇ ਹਨ। ਸਤਿਗੁਰੂ ਕਹਿਣ ਲੱਗੇ, ਭਾਈ ਤੂੰ ਕਿਉਂ ਇੰਨਾ ਹਫਿਆ ਹੋਇਆ, ਘਬਰਾਇਆ ਹੋਇਆ, ਆਪਣੇ ਬਾਰੇ ਦੱਸ। ਉਹ ਕਹਿੰਦਾ, ਮਹਾਰਾਜ ਮੈਂ ਵਣਜਾਰਾ ਸਿੱਖ ਹਾਂ। ਅਚਰਜ ਹੇਰਤ ਛੋਰ ਬਿਲੰਦਾ। ਮਹਾਰਾਜ ਮੈਂ ਬੜਾ ਹੈਰਾਨੀ ਵਾਲਾ ਕੌਤਕ ਵੇਖਿਆ ਹੈ ਤੇ ਉਸ ਨੂੰ ਵੇਖ ਕੇ ਤੁਹਾਨੂੰ ਦੱਸਣ ਆਇਆ ਹਾਂ। ਤੁਮ ਟਿਕ ਪਹੁੰਚੋ ਲਖੇ ਅਲੰਬਾ। ਮੈਂ ਬੜਾ ਦੁਖੀ ਹਾਂ, ਘਬਰਾਇਆ ਹੋਇਆ ਹਾਂ, ਤੁਹਾਡੇ ਕੋਲ ਆਇਆ ਤੁਹਾਡਾ ਆਸਰਾ ਤੱਕ ਕੇ। ਜਿਹਨੂੰ ਦੁਨੀਆ 'ਚ ਕੋਈ ਥਾਂ ਨਹੀਂ ਮਿਲਦੀ, ਜਿਸ ਨੂੰ ਕਿਤੇ ਸਹਾਰਾ ਨਹੀਂ ਮਿਲਦਾ, ਉਹਨੂੰ ਆਪ ਜੀ ਦੇ ਚਰਨਾਂ 'ਚ ਸਹਾਰਾ ਮਿਲਦਾ। ਸਤਿਗੁਰੂ ਜੀ ਆਪ ਜੀ ਨਿਮਾਣਿਆਂ ਦੇ ਮਾਣ ਹੋ, ਨਿਤਾਣਿਆਂ ਦੇ ਤਾਣ ਹੋ, ਨਿਓਟਿਆਂ ਦੀ ਓਟ ਹੋ ਮਹਾਰਾਜ, ਨਿਆਸਰਿਆਂ ਦੇ ਆਸਰੇ ਹੋ ਸਤਿਗੁਰੂ ਜੀ ਆਪ ਜੀ। ਇੱਕ ਮੋਮਨੀ ਹੈ ਇਤ ਓਰੀ। ਮਹਾਰਾਜ ਸਾਡੇ ਪਿੰਡਾਂ ਦੇ ਵਿੱਚ ਇੱਕ ਮੁਸਲਮਾਨੀ ਰਹਿੰਦੀ ਹੈ, ਇੱਕ ਤੁਰਕੜੀ ਰਹਿੰਦੀ ਹੈ। ਸਿੱਖਣੀ ਨਿਜ ਬਸ ਮੈਂ ਕਰ ਛੋਰੀ। ਉਹਨੇ ਸਾਡੀ ਸਿੱਖਣੀ ਨੂੰ, ਇੱਕ ਗੁਰੂ ਕੀ ਬਾਣੀ ਪੜ੍ਹਨ ਵਾਲੇ ਪਰਿਵਾਰ ਦੀ ਬੱਚੀ ਨੂੰ, ਗੁਰੂ ਕੇ ਸਿੱਖਾਂ ਵਿੱਚੋਂ ਇੱਕ ਬੀਬੀ ਨੂੰ ਆਪਣੇ ਵੱਸ ਕਰ ਲਿਆ। ਤੁਰਕੜੀ ਨੇ ਆਪਣਾ ਕਾਲਾ ਇਲਮ ਪੜ੍ਹ ਕੇ, ਕਲਾਮ ਪੜ੍ਹ ਕੇ, ਜਾਦੂ ਟੂਣਾ ਕਰਕੇ, ਧਾਗਾ ਤਵੀਤ ਕਰਕੇ, ਪਤਾ ਨਹੀਂ ਉਹਨੇ ਕੀ ਮੰਤਰ ਪੜ੍ਹਿਆ ਹੈ। ਸਿੱਖਣੀ ਜਿਹੜੀ ਹੈ ਉਸ ਮੁਸਲਮਾਨੀ ਦੀ ਬੋਲੀ ਬੋਲਦੀ ਹੈ, ਉਹਦਾ ਕਿਆ ਮੰਨਦੀ ਹੈ। ਜੋ ਉਹ ਕਹਿੰਦੀ ਹੈ ਮੁਸਲਮਾਨੀ, ਸਾਡੀ ਸਿੱਖਣੀ ਵੀ ਉਸੇ ਤਰ੍ਹਾਂ ਹੀ ਕਰਦੀ ਹੈ। ਹਾਂਜੀ, ਐਸੋ ਮੰਤਰ ਪਠਿਓ ਤਿਨ ਕੋਈ। ਉਸ ਮੁਸਲਮਾਨੀ ਨੇ ਪਤਾ ਨਹੀਂ ਕੀ ਕਲਾਮ ਪੜ੍ਹੀ ਹੈ, ਕੀ ਉਹਦੇ ਸਿਰ 'ਚ ਧੂੜਿਆ ਹੈ, ਐਸਾ ਕੋਈ ਮੰਤਰ ਪੜ੍ਹਿਆ ਹੈ। ਤਿਸ ਕੀ ਬਾਤ ਬਖਾਨਤ ਸੋਈ। ਉਹ ਸਾਡੀ ਸਿੱਖਣੀ ਗੁਰੂ ਘਰ ਨੂੰ ਮੰਨਣ ਵਾਲੀ ਸਿੱਖੀ ਨੂੰ ਛੱਡ ਕੇ ਹੁਣ ਮੁਸਲਮਾਨਾਂ ਦੀਆਂ ਗੱਲਾਂ ਕਰਦੀ ਹੈ, ਤੁਰਕਣਾ ਵਾਲੀ ਗੱਲਾਂ ਕਰਦੀ ਹੈ। ਸੋ ਮਹਾਰਾਜ ਉਸ ਨੂੰ ਪਤਾ ਨਹੀਂ ਕੀ ਹੋ ਗਿਆ ਹੈ, ਉਹ ਕਿਸੇ ਤਰ੍ਹਾਂ ਠੀਕ ਨਹੀਂ ਹੁੰਦੀ। ਬੜਾ ਯਤਨ ਕੀਤਾ, ਉਹਨੂੰ ਸਮਝਾਇਆ ਵੀ ਤੂੰ ਗੁਰੂ ਕੀ ਸਿੱਖਣੀ ਹੈ, ਜਪਜੀ ਸਾਹਿਬ ਪੜ੍ਹ, ਤੂੰ ਸੁਖਮਨੀ ਸਾਹਿਬ ਪੜ੍ਹ। ਉਹ ਮੁਸਲਮਾਨਾਂ ਦੀਆਂ ਕਲਾਮਾਂ ਹੀ ਪੜ੍ਹੀ ਜਾਂਦੀ ਹੈ, ਉਹਨਾਂ ਦੀਆਂ ਹੀ ਗੱਲਾਂ ਕਰਦੀ ਹੈ। ਕਹਿੰਦੀ ਮੈਂ ਨਹੀਂ ਗੁਰਦੁਆਰੇ ਜਾਣਾ, ਮੈਂ ਤਾਂ ਮੁਸਲਮਾਨਾਂ ਦੇ ਕੋਲ ਹੀ ਜਾਵਾਂਗੀ। ਉਸ ਮੁਸਲਮਾਨੀ ਨੇ, ਤੁਰਕੜੀ ਨੇ ਸਾਡੀ ਸਿੱਖਣੀ ਦੇ ਦਿਮਾਗ ਵਿੱਚ ਪਤਾ ਨਹੀਂ ਕੀ ਪਾ ਦਿੱਤਾ। ਸਤਿਗੁਰੂ ਜੀ ਅਬ ਮੈਂ ਨਹੀਂ ਸਿੱਖਣੀ ਰਹਾ। ਬਲਕਿ ਤੇ ਉਹ ਕਹਿੰਦੀ ਮੈਂ ਤੇ ਹੁਣ ਮੁਸਲਮਾਨੀ ਬਣ ਜਾਣਾ, ਮੈਂ ਤਾਂ ਸਿੱਖਣੀ ਨਹੀਂ ਰਹਿਣਾ, ਮੈਂ ਤਾਂ ਗੁਰਬਾਣੀ ਨਹੀਂ ਪੜ੍ਹਨੀ, ਮੈਂ ਤਾਂ ਗੁਰਦੁਆਰੇ ਨਹੀਂ ਜਾਣਾ, ਮੈਂ ਤਾਂ ਮਸੀਤ ਜਾਵਾਂਗੀ, ਮੈਂ ਤਾਂ ਤੁਰਕਾਂ ਨੂੰ ਮੰਨਾਂਗੀ, ਮੁਸਲਮਾਨਾਂ ਨੂੰ ਮੰਨਾਂਗੀ। ਇਸ ਅਨੁਸਾਰ ਹੋਣ ਮੈਂ ਚਾਹਾਂ। ਉਹ ਸ਼ਰੇਆਮ ਕਹਿੰਦੀ ਹੈ ਕਿ ਮੈਂ ਹੁਣ ਮੁਸਲਮਾਨੀ ਬਣ ਜਾਣਾ, ਮੈਂ ਤੇ ਹੁਣ ਤੁਰਕਾਂ ਦੀਆਂ ਕਲਾਮਾਂ ਪੜ੍ਹਾਂਗੀ, ਕੁਰਾਨ ਸ਼ਰੀਫ ਪੜ੍ਹਿਆ ਕਰਾਂਗੀ, ਗੁਰਬਾਣੀ ਨਹੀਂ ਮੈਂ ਪੜ੍ਹਾਂਗੀ। ਕਰ ਜੋਰੇ ਹਮ ਜਿਤਕ ਨਿਕੇਤ। ਅਸੀਂ ਮਹਾਰਾਜ ਜਿੰਨੇ ਘਰ ਦੇ ਜੀ ਹਾਂ ਉਹਦੇ ਅੱਗੇ ਹੱਥ ਜੋੜਦੇ ਹਾਂ, ਮਿੰਨਤਾਂ ਕਰਦੇ ਹਾਂ ਵੀ ਤੂੰ ਇੱਦਾਂ ਦੀ ਗੱਲਾਂ ਨਾ ਕਰਿਆ ਕਰ। ਅਸੀਂ ਗੁਰੂ ਘਰ ਨੂੰ ਮੰਨਣ ਵਾਲੇ ਹਾਂ, ਸਾਡੇ ਘਰ ਬਾਣੀ ਪੜ੍ਹੀ ਜਾਂਦੀ ਹੈ, ਸਾਡੇ ਘਰ ਮੁਸਲਮਾਨਾਂ ਦੀਆਂ ਕਲਾਮਾਂ ਨਹੀਂ ਪੜ੍ਹੀਆਂ ਜਾਂਦੀਆਂ। ਪਰ ਉਹ ਮੰਨਦੀ ਨਹੀਂ, ਉਹ ਕਹਿੰਦੀ ਮੈਂ ਨਹੀਂ ਤੁਹਾਡੀ ਗੱਲ ਮੰਨਦੀ, ਮੈਂ ਤਾਂ ਮੁਸਲਮਾਨ ਹੀ ਬਣਾਂਗੀ। ਹਾਂਜੀ,
ਬਹੁ ਸੁਖਾ ਸੁਖੀ ਸੁਖ ਹੇਤ। ਉਹਦੇ ਵਾਸਤੇ ਬੜੀਆਂ ਸੁਖਣਾ ਵੀ ਸੁਖੀਆਂ ਮਹਾਰਾਜ, ਕੜਾਹ ਪ੍ਰਸ਼ਾਦ ਦੀ ਦੇਗ ਵੀ ਸੁਖੀ ਵੀ ਮਹਾਰਾਜ ਦੇ ਸਾਡੀ ਸਿੱਖਣੀ ਠੀਕ ਹੋ ਜਾਵੇ, ਅਸੀਂ ਕੜਾਹ ਪ੍ਰਸ਼ਾਦ ਵੀ ਕਰਾਵਾਂਗੇ, ਪਾਠ ਵੀ ਕਰਾਵਾਂਗੇ, ਮਹਾਰਾਜ ਅੰਮ੍ਰਿਤਸਰ ਵੀ ਜਾ ਕੇ ਇਸ਼ਨਾਨ ਕਰਾਂਗੇ, ਅਸੀਂ ਬੜੀਆਂ ਸੁਖਣਾ ਸੁਖੀਆਂ। ਠੀਕ ਨਹੀਂ ਹੁੰਦੀ। ਸਤਿਗੁਰ ਕਹਿਓ ਸੋ ਜਾਨ ਅਜੋਗ। ਸਤਿਗੁਰੂ ਕਹਿਣ ਲੱਗੇ ਭਾਈ ਇਹ ਗੱਲ ਬੜੀ ਮਾੜੀ ਹੈ, ਜੇ ਕੋਈ ਸਿੱਖਣੀ ਜਾਂ ਸਿੱਖ ਆਪਣੇ ਗੁਰੂ ਦੀ ਬਾਣੀ ਨੂੰ ਛੱਡ ਕੇ ਮਨਮਤ ਲਵੇ, ਤੁਰਕਾਂ ਦੇ ਮਗਰ ਲੱਗੇ, ਤੇ ਉਹ ਫਿਰ ਆਪਣੀ ਕੁਮਤ ਦ੍ਰਿੜ ਕਰਾਉਂਦੇ ਆ, ਪੁੱਠੀ ਮੱਤ ਦਿੰਦੇ ਆ। ਹਾਂਜੀ, ਪੀਰ ਮੁਰੀਦੀ ਸਿੱਖਣੀ ਹੋਗ। ਮਹਾਰਾਜ ਕਹਿੰਦੇ ਅਸਲ ਗੱਲ ਵਿੱਚ ਇਹ ਹੈ ਕਿ ਉਹ ਜਿਹੜੀ ਸਿੱਖਣੀ ਹੈ ਨਾ, ਉਹ ਕਿਸੇ ਜਨਮ ਦੇ ਵਿੱਚ ਜ਼ਰੂਰ ਪੀਰਾਂ ਨੂੰ ਮੰਨਦੀ ਹੋਣੀ ਹੈ, ਜਾਂ ਇਸ ਜਨਮ 'ਚ ਪੀਰਾਂ ਨੂੰ ਕਿਤੇ ਪ੍ਰਸ਼ਾਦ ਲੈ ਕੇ ਖਾ ਲਿਆ, ਪੀਰਾਂ ਦੇ ਮੱਥਾ ਇੱਕ ਵਾਰੀ ਟੇਕ ਦੇਵੇ ਨਾ ਜਿਹੜਾ ਸਾਧ ਸੰਗਤ ਜੀ, ਫਿਰ ਉਹਨੂੰ ਕਾਬੂ ਕਰ ਲੈਂਦੇ ਆ। ਫਿਰ ਕਹਿੰਦੇ ਤੂੰ ਰੋਜ਼ ਸਾਡੇ ਅੱਗੇ ਟੇਕ। ਜਿਹੜਾ ਤਿਆਰ ਬਰ ਤਿਆਰ ਸਿੰਘ ਹੈ, ਗੁਰੂ ਦਾ ਬਾਣੀ ਪੜ੍ਹਨ ਵਾਲਾ, ਗੁਰੂ 'ਤੇ ਭਰੋਸਾ ਰੱਖਦਾ, ਉਹਨੂੰ ਤਾਂ ਮਹਾਰਾਜ ਦਾ ਬਚਨ ਹੈ, ਵਰਤ ਗੌਰ ਮੜੀ ਮੱਟ ਭੂਲ ਨਾ ਮੰਨ। ਅਤੇ ਜਿਹੜਾ ਮੰਨਣ 'ਚ ਪੈ ਜਾਵੇ, ਗੁਰੂ ਦੀ ਗੱਲ ਭੁੱਲ ਜਾਵੇ, ਜਾ ਕੇ ਮਸੀਤਾਂ 'ਤੇ ਪੀਰਾਂ 'ਤੇ ਕਬਰਾਂ 'ਤੇ ਸਿਰ ਝੁਕਾ ਦੇਵੇ, ਫਿਰ ਉਹਨਾਂ ਜੋਗਾ ਹੀ ਰਹਿ ਜਾਂਦਾ। ਉਹਨਾਂ ਦੀ ਬੁੱਧੀ ਉੱਦਾਂ ਦੀ ਹੋ ਜਾਂਦੀ, ਉਹਨਾਂ ਨੂੰ ਚੰਗੀ ਲੱਗਦੀ ਹੈ ਗੱਲ। ਮਹਾਰਾਜ ਕਹਿੰਦੇ ਇਹ ਪੀਰਾਂ ਦੀ ਮੁਰੀਦ ਹੋਵੇਗੀ ਸਿੱਖਣੀ ਜਿਹੜੀ ਹੈ ਨਾ। ਕੁਹਾਂਦੀ ਤਾਂ ਮੈਂ ਸਿੱਖਣੀ ਆ, ਘਰ ਦਾ ਸਿੱਖਾਂ ਦੇ ਘਰ ਜਨਮ ਲਿਆ, ਸਿੱਖਾਂ ਦੇ ਘਰ ਪਲੀ, ਪਰ ਮਨ 'ਚ ਸ਼ਰਧਾ ਕਰ ਲਈ, ਤੁਰਕਾਂ ਉੱਤੇ ਕਬਰਾਂ 'ਤੇ ਜਾਣ ਲੱਗ ਪਈ, ਮੱਥੇ ਟੇਕਣ ਲੱਗ ਪਈ, ਫਿਰ ਉੱਦਾਂ ਦੀ ਬਣਨਾ ਸੀ ਨਾ। ਆਖੋ ਸ੍ਰੀ ਵਾਹਿਗੁਰੂ। ਜੈਸਾ ਸੇਵਾ ਤੈਸੋ ਹੋਏ, ਗੁਰਬਾਣੀ ਦਾ ਫੈਸਲਾ ਹੈ। ਜੈਸੇ ਦੀ ਤੁਸੀਂ ਸੇਵਾ ਕਰੋਗੇ ਵੈਸੇ ਬਣ ਜਾਓਗੇ। ਹਾਂਜੀ, ਸਾਵਤ ਹੋਗ ਸ਼੍ਰੀਣੀ ਸੋਏ। ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਭਾਈ ਉਹ ਜਿਹੜੀ ਸਿੱਖਣੀ ਨਾ, ਉਹ ਐਵੇਂ ਨਹੀਂ ਤੁਰਕਾਂ ਦੇ ਕਾਬੂ, ਉਹਨੇ ਉਹਨਾਂ ਦਾ ਪ੍ਰਸ਼ਾਦ ਖਾਧਾ ਹੋਣਾ, ਸੀਰ ਨਹੀਂ ਖਾਧੀ ਹੋਣੀ ਤੁਰਕਾਂ ਦੀ ਕਬਰ ਤੋਂ ਲੈ ਕੇ। ਇਸ ਕਾਰਨ ਤੇ ਬਸ ਤਿਸ ਹੋਏ। ਇਸ ਕਰਕੇ ਤੁਰਕਾਂ ਦੇ ਵਸ ਪੈ ਗਈ। ਜਿਹਨੇ ਕਿਸੇ ਨੂੰ ਵਸ ਕਰਨਾ ਹੋਵੇ ਨਾ, ਉਹਨੂੰ ਕੁਝ ਖਵਾ ਦਿੰਦੇ ਆਪਣਾ ਖਾਣਾ, ਕੋਈ ਕਲਮਾ ਪੜ੍ਹ ਕੇ, ਕੋਈ ਮੰਤਰ ਜੰਤਰ ਪੜ੍ਹ ਕੇ ਖਵਾ ਦਿੰਦੇ ਆ। ਉਹ ਬੰਦੇ ਦੀ ਬੁੱਧੀ ਉੱਦਾਂ ਦੀ ਹੋ ਜਾਂਦੀ ਹੈ, ਉਹਨੂੰ ਫਿਰ ਉਹੀ ਗੱਲਾਂ ਚੰਗੀਆਂ ਲੱਗਦੀਆਂ, ਦੂਜੀ ਗੱਲ ਨਹੀਂ ਚੰਗੀ ਲੱਗਦੀ। ਜਿਹੜਾ ਗੁਰੂ ਘਰ ਆਵੇਗਾ, ਮਹਾਰਾਜ ਦੇ ਦਰਸ਼ਨ ਕਰੇਗਾ, ਇਸ਼ਨਾਨ ਪਾਣ ਕਰਕੇ ਬਾਣੀ ਪੜ੍ਹੇਗਾ, ਅਤੇ ਗੁਰੂ ਘਰ 'ਚੋਂ ਕੜਾਹ ਪ੍ਰਸ਼ਾਦ ਦਾ ਕੁੰਡਕਾ ਲਵੇਗਾ। ਕੜਾਹ ਪ੍ਰਸ਼ਾਦ ਬਾਣੀ ਪੜ੍ਹ ਕੇ ਬਣਾਇਆ ਹੋਵੇ, ਉਹ ਸਿੱਖ ਦੇ ਉੱਤੇ ਕੋਈ ਜਾਦੂ ਟੂਣਾ ਭੂਤ ਪ੍ਰੇਤ ਜਿੰਨ ਬਤਾਲ ਅਸਰ ਨਹੀਂ ਕਰਦਾ। ਕੜਾਹ ਪ੍ਰਸ਼ਾਦ 'ਚ ਇੰਨੀ ਸ਼ਕਤੀ ਹੈ, ਉਹ ਗੁਰਬਾਣੀ ਨਾਲ ਹੀ ਜੁੜ ਜਾਂਦਾ ਹੈ। ਪਰ ਕਹਿੰਦੇ ਜਿਹੜਾ ਗੁਰਬਾਣੀ ਨੂੰ ਛੱਡ ਕੇ ਪੀਰਾਂ ਦਾ ਪ੍ਰਸ਼ਾਦ ਖਾ ਲੈਂਦਾ ਨਾ, ਉਹ ਫਿਰ ਪੀਰਾਂ ਵਰਗਾ ਹੀ ਉਹਨਾਂ ਦੀ ਮੱਤ ਹੋ ਜਾਂਦੀ ਹੈ। ਆਖੋ ਸ੍ਰੀ ਵਾਹਿਗੁਰੂ। ਕਲਗੀਧਰ ਕਹਿੰਦੇ ਭਾਈ ਇਹ ਜਿਹੜੀ ਸਿੱਖਣੀ ਮੁਸਲਮਾਨ ਦੀ ਕਾਬੂ ਕੀਤੀ ਹੈ ਨਾ, ਪਹਿਲਾਂ ਉਹਨੇ ਕਿਹਨੂੰ ਪ੍ਰਸ਼ਾਦ ਖਵਾਇਆ, ਆਪਣੇ ਪੀਰ ਦਾ ਪ੍ਰਸ਼ਾਦ ਖਵਾ ਕੇ, ਸੀਰਣੀ ਖਵਾ ਕੇ, ਫਿਰ ਉਹਦੀ ਬੁੱਧੀ 'ਤੇ ਅਸਰ ਪਾਇਆ ਹੈ। ਸਿੱਖ ਬਿਨੈ ਬੋਲਿਓ ਕਰ ਜੋਰੀ। ਇਹ ਬਚਨ ਜਦੋਂ ਕਲਗੀਧਰ ਮਹਾਰਾਜ ਨੇ ਕਹੇ, ਤੇ ਉਹ ਸਿੱਖਣੀ ਦਾ ਜਿਹੜਾ ਉਹ ਵਣਜਾਰਾ ਸਿੱਖ ਸੀ ਨਾ, ਹੱਥ ਜੋੜ ਕੇ ਕਹਿਣ ਲੱਗਾ, ਬਖਸ਼ ਹੋ ਇਹ ਭਾਣਜੀ ਮੇ ਮੋਰੀ। ਮਹਾਰਾਜ ਬਖਸ਼ ਦਿਓ, ਮੈਂ ਉਸ ਕੁੜੀ ਦਾ ਮਾਮਾ ਹਾਂ ਜਿਹੜੀ ਉਹ ਮੁਸਲਮਾਨੀ ਬਣੀ ਹੈ, ਉਹ ਮੇਰੀ ਭਾਣਜੀ ਹੈ ਮਹਾਰਾਜ, ਵੀ ਮੇਰੀ ਭੈਣ ਦੀ ਕੁੜੀ ਹੈ, ਸਾਡੀ ਭਾਣਜੀ ਹੈ। ਪਰ ਹੁਣ ਪਤਾ ਨਹੀਂ ਉਹਨੂੰ ਹੋ ਕੀ ਗਿਆ, ਹਰ ਵੇਲੇ ਮੁਸਲਮਾਨਾਂ ਦੇ ਗੀਤ ਗਾਉਂਦੀ ਹੈ, ਕਹਿੰਦੀ ਮੈਂ ਤਾਂ ਮੁਸਲਮਾਨੀ ਬਣਾਂਗੀ, ਮੈਂ ਨਹੀਂ ਗੁਰੂ ਦੀ ਬਾਣੀ ਪੜ੍ਹਦੀ, ਮੈਂ ਨਹੀਂ ਗੁਰਦੁਆਰੇ ਜਾਣਾ, ਮੈਂ ਨਹੀਂ ਕੜਾਹ ਪ੍ਰਸ਼ਾਦ ਖਾਣਾ, ਮੈਂ ਤਾਂ ਸ਼ੀਰ ਨਹੀਂ ਖਾਵਾਂਗੀ। ਮਹਾਰਾਜ ਉਹਨੂੰ ਪਤਾ ਨਹੀਂ ਕੀ ਹੋ ਗਿਆ, ਉਹ ਤਾਂ ਸਾਡੀ ਗੱਲ ਨਹੀਂ ਸੁਣਦੀ ਮਹਾਰਾਜ, ਉਹ ਤਾਂ ਸਾਰੇ ਟੱਬਰ ਨਾਲੋਂ ਵੱਖਰੀ ਚੱਲਦੀ ਹੈ। ਮੈਂ ਅਰ ਮਮ ਭਗਨੀ ਜਦ ਕਦਾ। ਮਹਾਰਾਜ ਮੈਂ ਤੇ ਮੇਰੀ ਭੈਣ ਜਦੋਂ ਵੀ ਉਹਨੂੰ ਸਮਝਾਉਂਦੇ ਆ, ਉਹ ਤਾਂ ਟੁੱਟ ਕੇ ਪੈਂਦੀ ਅੱਗੋਂ। ਮੇਰੀ ਭੈਣ ਵੀ ਕਹਿੰਦੀ ਧੀਏ ਆਪਾਂ ਗੁਰੂ ਦੇ ਸਿੱਖ ਹਾਂ, ਆਪਾਂ ਮੁਸਲਮਾਨਾਂ ਦੀਆਂ ਕਬਰਾਂ 'ਤੇ ਮੱਥੇ ਟੇਕਦੇ ਚੰਗੇ ਨਹੀਂ ਲੱਗਦੇ, ਆਪਾਂ ਗੁਰਦੁਆਰੇ ਚੱਲਿਆ ਕਰੀਏ, ਕਥਾ ਸੁਣਿਆ ਕਰੀਏ, ਕੀਰਤਨ ਸੁਣਿਆ ਕਰੀਏ, ਗੁਰੂ ਦੀ ਦੇਗ ਲਿਆ ਕਰੀਏ। ਅਤੇ ਉਹ ਜਾ ਕੇ ਕਹਿੰਦੀ ਨਾ ਮੈਂ ਤਾਂ ਪੀਰ ਦਾ ਪ੍ਰਸ਼ਾਦ ਹੀ ਲੈਣਾ। ਇਸ ਤਰ੍ਹਾਂ ਮਹਾਰਾਜ ਜੀ ਮੇਰੀ ਭਾਣਜੀ ਦਾ ਦਿਮਾਗ ਖਰਾਬ ਹੋਇਆ ਪਿਆ,
ਕਿਰਪਾ ਕਰ ਦਿਓ, ਬਖਸ਼ਿਸ਼ ਕਰ ਦਿਓ। ਅਹ ਆਦ ਕੇ ਸਿੱਧਕੀ ਸਦਾ। ਕਿਉਂਕਿ ਮਹਾਰਾਜ ਅਸੀਂ ਤਾਂ ਪਿਓ ਦਾਦੇ ਤੋਂ ਸਿੱਖ ਹਾਂ। ਗੁਰੂ ਨਾਨਕ ਦੇਵ ਜੀ ਵਣਜਾਰਿਆਂ ਨੂੰ ਸਿੱਖ ਬਣਾ ਲਿਆ ਸੀ। ਜਦੋਂ ਮਹਾਰਾਜ ਗੁਰੂ ਨਾਨਕ ਦੇਵ ਜੀ ਗਏ ਨਾ, ਤੇ ਵਣਜਾਰੇ ਬਹੁਤ ਹਿੰਦੁਸਤਾਨ 'ਚ ਸ਼ਰਧਾ ਨਾਲ ਮਿਲਦੇ, ਸੇਵਾ ਕਰਦੇ ਸੀ। ਹੁਣ ਵੀ ਸਾਧ ਸੰਗਤ ਜੀ ਹਜ਼ੂਰ ਸਾਹਿਬ ਵੱਲ ਵਣਜਾਰਿਆਂ ਦੇ ਲੱਖਾਂ ਹੀ ਟੱਬਰ ਹਨ, ਲੱਖਾਂ ਕਰੋੜਾਂ। ਉਹਨਾਂ ਦੀ ਦੇਖੋ ਕਿੰਨੀ ਸ਼ਰਧਾ। ਆਪਾਂ ਤੇ ਗੁਰਦੁਆਰੇ ਮੱਥਾ ਟੇਕਣ ਜਾਈਏ ਨਾ ਜਾਈਏ, ਉਹਨਾਂ ਨੇ ਜ਼ਰੂਰ ਜਾਣਾ। ਜਦੋਂ ਬੱਚੇ ਦਾ ਵਿਆਹ ਹੁੰਦਾ, ਜਿੰਨਾ ਚਿਰ ਹਜ਼ੂਰ ਸਾਹਿਬ ਨਹੀਂ ਜਾਂਦੇ ਉਹਨਾਂ ਚਿਰ ਉਹ ਪਤੀ ਪਤਨੀ ਆਪਸ 'ਚ ਗੱਲ ਵੀ ਨਹੀਂ ਕਰਦੇ, ਬਚਨ ਵੀ ਨਹੀਂ ਕਰਦੇ। ਕਹਿੰਦੇ ਜਿੰਨਾ ਚਿਰ ਮਹਾਰਾਜ ਦੇ 10ਵੇਂ ਪਾਤਸ਼ਾਹ ਦਾ ਹਜ਼ੂਰ ਦਾ ਕੜਾਹ ਪ੍ਰਸ਼ਾਦ ਕਰਾਵਾਂਗੇ ਫਿਰ ਅਸੀਂ ਪਤੀ ਪਤਨੀ ਬਣਾਂਗੇ। ਇੰਨੀ ਉਹ ਸ਼ਰਧਾ ਰੱਖਦੇ। ਹਜ਼ੂਰ ਸਾਹਿਬ ਦੇ ਉੱਤੇ ਬੜੀ ਸ਼ਰਧਾ, ਗੁਰਦੁਆਰਿਆਂ 'ਤੇ ਬੜੀ ਸ਼ਰਧਾ ਵਣਜਾਰਿਆਂ। ਉਹ ਵਣਜਾਰਾ ਸਿੱਖ ਕਹਿੰਦਾ ਮਹਾਰਾਜ ਅਸੀਂ ਤਾਂ ਗੁਰੂ ਨਾਨਕ ਤੋਂ ਸਿੱਖ ਬਣੇ ਹੋਏ, ਸਾਡੇ ਘਰ ਤਾਂ ਕੋਈ ਮੁਸਲਮਾਨੀ ਗੱਲ ਆਈ ਨਹੀਂ ਕਦੀ। ਪਰ ਇਹ ਪਤਾ ਨਹੀਂ ਕੀ ਭਾਣਾ ਵਰਤ ਗਿਆ ਮਹਾਰਾਜ। ਮੇਰੀ ਭਾਣਜੀ ਤੁਰਕਾਂ ਦੇ ਗੀਤ ਗਾਉਣ ਲੱਗ ਪਈ ਹੈ। ਨਾਨਕ ਦਾਦਕ ਸਿੱਖ ਹਮਾਰੇ। ਸਾਡੇ ਨਾਨਕੇ ਵੀ, ਸਾਡੇ ਦਾਦਕੇ ਵੀ ਗੁਰੂ ਦੇ ਸਿੱਖ। ਸਾਰੇ ਪਰਿਵਾਰਾਂ 'ਚ ਸਿੱਖੀ ਹੈ ਮਹਾਰਾਜ। ਐਸੀ ਨਹੀਂ ਕੁਮਤ ਕੋ ਧਾਰੇ। ਇਹੋ ਜਿਹੀ ਪੁੱਠੀ ਮੱਤ ਸਾਡੇ 'ਚ ਕਿਸੇ ਨੇ ਵੀ ਨਹੀਂ ਧਾਰਨ ਕੀਤੀ। ਕੋਈ ਬੱਚਾ, ਕੋਈ ਬੱਚੀ ਸਾਡੀ ਕਦੀ ਨਹੀਂ ਇੱਦਾਂ ਤੁਰਕਾਂ ਦੀ ਕਬਰ 'ਤੇ ਮੱਥਾ ਨਹੀਂ ਟੇਕਣ ਗਏ, ਕਦੀ ਕਿਸੇ ਮੜੀ ਮਸਾਣ ਨੂੰ ਨਹੀਂ ਮੰਨਿਆ। ਮਹਾਰਾਜ ਬਾਣੀ ਪੜ੍ਹਦੇ ਆ, ਨਾਮ ਜਪਦੇ ਆ, ਆਪਣੀ ਦਸਾਂ ਨੋਹਾਂ ਦੀ ਸੱਚੀ ਸੁੱਚੀ ਗਰੀਬੀ ਦੀ ਜੋ ਵੀ ਕਿਰਤ ਕਰਦੇ ਆ, ਪ੍ਰਸ਼ਾਦਾ ਛਕਦੇ। ਇਹ ਸਾਨੂੰ ਗੁਰੂ ਦੀ ਸਿੱਖਿਆ ਮਿਲੀ, ਅਸੀਂ ਤਾਂ ਇਹ ਰਾਹ 'ਤੇ ਤੁਰਦੇ ਹਾਂ। ਪਰ ਸਾਡੀ ਭਾਣਜੀ ਨੂੰ, ਸਾਡੇ ਇਲਾਕੇ ਦੀ ਜਿਹੜੀ ਮੁਸਲਮਾਨਣੀ ਹੈ ਨਾ, ਚੌਂਕੀ ਲਾਉਂਦੀ ਪੀਰਾਂ ਦੀ, ਉਹਨੇ ਐਸਾ ਮੰਤਰ ਮਾਰਿਆ, ਇਹੋ ਜਿਹੀ ਪੁੱਠੀ ਕੋਈ ਚੀਜ਼ ਖਵਾਈ ਹੈ ਉਹਨੂੰ, ਖਵਾ ਕੇ ਤੇ ਸਾਡੀ ਕੁੜੀ ਦਾ ਦਿਮਾਗ ਖਰਾਬ ਕਰ ਦਿੱਤਾ ਹੈ। ਸ੍ਰੀ ਮੁਖ ਤੇ ਉਪਚਾਰ ਬਖਾਨਾ। ਇਹ ਸੁਣ ਕੇ 10ਵੇਂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਭਾਈ ਅਸੀਂ ਇਲਾਜ ਦੱਸ ਦਿੰਦੇ ਹਾਂ, ਤੁਸੀਂ ਜਾ ਕੇ ਕਰ ਲਓ, ਕੁੜੀ ਠੀਕ ਹੋ ਜਾਏਗੀ ਤੁਹਾਡੀ। ਹਾਂਜੀ, ਤਿਸ ਕਰਾਓ ਸਰ ਮੁਕਤ ਇਸ਼ਨਾਨਾ। ਮਹਾਰਾਜ ਕਹਿੰਦੇ ਉਹਨੂੰ ਇਸ਼ਨਾਨ ਕਰਾਓ, ਮੁਕਤਸਰ ਦਾ ਇਸ਼ਨਾਨ ਕਰਾਓ। ਕਿਉਂਕਿ ਇਹ ਗੁਰੂ ਸਾਹਿਬ ਜੀ ਨੇ ਮੁਕਤਨਾਮਾ ਉਚਾਰਨ ਕੀਤਾ ਨਾ, ਇਸ ਤੋਂ ਬਾਅਦ ਇਹ ਸਾਖੀ ਆਈ ਹੈ। ਮੁਕਤਨਾਮੇ 'ਚ ਸਾਰੀ ਰਹਿਤ ਦੱਸੀ ਹੈ ਖਾਲਸੇ ਦੀ, ਵੀ ਕਿੱਦਾਂ ਦੀ ਰਹਿਤ ਰੱਖਣੀ ਹੈ, ਕੀ ਕਰਨਾ, ਕੀ ਨਹੀਂ ਕਰਨਾ। ਜਿਹੜਾ ਮਹਾਰਾਜ ਦਾ ਸਿੱਖ ਇਹਨੂੰ ਮੰਨੇਗਾ ਉਹਦੇ 'ਤੇ ਕਿਰਪਾ ਹੋਵੇਗੀ। ਮਹਾਰਾਜ ਕਹਿੰਦੇ ਇਹਨੂੰ ਇਸ਼ਨਾਨ ਕਰਾਓ। ਦੂਰ ਕੋ ਰਹਿਤ ਹੋਏਗੀ ਤਬੈ। ਜਿਹੜੀ ਉਸ ਲੜਕੀ ਕੋਲੋਂ ਕੁਰੈਤ ਹੋ ਗਈ ਹੈ ਨਾ, ਉਹਨੇ ਪੀਰਾਂ ਦਾ ਪ੍ਰਸ਼ਾਦ ਖਾ ਲਿਆ, ਜਿਹਦੇ ਕਰਕੇ ਉਹਦੇ ਦਿਮਾਗ ਦੇ ਉੱਤੇ ਪੁੱਠਾ ਅਸਰ ਪੈ ਗਿਆ, ਉਹ ਦੂਰ ਹੋ ਜਾਏਗਾ। ਗੁਰੂ ਮਹਾਰਾਜ ਦੇ ਸਰੋਵਰ ਸ੍ਰੀ ਅੰਮ੍ਰਿਤਸਰ, ਤਰਨ ਤਾਰਨ ਸਾਹਿਬ, ਮੁਕਤਸਰ ਸਾਹਿਬ, ਜਿੱਥੇ ਵੀ ਸਾਧ ਸੰਗਤ ਜੀ ਇਸ਼ਨਾਨ ਕਰਦੇ ਆ ਨਾ, ਜਪਜੀ ਸਾਹਿਬ ਦਾ ਪਾਠ ਕਰੋ। ਜੇ ਜਪਜੀ ਸਾਹਿਬ ਨਹੀਂ ਆਉਂਦਾ ਤੇ ਘੱਟੋ ਘੱਟ ਮੂਲ ਮੰਤਰ ਪਹਿਲੀ ਪੌੜੀ ਦਾ ਹੀ ਪਾਠ ਕਰ ਲਓ। ਜੇ ਉਹ ਵੀ ਨਹੀਂ ਆਉਂਦਾ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ 5 ਵਾਰੀ ਕਹਿ ਕੇ ਇਸ਼ਨਾਨ ਕਰ ਲਓ। ਉਹਦੇ ਨਾਲ ਸਾਰੇ ਜਿਹੜੇ ਭੂਤ ਪ੍ਰੇਤ, ਜਿੰਨ ਬਤਾਲ, ਕੀਤਾ ਕਰਾਇਆ, ਧਾਗਾ ਤਵੀਤ, ਉਹਦਾ ਅਸਰ ਖਤਮ ਹੋ ਜਾਂਦਾ। ਆਖੋ ਸ੍ਰੀ ਵਾਹਿਗੁਰੂ। ਜੇ ਅੰਮ੍ਰਿਤਸਰ ਵੀ ਨਹੀਂ ਜਾ ਸਕਦੇ, ਘਰ 'ਚ ਇਸ਼ਨਾਨ ਕਰਕੇ ਗੁਰਦੁਆਰੇ ਆ ਜਾਓ। ਗੁਰਦੁਆਰੇ ਮਹਾਰਾਜ ਦੀ ਦਰਸ਼ਨ ਕਰਕੇ ਮੱਥਾ ਟੇਕ ਕੇ ਅਰਦਾਸ ਕਰੋ, ਕੜਾਹ ਪ੍ਰਸ਼ਾਦ ਕਰਾਓ, ਅਸਰ ਦੂਰ ਹੋ ਜਾਂਦਾ। ਹਾਂਜੀ, ਪੜੋ ਮੁਕਤਨਾਮਾ ਢਿਗ ਢਿਗ ਸਭੈ। ਮਹਾਰਾਜ ਕਹਿੰਦੇ ਉਹਦੇ ਕੋਲ ਮੁਕਤਨਾਮੇ ਦਾ ਪਾਠ ਕਰੋ, ਮੁਕਤਨਾਮਾ ਸੁਣਾਇਆ ਕਰੋ ਉਹਨੂੰ। ਜਦੋਂ ਮੁਕਤਨਾਮਾ ਸੁਣੇਗੀ ਉਹਦਾ ਦਿਮਾਗ ਠੀਕ ਹੋ ਜਾਏਗਾ। ਉਹਦੇ ਮਨ ਵਿੱਚ ਜਿਹੜੀ ਬੁੱਧੀ ਉਹਦੀ ਭ੍ਰਿਸ਼ਟ ਹੋ ਗਈ ਹੈ ਨਾ, ਤੁਰਕਾਂ ਦੀ ਬੋਲੀ ਬੋਲਣ ਲੱਗ ਪਈ ਹੈ, ਤੁਰਕਣੀ ਕਹਿੰਦੀ ਬਣਾਂਗੀ, ਮੁਸਲਮਾਨੀ ਬਣਾਂਗੀ, ਉਹ ਗੱਲ ਨਿਕਲ ਜਾਏਗੀ। ਮੁਕਤਨਾਮਾ ਸੁਣਾਇਆ ਕਰੋ ਇਸ ਨੂੰ, ਬੀਬੀ ਨੂੰ। 40 ਪਾਠ ਸੁਨਾਵਣ ਕਰੀਏ। 40 ਦਿਨ 40 ਵਾਰੀ ਪਾਠ ਸੁਣਾਉਣਾ ਉਹਨੂੰ, ਇੱਕ ਪਾਠ ਰੋਜ਼ ਸੁਣਾਉਣਾ। 40 ਦਿਨ ਪਾਠ ਸੁਣਾਓ। ਪੁਨ ਜਪ ਪੜੋ ਬਿਗਨ ਪਰ ਹਰੀਏ। ਫਿਰ ਜਪਜੀ ਸਾਹਿਬ ਦਾ ਪਾਠ ਵੀ ਸੁਣਾਉਣਾ। ਜਪਜੀ ਸਾਹਿਬ 'ਚ ਸਾਰੀ ਸ਼ਕਤੀ ਹੈ, ਸਾਰੇ ਬਿਘਨਾਂ ਨੂੰ ਦੂਰ ਕਰ ਦਿੰਦਾ ਪਾਠ। ਹਾਂਜੀ।
ਵਾਹਿਗੁਰੂ ਜੀ ਹੋਏ ਸਹਾਏ। ਵਾਹਿਗੁਰੂ ਸਹਾਇਤਾ ਹੋਏ ਕਰਨਗੇ। ਅਰਦਾਸ ਇਹ ਕਰਨੀ ਹੈ ਜਪਜੀ ਸਾਹਿਬ ਦਾ ਪਾਠ ਕਰਕੇ, ਮੁਕਤਨਾਮੇ ਦਾ ਪਾਠ ਕਰਕੇ ਕਿ ਹੇ ਵਾਹਿਗੁਰੂ ਇਸ ਬੱਚੀ ਦੀ ਸਹਾਇਤਾ ਕਰੋ, ਇਹਦਾ ਦਿਮਾਗ ਠੀਕ ਕਰੋ, ਇਹਦੀ ਬੁੱਧੀ 'ਤੇ ਜਿਹੜਾ ਮੁਸਲਮਾਨੀ ਕਲਾਮ ਦਾ ਅਸਰ ਪੈ ਗਿਆ, ਝੱਲਿਆਂ ਦੀਆਂ ਗੱਲਾਂ ਕਰਦੀ, ਕਹਿੰਦੀ ਮੈਂ ਮੁਸਲਮਾਨੀ ਬਣ ਜਾਣਾ, ਮੈਂ ਤਾਂ ਤੁਰਕੜੀ ਬਣ ਜਾਣਾ, ਇਹ ਮਹਾਰਾਜ ਗੁਰੂ ਨਾਨਕ ਦੇਵ ਜੀ ਇਹਦੇ ਮਨ 'ਚੋਂ ਕੱਢ ਦਿਓ। ਇਹ ਅਰਦਾਸ ਕਰਨੀ ਹੈ। ਆਦਿਤਵਾਰ ਨੌ ਚੰਦ ਲਿਖਾਏ। ਕਹਿੰਦੇ ਨੌ ਚੰਦੇ ਐਤਵਾਰ ਨੂੰ ਇਹ ਲਿਖਣਾ, ਵਾਹਿਗੁਰੂ ਜੀ ਹੋਏ ਸਹਾਏ। ਆਖੋ ਸ੍ਰੀ ਵਾਹਿਗੁਰੂ। ਇਹ ਇੰਨਾ ਹੀ ਲਿਖਣਾ, ਕੁਛ ਨਹੀਂ। ਕਾਗਜ਼ ਦੇ ਉੱਤੇ ਲਿਖਣਾ ਵਾਹਿਗੁਰੂ ਜੀ ਹੋਏ ਸਹਾਏ, ਕਿ ਮਹਾਰਾਜ ਸਹਾਇਤਾ ਕਰਨ, ਵਾਹਿਗੁਰੂ ਸਹਾਇਤਾ ਕਰਨ। ਇਹ ਕਾਗਜ਼ ਤੇ ਲਿਖਣਾ ਨੌ ਚੰਦੇ ਐਤਵਾਰ ਨੂੰ। ਹਾਂਜੀ। ਸਿਰ ਬੰਦ ਹੋ ਕੈ ਗਰ ਮਹਿ ਪਾਵੈ। ਭਾਵੇਂ ਉਹਦੇ ਗਲ 'ਚ ਪਾ ਦਿਓ ਲਿਖ ਕੇ, ਭਾਵੇਂ ਉਹਦੇ ਸਿਰ ਤੇ ਰੱਖ ਦਿਓ। ਜਦੋਂ ਇਹ ਲਿਖ ਕੇ ਵਾਹਿਗੁਰੂ ਜੀ ਸਹਾਇਤਾ ਕਰਨਗੇ, ਬਾਣੀ ਸਾਰੀ ਸਾਧ ਸੰਗਤ ਜੀ ਗੁਰੂ ਦੀ ਹੈ। ਜਿਵੇਂ ਚੰਡੀ ਦੀ ਵਾਰ ਦੀ ਪਹਿਲੀ ਪੌੜੀ ਹੈ, ਉਹਦੇ ਵਿੱਚ ਵੀ ਮਹਾਰਾਜ ਲਿਖਦੇ ਤੇਗ ਬਹਾਦਰ ਸਿਮਰੀ ਹੈ, ਘਰ ਨੌ ਨਿਦ ਆਵੈ ਤਾਹੇ, ਸਭ ਥਾਈ ਹੋਏ ਸਹਾਏ। ਇਸ ਤਰ੍ਹਾਂ ਦੇ ਹੋਰ ਬੜੇ ਸ਼ਬਦ ਨੇ ਰੱਖੇ। ਰੱਖਣਹਾਰ ਆਪ ਉਬਾਰੇ, ਗੁਰ ਕੀ ਪੈਰੀ ਪਾਏ, ਕਾਜ ਸਵਾਰੇ। ਤਾਤੀ ਵਾਉ ਨ ਲੱਗਈ, ਪਾਰ ਬ੍ਰਹਮ ਸਰਣਾਈ, ਚੌਗਿਰਦ ਹਮਾਰੇ ਰਾਮ ਕਾਰ, ਦੁੱਖ ਲੱਗੈ ਨ ਪਾਈ। ਫਿਰ ਮਹਾਰਾਜ ਦਸਵੇਂ ਪਾਤਸ਼ਾਹ ਦਾ ਸਵਈਆ ਦਾ ਸਾਰੇ ਜੜ੍ਹਾਂ ਪੁੱਟ ਦਿੰਦਾ, ਰੋਗਨ ਤੇ ਹਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਬਚਾਵੈ। ਸ਼ਤਰੂ ਅਨੇਕ ਚਲਾਵਤ ਘਾਵ, ਤਉ ਤਨ ਏਕ ਨ ਲਾਗਨ ਪਾਵੈ। ਰਾਖਤ ਹੈ ਆਪਨੋ ਕਰਦੈ ਕਰ ਪਾਪ, ਸਮੂਹ ਨਾ ਭੇਟਨ ਪਾਵੈ। ਔਰ ਕੀ ਬਾਤ ਕਹਾਂ ਕਹਿ ਤੋ ਸੋ ਪੇਟ ਹੀ ਕੇ ਪਟ ਬੀਚ ਬਚਾਵੇ। ਮਹਾਰਾਜ ਕਹਿੰਦੇ ਵਾਹਿਗੁਰੂ ਜੀ ਹੋਏ ਸਹਾਏ। ਇਹ ਲਿਖ ਕੇ ਨਾ ਉਹਦੇ ਗਲ 'ਚ ਪਾ ਦਿਓ, ਉਹਦੇ ਸਿਰ ਤੇ ਰੱਖ ਦਿਓ। ਹਾਂਜੀ। ਸੁਰਤ ਟਿਕਾਣੇ ਤਬ ਤਿਸ ਆਵੈ। ਕਹਿੰਦੇ ਜਦੋਂ ਉਹਦੇ ਤੁਸੀਂ ਪਾ ਕੇ ਲਿਖ ਕੇ ਦੇ ਦਿਓਗੇ ਨਾ ਵਾਹਿਗੁਰੂ ਜੀ ਹੋਏ ਸਹਾਏ, ਤੇ ਵਾਹਿਗੁਰੂ ਦੀ ਕਿਰਪਾ ਨਾਲ ਉਹਦੇ ਸੁਰਤ ਟਿਕਾਣੇ ਆ ਜਾਏਗੀ ਉਹਦੀ। ਉਹ ਲੜਕੀ ਜਿਹੜੀ ਹੈ ਨਾ, ਉਹਦਾ ਦਿਮਾਗ ਖਰਾਬ ਹੋਇਆ ਪਿਆ। ਉਹ ਪ੍ਰਸ਼ਾਦ ਦੇ ਵਿੱਚ ਪੀਰਾਂ ਨੇ ਪਤਾ ਨਹੀਂ ਕੀ ਪਾਇਆ ਹੁੰਦਾ, ਜਿਹੜਾ ਇੱਕ ਵਾਰੀ ਪੀਰਾਂ ਦਾ ਪ੍ਰਸ਼ਾਦ ਖਾ ਲਵੇ, ਪੀਰਾਂ ਦੇ ਗੀਤ ਗਾਉਣ ਲੱਗ ਜਾਂਦਾ। ਕਹਿੰਦੇ ਉਹ ਜਿਹੜੀ ਥੋੜ੍ਹੇ ਜਿਹੀ ਕਰਾਮਾਤ, ਥੋੜ੍ਹੀ ਜਿਹੀ ਸ਼ਕਤੀ ਹੁੰਦੀ, ਉਹ ਤੋਂ ਲੋਕ ਪ੍ਰਭਾਵਿਤ ਹੋ ਜਾਂਦੇ, ਅਸਲੀ ਤੱਤ ਨੂੰ ਨਹੀਂ ਜਾਣਦੇ। ਮੁਕਤੀ ਨਹੀਂ ਹੁੰਦੀ ਸਾਧ ਸੰਗਤ ਜੀ। ਜਿਹਦੀ ਆਪਣੀ ਮੁਕਤੀ ਨਹੀਂ ਹੋਈ, ਉਹ ਦੂਸਰੇ ਨੂੰ ਕੀ ਮੁਕਤ ਕਰੇਗਾ। ਮੁਕਤ ਆਪ ਮੁਕਤ ਹੋਵੇ ਤਾਂ ਹੀ ਦੂਏ ਨੂੰ ਮੁਕਤ ਕਰ ਸਕਦਾ। ਆਪ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਭਾਈ ਉਸ ਬੀਬੀ ਦੇ ਸਿਰ ਦੇ ਉੱਤੇ ਵਾਹਿਗੁਰੂ ਜੀ ਹੋਏ ਸਹਾਏ ਲਿਖ ਕੇ ਰੱਖ ਦਿਓ, ਉਹਦੇ ਗਲ 'ਚ ਪਾ ਦਿਓ। ਵਾਹਿਗੁਰੂ ਸਹਾਇਤਾ ਕਰਨਗੇ, ਉਹਦੀ ਸੁਰਤ ਟਿਕਾਣੇ ਆ ਜਾਏਗੀ। ਪਰਿਓ ਭੂਤ ਕੋ ਸਾਇਆ ਜੋਏ। ਮਹਾਰਾਜ ਕਹਿੰਦੇ ਜੇ ਕਿਸੇ ਭੂਤ ਪ੍ਰੇਤ ਦਾ ਛਾਇਆ ਵੀ ਪਿਆ ਹੋਵੇ, ਕਿਸੇ ਨੂੰ ਭੂਤ ਚੰਬੜੇ ਹੋਣ, ਸਕਲ ਬਿਨਾਸ਼ੀ ਹੋਵੇ ਸੋਏ। ਉਹ ਵੀ ਸਾਰੇ ਉਹਦੇ ਦੂਰ ਹੋ ਜਾਣਗੇ। ਸਿੱਖੀ ਸਾਬਤ ਰੱਖਿਐ ਭਲਾ। ਕਹਿੰਦੇ ਆਪਣੇ ਪੱਲੇ ਸਿੱਖੀ ਰੱਖਣੀ ਚਾਹੀਦੀ ਹੈ। ਸਿੱਖੀ ਨੂੰ ਨਾ ਬੁੱਧੀ ਦੇ ਪੱਲੇ 'ਚ ਬੰਨ੍ਹਣਾ। ਆਖੋ ਜਿਵੇਂ ਕੋਈ ਕਹਿੰਦੇ ਨਾ ਵੀ ਆਹ ਚੀਜ਼ ਪੱਲੇ ਬੰਨ੍ਹ ਲੈ, ਆਹ ਗੱਲ ਪੱਲੇ ਬੰਨ੍ਹ ਲੈ ਬਈ, ਇਹ ਗੱਲ ਸਮਝ ਲੈ। ਹੁਣ ਪੱਲੇ ਇੱਦਾਂ ਥੋੜ੍ਹਾ ਬੰਨ੍ਹਣੀ ਹੈ, ਬੁੱਧੀ ਦੇ ਪੱਲੇ 'ਚ ਬੰਨ੍ਹਣੀ ਹੈ। ਜਿਹੜੇ ਆਪਾਂ ਕਹਿੰਦੇ ਨਾ ਵੀ ਆਹ ਗੱਲ ਪੱਲੇ ਬੰਨ੍ਹ ਲੈ, ਸਿਆਣੇ ਕਹਿੰਦੇ ਆ, ਤੇ ਉਹਦਾ ਮਤਲਬ ਇਹ ਨਹੀਂ ਵੀ ਗੱਲ ਨੂੰ ਆਪਾਂ ਇੱਦਾਂ ਕੱਪੜੇ 'ਚ ਬੰਨਾਂਗੇ। ਕੱਪੜੇ ਦਾ ਕੋਈ ਚੀਜ਼ ਬੰਨ੍ਹੀ ਜਾ ਸਕਦੀ ਹੈ, ਕੋਈ ਆਟਾ, ਦਾਲ, ਸੇਬ, ਸੰਤਰਾ, ਕੇਲਾ, ਉਹ ਤੇ ਪੱਲੇ 'ਚ ਬੰਨ੍ਹ ਲਓਗੇ। ਗੱਲ ਕਿਵੇਂ ਪੱਲੇ 'ਚ ਬੰਨ੍ਹਣੀ ਹੈ, ਤੇ ਬੁੱਧੀ ਦੇ ਅੰਦਰ ਬਿਠਾਣੀ ਹੈ ਗੱਲ। ਮਹਾਰਾਜ ਕਹਿੰਦੇ ਸਿੱਖੀ ਦੀ ਗੱਲ ਜਿਹੜੀ ਹੈ ਨਾ, ਆਪਣੇ ਬੁੱਧੀ 'ਚ ਬਿਠਾ ਲਓ, ਪੱਲੇ ਬੰਨ੍ਹ ਲਓ। ਹਾਂਜੀ। ਰਹਿਣੀ ਭਲੀ ਭੇਖ ਨਹਿ ਭਲਾ। ਮਹਾਰਾਜ ਕਹਿੰਦੇ ਰਹਿਣੀ ਭਲੀ ਹੈ, ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚੇਰਾ। ਭੇਖ ਨਾ ਭਲਾ, ਭੇਖ ਚੰਗਾ ਨਹੀਂ ਹੁੰਦਾ। ਭੇਖ ਤਾਂ ਬਾਹਰੋਂ ਤਾਂ ਥੋੜ੍ਹੇ ਸਮੇਂ ਲਈ ਦੁਨੀਆ ਨੂੰ ਲੱਗਦਾ ਵੀ ਬੜਾ ਚੰਗਾ ਬੰਦਾ, ਪਰ ਜਦੋਂ ਵਾਹਿਗੁਰੂ ਦੇ ਦਰਬਾਰ 'ਚ ਜਾਣਾ, ਉੱਥੇ ਭੇਖ ਦੇ ਕੰਮ ਥੋੜ੍ਹਾ ਆਉਣਾ। ਉੱਥੇ ਤਾਂ ਕਰਨੀ ਉੱਪਰ ਹੋਏ ਤਪਾਵਸ,
ਸਾਰਾ ਉਹਦੀ ਕਰਨੀ ਦਾ ਹੀ ਉਹਨੂੰ ਫਲ ਮਿਲਣਾ। ਮਹਾਰਾਜ ਕਹਿੰਦੇ ਕਰਨੀ ਭਲੀ ਹੈ, ਭੇਖ ਨਹੀਂ ਭਲਾ। ਹਾਂਜੀ, ਸਿਦਕ ਸਹਿਤ ਸਿੱਖੀ ਗੁਰ ਪਿਆਰੀ। ਜਿਹੜੀ ਗੁਰੂ ਦੀ ਸਿੱਖੀ ਹੈ ਸਿਦਕ ਨਾਲ ਕਮਾਣੀ ਪੈਂਦੀ ਹੈ, ਭਰੋਸੇ ਨਾਲ, ਵਿਸ਼ਵਾਸ ਕਰਨਾ। ਜਿਵੇਂ ਅਸੀਂ ਸਿਦਕ ਕਰਦੇ ਹਾਂ ਨਾ, ਦੁਨੀਆ ਦੇ ਉੱਤੇ ਵਿਸ਼ਵਾਸ ਕਰਦੇ ਹਾਂ ਵੀ ਇਹ ਮੇਰਾ ਪੁੱਤਰ ਹੈ, ਮੇਰੀ ਧੀ ਹੈ, ਇਹ ਮੇਰਾ ਪਿਓ, ਮਾਂ, ਭੈਣ, ਭਰਾ ਮੇਰੇ ਕੰਮ ਆਉਣਗੇ, ਰੱਖਦੇ ਆ ਨਾ ਭਰੋਸਾ। ਬਹੁਤ ਜ਼ਿਆਦਾ ਭਰੋਸਾ ਗੁਰੂ 'ਤੇ ਕਰਨਾ ਪਏਗਾ। ਫਿਰ ਮੇਰਾ ਪਿਓ ਵੀ ਗੁਰੂ ਹੈ, ਮੇਰੀ ਮਾਂ ਵੀ ਗੁਰੂ ਹੈ, ਮੇਰਾ ਭੈਣ ਭਰਾ ਜੋ ਕੁਛ ਵੀ ਗੁਰੂ ਹੀ ਹੈ, ਹੋਰ ਕੋਈ ਨਹੀਂ। ਸਾਰੇ ਰਿਸ਼ਤੇ ਗੁਰੂ ਨਾਲ ਹੀ ਕਰ ਲਵੇ। ਹਾਂਜੀ, ਜਿਨ ਧਾਰੀ ਸੋ ਉਤਰਹਿ ਪਾਰੀ। ਜਿਹਨੇ ਗੁਰੂ ਦੀ ਸਿੱਖੀ ਧਾਰਨ ਕਰ ਲਈ ਹੈ ਉਹ ਪਾਰ ਉਤਰ ਜਾਏਗਾ। ਉਹਦਾ ਬੇੜਾ ਭਵ ਸਾਗਰ ਤੋਂ ਪਾਰ ਲੰਘੇਗਾ, ਉਹਦਾ ਜਨਮ ਮਰਨ ਕੱਟਿਆ ਜਾਵੇਗਾ। ਲੋਭੀ ਦਰਬ ਭੇਟ ਕੇ ਗੁਰ ਨਹਿ। ਮਹਾਰਾਜ ਕਹਿੰਦੇ ਜਿਹੜੇ ਗੁਰੂ ਹੁੰਦੇ ਨੇ ਨਾ, ਉਹ ਪੈਸੇ ਦੇ ਲਾਲਚੀ ਨਹੀਂ ਹੁੰਦੇ। ਸੱਚੇ ਗੁਰੂਆਂ ਨੂੰ ਇਹ ਨਹੀਂ ਹੁੰਦਾ ਵੀ ਲੋਕੀ ਆ ਕੇ ਮਾਇਆ ਚੜ੍ਹਾਉਣ, ਉਹ ਤਾਂ ਲੋਕਾਂ ਨੂੰ ਦਿੰਦੇ ਆ। ਸਗੋਂ ਜਿਹੜੇ ਲਾਲਚੀ ਹੁੰਦੇ ਉਹਨਾਂ ਨੂੰ ਹੁੰਦਾ ਵੀ ਸਾਡੇ ਗੁਰਦੁਆਰੇ 'ਚ, ਸਾਡੇ ਡੇਰੇ 'ਤੇ ਮਾਇਆ ਆਵੇ। ਜਿਹੜੇ ਪੂਰੇ ਗੁਰੂ ਹੁੰਦੇ, ਮਹਾਂਪੁਰਸ਼ ਹੁੰਦੇ ਆ, ਉਹ ਨਹੀਂ ਲਾਲਚੀ ਹੁੰਦੇ। ਹਾਂਜੀ, ਲੈ ਕਰ ਜੇ ਕਰਹਿਤੀਏ ਬਖਸ਼ ਹੈ। ਕਹਿੰਦੇ ਜਿਹੜੇ ਕੱਚੇ ਗੁਰੂ ਹੁੰਦੇ ਨੇ ਉਹ ਪੈਸੇ ਲੈ ਕੇ ਲੋਕਾਂ ਨੂੰ ਬਖਸ਼ ਦਿੰਦੇ ਆ। ਜਿਹੜੇ ਪੀਰ ਫਕੀਰ ਨੇ, ਜੋਤਸ਼ੀ ਨੇ, ਸਾਰੇ ਤਾਂ ਮਾੜੇ ਨਹੀਂ ਹੁੰਦੇ। ਸਾਧ ਸੰਗਤ ਸਾਰੇ ਮੁਸਲਮਾਨਾਂ ਨੂੰ ਵੀ ਮਾੜੇ ਨਹੀਂ ਕਿਹਾ ਮਹਾਰਾਜ ਨੇ। ਮੁਸਲਮਾਨਾਂ 'ਚ ਬੜੇ ਬੜੇ ਚੰਗੇ ਪੀਰ ਫਕੀਰ ਹੋਏ ਨੇ। ਸਾਈਂ ਮੀਆਂ ਮੀਰ ਜੀ, ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿੰਨਾ ਉਹਨਾਂ ਦਾ ਸਤਿਕਾਰ ਕੀਤਾ, ਉਹਨਾਂ ਨੇ ਗੁਰੂ ਸਾਹਿਬ ਦਾ ਕਿੰਨਾ ਸਤਿਕਾਰ ਕੀਤਾ। ਫਰੀਦ ਜੀ ਮਹਾਰਾਜ, ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ। ਇਸੇ ਤਰ੍ਹਾਂ ਭੀਖਨ ਸ਼ਾਹ ਪੀਰ ਹੋਇਆ, ਪਟਨੇ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨ ਕਰਨ ਗਏ। ਮੁਸਲਮਾਨਾਂ ਵਿੱਚ ਵੀ ਬੜੇ ਬੜੇ ਚੰਗੇ ਪੀਰ ਫਕੀਰ ਹੋਏ, ਹਿੰਦੂਆਂ ਦੇ ਵਿੱਚ ਵੀ ਬੜੇ ਬੜੇ ਚੰਗੇ ਸਾਧੂ ਸੰਤ ਮਹਾਤਮਾ ਹੋਏ। ਹਰ ਧਰਮ 'ਚ ਹੁੰਦੇ ਨੇ ਚੰਗੇ, ਉਹਨਾਂ ਦਾ ਤਾਂ ਸਤਿਕਾਰ ਕਰਨਾ। ਲਾਲਚੀ ਨਹੀਂ ਹੁੰਦੇ ਉਹ, ਜਿਹੜੇ ਚੰਗੇ ਹੁੰਦੇ ਉਹ ਲਾਲਚੀ ਨਹੀਂ ਹੁੰਦੇ। ਪਰ ਜਿਹੜੇ ਲਾਲਚੀ ਹੁੰਦੇ ਆ ਉਹ ਸਿੱਖਾਂ ਤੋਂ ਪੈਸਾ ਲੈ ਕੇ ਉਹਨਾਂ ਨੂੰ ਮਾਫ ਕਰ ਦਿੰਦੇ ਆ। ਕਹਿੰਦੇ ਜਾਓ ਜੋ ਮਰਜ਼ੀ ਕਰੀ ਜਾਓ, ਤੁਸੀਂ ਸਾਨੂੰ ਭੇਟਾ ਚੜ੍ਹਾਈ ਜਾਓ, ਹੁਣ ਜੋ ਮਰਜ਼ੀ ਖਾਓ, ਜੋ ਮਰਜ਼ੀ ਪੀਵੋ, ਜੋ ਤੁਸੀਂ ਪਾਪ ਕਰਨਾ ਕਰੀ ਜਾਓ, ਅਸੀਂ ਤੁਹਾਨੂੰ ਬਖਸ਼ਾ ਲਾਂਗੇ। ਬਖਸ਼ੇ ਤੇ ਆਪ ਨਹੀਂ ਗਏ, ਦੂਜੇ ਨੂੰ ਕੀ ਬਖਸ਼ਾਣਾ। ਆਪ ਡੁੱਬੇ ਚੋ ਬੇਦ ਮੈਂ, ਚੇਲੇ ਦੀਏ ਬਹਾਏ। ਜੋ ਸਿੱਖ ਧਨ ਕੋ ਲੋਭੀ ਹੋਏ। ਜਿਹੜਾ ਸਿੱਖ ਦੇ ਧਨ ਦਾ ਲੋਭੀ ਹੋਵੇ, ਹਾਂਜੀ, ਬਖਸ਼ ਹੈ ਕਬ ਕੁਰੈਤੀ ਹੈ ਸੋਚ ਕੋਏ। ਕਹਿੰਦੇ ਉਹ ਕਦੀ ਕੁਰੈਤੀਆਂ ਨੂੰ ਬਖਸ਼ ਸਕਦਾ। ਜਿਹੜਾ ਆਪ ਹੀ ਲਾਲਚੀ ਹੈ ਗੁਰੂ, ਉਹ ਆਪਣੇ ਸੇਵਕ ਨੂੰ ਕੀ ਬਖਸ਼ੇਗਾ, ਉਹਦੇ ਆਪ ਨਹੀਂ ਬਖਸ਼ਿਆ ਗਿਆ। ਹਾਂਜੀ, ਸੋ ਸਿੱਖ ਨਾਹਨ ਲਖਾਉ ਕੋ ਚਾਲਾ। ਸਭ ਬਾਰੇ ਕਹਿੰਦੇ ਉਹਨੂੰ ਸਿੱਖ ਨਾ ਸਮਝੋ, ਉਹਨੂੰ ਗੁਰੂ ਵੀ ਨਾ ਸਮਝੋ। ਉਹਦਾ ਲੋਕਾਂ ਨੂੰ ਪੁੱਠੇ ਰਾਹ 'ਤੇ ਪਾ ਰਿਹਾ। ਜਿਹੜਾ ਪੈਸੇ ਦੇ ਵਾਸਤੇ ਆਪਣਾ ਡੇਰਾ ਚਲਾਉਣਾ ਚਾਹੁੰਦਾ ਵੀ ਮੇਰੇ ਕੋਲ ਪੈਸਾ ਆਵੇ, ਭਾਵੇਂ ਉਹ ਕਿਸੇ ਧਰਮ 'ਚ ਹੋਵੇ, ਇਹ ਨਹੀਂ ਮਤਲਬ। ਹਿੰਦੂ ਵੀ ਹੋ ਸਕਦਾ, ਮੁਸਲਮਾਨ ਵੀ ਹੋ ਸਕਦਾ, ਸਿੱਖ ਵੀ ਹੋ ਸਕਦਾ। ਜਿਹਦੀ ਇੱਥੋਂ ਤੱਕ ਹੀ ਸੋਚ ਹੈ ਵੀ ਸਿੱਖਾਂ ਦਾ ਪੈਸਾ ਕਿਵੇਂ ਜੇਬ 'ਚੋਂ ਕਢਾਉਣਾ, ਉਹ ਜਿਹੜਾ ਕਹਿੰਦੇ ਉਹ ਸਿੱਖ ਨਹੀਂ ਹੈ ਸਾਡਾ, ਉਹ ਗੁਰੂ ਵੀ ਨਹੀਂ, ਉਹ ਸਿੱਖ ਵੀ ਨਹੀਂ। ਹਾਂਜੀ, ਗੁਰ ਘਰ ਕੋ ਚੋਰ ਬਿਸਾਲਾ। ਬਲਕਿ ਗੁਰੂ ਸਾਹਿਬ ਜੀ ਦੇ ਘਰ ਦਾ ਚੋਰ ਹੈ ਉਹ, ਜਿਹੜਾ ਗੁਰੂ ਘਰ ਦੀ ਮਾਇਆ, ਗੁਰੂ ਘਰ ਦੇ ਖਜ਼ਾਨੇ ਜਿਹੜੇ ਨੇ ਉਹ ਆਪ ਹੜਪ ਰਿਹਾ ਹੈ। ਗੁਰ ਹਜ਼ੂਰ ਸਿੱਖੀ ਤਿਸ ਕੇਰੀ। ਕਹਿੰਦੇ ਉਹਦੀ ਸਿੱਖੀ ਗੁਰੂ ਦੇ ਸਾਹਮਣੇ ਨਿਭਣੀ ਕੋਈ ਨਹੀਂ। ਨਹਿ ਮਨਜ਼ੂਰ ਹੋਏ ਕਿਸ ਬੇਰੀ। ਕਿਸੇ ਵੇਲੇ ਵੀ ਉਹਦੀ ਸਿੱਖੀ ਮਨਜ਼ੂਰ ਨਹੀਂ ਹੁੰਦੀ। ਜਿਹੜਾ ਲਾਲਚੀ ਹੈ, ਲਾਲਚੀ ਦਾ ਤਾਂ ਮਹਾਰਾਜ ਨੇ ਬਾਣੀ 'ਚ ਲਿਖਿਆ, ਲੋਭੀ ਕਾ ਵਿਸਾਉ ਨ ਕੀਜੈ, ਜੇ ਕਾ ਪਾਰ ਵਸਾਏ। ਹਾਂਜੀ, ਸੁਨ ਗੁਰ ਬਾਕ ਸਿੱਖ ਘਰ ਗਇਓ। ਗੁਰੂ ਸਾਹਿਬ ਜੀ ਦਾ ਇਹ ਬਚਨ ਸੁਣ ਕੇ ਉਹ ਵਣਜਾਰਾ ਆਪਣੇ ਘਰ ਚਲਾ ਗਿਆ। ਸੋ ਬਿਦ ਸਕਲ ਕਰਤ ਤਹਿ ਭਇਓ। ਉਹ ਆਪਣੀ ਭੈਣ ਨੂੰ ਮਿਲਿਆ। ਉਹਨੇ ਆਪਣੀ ਭੈਣ ਨੂੰ ਦੱਸਿਆ ਵੀ ਭੈਣੇ, ਮੈਂ ਗੁਰੂ ਸਾਹਿਬ ਕੋਲ ਗਿਆ ਸੀ। ਗੁਰੂ ਸਾਹਿਬ ਨੇ ਉਪਾਅ ਦੱਸਿਆ ਵੀ ਸ੍ਰੀ ਵਾਹਿਗੁਰੂ ਜੀ ਸਹਾਏ ਲਿਖ ਕੇ ਇਹਦੇ ਸਿਰ 'ਤੇ ਰੱਖ ਦੇਣਾ, ਇਹਨੂੰ ਬਾਣੀ ਸੁਣਾਣੀ ਹੈ, 40 ਦਿਨ ਜਪਜੀ ਸਾਹਿਬ ਸੁਣਾਉਣਾ ਇਹਨੂੰ,
ਮੁਕਤਨਾਮੇ ਦਾ ਪਾਠ ਸੁਣਾਉਣਾ ਇਸ ਨੂੰ। ਕੇਤਕ ਦਿਓਸ ਬਿਤੇ ਜਬ ਫੇਰ। ਸਾਧ ਸੰਗਤ ਜੀ, ਕੁਝ ਦਿਨ ਲੰਘ ਗਏ, ਹਫ਼ਤਾ 15 ਦਿਨ ਲੰਘ ਗਏ। ਜਦੋਂ ਸਿੱਖ ਆਇਆ ਸੀ ਨਾ ਮਹਾਰਾਜ ਨੂੰ ਦੱਸਣ ਵੀ ਮਹਾਰਾਜ ਮੇਰੀ ਭਾਣਜੀ ਨੂੰ ਤੁਰਕੜੀ ਨੇ ਆਪਣੀ ਚੇਲੀ ਬਣਾ ਲਿਆ ਅਤੇ ਮੇਰੀ ਭਾਣਜੀ ਕਹਿੰਦੀ ਮੈਂ ਮੁਸਲਮਾਨ ਬਣਨ ਲੱਗੀ ਆ। ਉਹ ਜਿਹੜੀ ਭਾਣਜੀ ਸੀ ਉਹਦੇ ਪਿੰਡ ਹੀ ਗੁਰੂ ਸਾਹਿਬ ਪਹੁੰਚ ਗਏ। ਆਖੋ ਸ੍ਰੀ ਵਾਹਿਗੁਰੂ। ਮਹਾਰਾਜ ਸ਼ਿਕਾਰ ਨੂੰ ਚੜ੍ਹਿਆ ਇੱਕ ਦਿਨ। ਸ੍ਰੀ ਕਲਗੀਧਰ ਚੜੇ ਅਖੇਰ। ਇੱਕ ਦਿਨ ਮਹਾਰਾਜ ਸ਼ਿਕਾਰ ਖੇਡਣ ਚੜ੍ਹਿਆ ਘੋੜੇ ਤੇ। ਜੰਮਣ ਖੇੜੇ ਕੇ ਟਿਕ ਗਏ। ਪਿੰਡ ਦਾ ਨਾਮ ਹੈ ਜੰਮਣ ਖੇੜਾ, ਉਧਰ ਪਹਾੜਾਂ ਦੇ ਵਿੱਚ ਹੈ। ਉਹ ਜੰਮਣ ਖੇੜੇ ਦੇ ਕੋਲ ਜਦੋਂ ਮਹਾਰਾਜ ਗਏ ਨੇ, ਸਿੱਖ ਬਣਜਾਰੇ ਪਿਖ ਤਹ ਲਏ। ਕੁਦਰਤੀ ਉਹ ਵਣਜਾਰਾ ਜਿਹੜਾ ਮਹਾਰਾਜ ਕੋਲ ਆਇਆ ਸੀ ਨਾ ਕੁਝ ਦਿਨ ਪਹਿਲਾਂ ਵੀ, ਮੇਰੀ ਭਾਣਜੀ ਨੂੰ ਮਹਾਰਾਜ ਮੁਸਲਮਾਨੀ ਨੇ ਕਾਬੂ ਕੀਤਾ ਹੋਇਆ, ਉਹ ਉੱਥੇ ਮਿਲ ਗਿਆ। ਉਹਨੇ ਗੁਰੂ ਸਾਹਿਬ ਨੂੰ ਪਛਾਣਿਆ ਵੀ ਮਹਾਰਾਜ ਆਏ ਹਨ। ਕਰ ਬਿਨਤੀ ਗੁਰ ਨਿਕਟ ਉਤਾਰੇ। ਉਹ ਕਹਿੰਦਾ ਮਹਾਰਾਜ ਹੁਣ ਤੁਸੀਂ ਆਏ ਹੋ, ਕੁਝ ਮਿੰਟ ਕੁਝ ਘੰਟਾ ਅੱਧਾ ਘੰਟਾ ਸਾਡੇ ਪਿੰਡ ਵੀ ਚਰਨ ਪਾਓ, ਥੋੜ੍ਹਾ ਸਮਾਂ ਜ਼ਰੂਰ ਉਤਰੋ। ਉਹਨੇ ਮਹਾਰਾਜ ਨੂੰ ਉਤਾਰਾ ਕਰਵਾ ਲਿਆ। ਸਿੱਖਣੀ ਆਨ ਬੰਦਨਾ ਧਾਰੇ। ਤੇ ਉਹ ਜਿਹੜੀ ਸਿੱਖਣੀ ਸੀ ਨਾ ਉਹਦੀ ਭਾਣਜੀ, ਜਿਹਨੂੰ ਮੁਸਲਮਾਨੀ ਨੇ ਕਾਬੂ ਕੀਤਾ ਹੋਇਆ ਸੀ, ਉਹਦੇ ਭਾਗ ਜਾਗ ਪਏ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਲਗੀਧਰ ਪਾਤਸ਼ਾਹ ਦੇ ਦਰਸ਼ਨ ਹੋਏ, ਮੱਥਾ ਟੇਕਿਆ ਉਸ ਬੀਬੀ ਨੇ ਆ ਕੇ। ਕਹੀ ਵਾਰਤਾ ਜੁਗ ਕਰ ਜੋਰੀ। ਹੱਥ ਜੋੜ ਕੇ ਮਹਾਰਾਜ ਨੂੰ ਆਪੇ ਹੀ ਕਹਿਣ ਲੱਗ ਪਈ। ਦੇਖੋ ਦਰਸ਼ਨਾਂ ਦਾ ਪ੍ਰਭਾਵ। ਕਿਤੇ ਤੇ ਸਾਰੇ ਟੱਬਰ ਨੂੰ ਵਕਤ ਪਾਇਆ ਸੀ ਮੈਂ ਤੇ ਮੁਸਲਮਾਨ ਨਹੀਂ ਬਣਨਾ, ਮੈਂ ਤੇ ਮੁਸਲਮਾਨ ਨਹੀਂ ਬਣਨਾ, ਮੈਂ ਨਹੀਂ ਤੁਹਾਡੀ ਗੱਲ ਸੁਣਦੀ ਨਹੀਂ ਸੀ। ਅੱਜ ਪਤਾ ਕੀ ਕਹਿੰਦੀ ਹੈ ਮਹਾਰਾਜ, ਹਾਂਜੀ ਮੁਸਲਮਾਨ ਮੁਝ ਵਸ ਕਰ ਛੋਰੀ। ਮਹਾਰਾਜ ਮੈਨੂੰ ਮੁਸਲਮਾਨੀ ਨੇ ਕਾਬੂ ਕੀਤਾ ਹੋਇਆ। ਆਪ ਹੀ ਕਹਿ ਰਹੀ ਹੈ, ਜਿਹੜੀ ਕਹਿੰਦੀ ਸੀ ਮੈਂ ਤੇ ਮੁਸਲਮਾਨਾਂ ਦੇ ਘਰ ਹੀ ਜਾਵਾਂਗੀ, ਮੈਂ ਤੇ ਮੁਸਲਮਾਨ ਨਹੀਂ ਬਣਾਂਗੀ, ਮੈਂ ਤੇ ਪੀਰਾਂ ਨੂੰ ਹੀ ਮੰਨਾਂਗੀ। ਜਦੋਂ 10ਵੇਂ ਪਾਤਸ਼ਾਹ ਦੇ ਦਰਸ਼ਨ ਹੋਏ ਉਹਦੀ ਜ਼ੁਬਾਨ ਬਦਲ ਗਈ। ਕਹਿੰਦੀ ਮਹਾਰਾਜ ਮੈਨੂੰ ਮੁਸਲਮਾਨੀ ਨੇ ਕਾਬੂ ਕੀਤਾ ਹੋਇਆ ਸੀ, ਪਛਤਾਪ ਕਰਤ ਨਿਤ ਰਹੀ। ਤੇ ਮੈਂ ਮਹਾਰਾਜ ਹੁਣ ਪਛਤਾ ਰਹੀ ਹਾਂ। ਉਹ ਜਿਹੜਾ ਮੁਸਲਮਾਨੀ ਦੇ ਭੂਤ ਸੀ ਨਾ ਮੇਰੇ ਤੋਂ ਉਤਰ ਗਿਆ। ਹੁਣ ਮਹਾਰਾਜ ਮੈਂ ਪਛਤਾਨੀ ਹਾਂ। ਹੁਣ ਤਾਂ ਮੈਂ ਗਲਤੀ ਆਪਣੀ ਮੰਨਦੀ ਹਾਂ ਵੀ ਮੈਂ ਐਵੇਂ ਪੀਰਾਂ ਦਾ ਪ੍ਰਸ਼ਾਦ ਖਾਂਦੀ ਰਹੀ। ਹਾਂਜੀ ਮਨ ਸਥਿਰਤਾ ਪਾਵਤ ਨਹੀਂ। ਮਹਾਰਾਜ ਮਨ ਟਿਕਦਾ ਨਹੀਂ। ਉਹ ਐਸਾ ਮੇਰੇ ਤੇ ਕੋਈ ਇਲਮ ਚੱਲਿਆ ਸੀ, ਕਾਲਾ ਇਲਮ ਕੀਤਾ ਸੀ, ਕੋਈ ਮੈਨੂੰ ਜਾਦੂ ਟੂਣਾ ਕਰਕੇ ਖਾਣਾ ਉਹਨੇ ਖਵਾਇਆ ਸੀ ਤੁਰਕੜੀ ਨੇ, ਕਿ ਮੇਰਾ ਮਨ ਭਟਕਦਾ ਰਹਿੰਦਾ ਸੀ, ਪਰੇਸ਼ਾਨ ਹਰ ਵੇਲੇ। ਅੱਜ ਬਹੁਤੀ ਦੁਨੀਆ ਸਾਧ ਸੰਗਤ ਦੀ ਪਰੇਸ਼ਾਨ ਹੈ। ਕੋਈ ਡਿਪਰੈਸ਼ਨ ਵਿੱਚ ਹੈ, ਕੋਈ ਨਸ਼ੇ ਕਰ ਰਿਹਾ ਅਤੇ ਗੁਰੂ ਘਰ ਨਹੀਂ ਆਉਂਦੇ ਵੀ ਮਹਾਰਾਜ ਬਾਣੀ ਸੁਣ ਲਈਏ, 10 ਮਿੰਟ ਨਾਮ ਜਪ ਲਈਏ। ਜੇ ਗੁਰੂ ਦੇ ਘਰ ਆ ਜਾਣ ਸਾਰੀਆਂ ਚਿੰਤਾ ਦੂਰ ਹੋ ਜਾਣ। ਉਹ ਬੀਬੀ 10ਵੇਂ ਪਾਤਸ਼ਾਹ ਨੂੰ ਦੱਸ ਰਹੀ ਮਹਾਰਾਜ ਮੇਰੇ ਤੇ ਮੁਸਲਮਾਨੀ ਕਲਾਮ ਦਾ ਅਸਰ ਹੋ ਗਿਆ ਸੀ, ਮੇਰਾ ਮਨ ਭਟਕਦਾ ਰਹਿੰਦਾ ਸੀ, ਟਿਕਦਾ ਨਹੀਂ ਸੀ। ਸਤਿਗੁਰ ਕਹਿਓ ਚਿੰਤ ਦੇਹੁ ਤਿਆਗੇ। ਮਹਾਰਾਜ ਕਹਿਣ ਲੱਗੇ ਬੇਟੀ ਬੱਚੀ ਚਿੰਤਾ ਛੱਡ ਦੇ, ਅੰਗ ਸੰਗ ਬਿਨ ਪਾਪ ਨਾ ਲਾਗੇ। ਆ ਪੁੱਤਰ ਜਿੰਨਾ ਚਿਰ ਅੱਗਾਂ ਨਾਲ ਨਹੀਂ ਲੱਗਦਾ, ਭਾਵ ਵੀ ਤੂੰ ਤੁਰਕਾਂ ਦਾ ਸੰਗ ਨਹੀਂ ਨਾ ਕੀਤਾ, ਪਾਪ ਨਹੀਂ ਲੱਗੇਗਾ ਤੈਨੂੰ। ਹਾਂਜੀ ਚਾਰ ਮਕਾਰ ਵਿਸਾਹੋ ਨਾ ਰਖੀ। ਮਹਾਰਾਜ ਕਹਿੰਦੇ 4 ਬੰਬਿਆਂ ਦਾ ਵਿਸਾਹ ਨਹੀਂ ਕਰੀਦਾ। ਬੰਬਾ ਅੱਖਰ ਹੈ ਨਾ, 4 ਅੱਖਰ ਨੇ ਬੰਬੇ ਦੇ, 4 ਚੀਜ਼ਾਂ ਨੇ ਬੰਬੇ ਅੱਖਰ ਤੇ। ਕਹਿੰਦੇ ਇਹਦਾ ਵਿਸਾਹ ਨਹੀਂ ਖਾਈਦਾ ਹੁੰਦਾ। ਮੁਸਲਾ ਮਤਰੇਈ ਮਨ ਮੱਖੀ। ਮੁਸਲੇ ਦਾ ਤੁਰਕ ਦਾ ਵਿਸਾਹ ਨਹੀਂ ਖਾਣਾ, ਕਿਉਂਕਿ ਧੋਖਾ ਕਰਨ ਲੱਗਿਆ ਮਿੰਟ ਲਾਉਂਦੇ ਆ। 10ਵੇਂ ਪਾਤਸ਼ਾਹ ਨਾਲ ਵੀ ਤਾਂ ਧੋਖਾ ਕੀਤਾ। ਅਨੰਦਪੁਰ ਸਾਹਿਬ ਛੱਡ ਦਿਓ ਮਹਾਰਾਜ, ਅਸੀਂ ਤੁਹਾਨੂੰ ਕੁਛ ਨਹੀਂ ਕਹਾਂਗੇ, ਰਾਹ ਕਿਰਪਾ ਕਰਕੇ ਖੋਲ੍ਹ ਦਿਓ। ਦੂਜਾ ਸਾਧ ਸੰਗਤ ਜੀ ਮਤਰੇਈ ਮਾਂ ਦਾ ਵਿਸਾਹ ਨਹੀਂ ਹੁੰਦਾ। ਜਿਹੜੀ ਮਤਰੇਈ ਹੁੰਦੀ ਹੈ ਨਾ, ਜਿਵੇਂ ਪ੍ਰਹਲਾਦ ਧਰੂਪ ਭਗਤ ਦੀ ਮਤਰੇਈ ਮਾਂ ਸੀਗੀ, ਉਹਨੇ ਬਾਂਹ ਤੋਂ ਫੜ ਕੇ ਉਠਾਤਾ, ਕਹਿਣ ਲੱਗੀ ਤੂੰ
ਪਤੀ ਦੇ ਆਪਣੇ ਪਿਓ ਦੀ ਗੋਦ 'ਚ ਨਹੀਂ ਬਹਿ ਸਕਦਾ। ਮਤਰੇਈ ਮਾਂ ਰਾਮਚੰਦਰ ਜੀ ਮਹਾਰਾਜ ਦੀ ਸੀ ਕਕਈ। ਉਹਨੇ ਰਾਮਚੰਦਰ ਜੀ ਮਹਾਰਾਜ ਨੂੰ 14 ਸਾਲ ਦਾ ਬਨਵਾਸ ਕਰਾਤਾ ਸੀਗਾ। ਮਤਰੇਈਆਂ ਮਾਵਾਂ ਜਿਹੜੀਆਂ ਨੇ ਜ਼ਹਿਰ ਵੀ ਦੇ ਦਿੰਦੀਆਂ। ਉਹ ਇਹ ਸੋਚਦੀਆਂ ਉਹਨੂੰ ਆਪਣਾ ਪੁੱਤਰ ਨਹੀਂ, ਮਤਰੇਈ ਨੂੰ ਸਭ ਤੋਂ ਜ਼ਿਆਦਾ ਇਹ ਹੁੰਦਾ ਵੀ ਇਹ ਮੇਰੇ ਹੀ ਪੇਟ ਤੋਂ ਨਹੀਂ ਜੰਮਿਆ, ਦੂਜੀ ਦਾ ਹੈ, ਮੇਰੀ ਸੌਕੜ ਦਾ ਹੈ। ਉਹ ਫਿਰ ਉਹਨੂੰ ਬੜਾ ਮਾੜਾ ਸਮਝਦੀ। ਮਤਰੇਈਆਂ ਮਾਵਾਂ ਤੋਂ ਕਹਿੰਦੇ ਮਤਰੇਈ ਮੁਸਲਾ ਮਤਰੇਈ ਤੀਜਾ ਮਨ, ਕਹਿੰਦੇ ਇਹਦਾ ਭਰੋਸਾ ਕੋਈ ਨਹੀਂ। ਮਨ ਖੁੱਟਣ ਤੇਰਾ ਨਹੀਂ ਵਿਸ਼ਵਾਸ, ਪਤਾ ਨਹੀਂ ਕਿਹੜੇ ਵੇਲੇ ਮਨ ਬੇਈਮਾਨ ਹੋ ਜਾਏ। ਬ੍ਰਹਮਾ ਵਿਸ਼ਨੂੰ ਵੱਡੇ ਦੇਵੀ ਦੇਵਤਿਆਂ ਦੇ ਮਨ ਡੋਲ ਜਾਂਦੇ, ਐਸੀ ਪਰਮੇਸ਼ਰ ਦੀ ਮਾਇਆ ਹੈ। ਕਹਿੰਦੇ ਇਹਦਾ ਮਨ ਦਾ ਕੋਈ ਭਰੋਸਾ ਨਹੀਂ। ਮਨ ਖੁੱਟਣ ਤੇਰਾ ਨਹੀਂ ਵਿਸ਼ਵਾਸ, ਤੂੰ ਬਾਹੁਦ ਬਾਧਾ ਖਰਕਾ ਪੈਖਰ ਤੋਂ ਛੁੱਟਿਆ ਜੋ ਉੱਪਰ ਲਾਦਾ। ਤੇ ਬੱਖੀ ਦਾ ਕੋਈ ਭਰੋਸਾ ਨਹੀਂ। ਬੱਖੀ ਤੇ ਬੱਬਾ ਮੁਸਲਾ, ਬੱਬਾ ਮਤਰੇਈ, ਬੱਬਾ ਮਨ ਤੇ ਬੱਬਾ ਹੀ ਬੱਖੀ। ਬੱਖੀ ਦਾ ਕੀ ਭਰੋਸਾ, ਕੜਾਹ ਪ੍ਰਸ਼ਾਦ ਤੇ ਬਹਿ ਜਾਵੇ, ਗੰਦਗੀ ਤੇ ਜਾ ਕੇ ਬਹਿ ਜਾਵੇ। ਹੁਣੇ ਉੱਥੋਂ ਗੰਦਗੀ ਤੋਂ ਉੱਠੀ ਤੇ ਆ ਕੇ ਤੁਹਾਡੀ ਥਾਲੀ 'ਚ ਰੋਟੀ ਤੇ ਬਹਿ ਗਈ। ਬੱਖੀ ਦਾ ਭਰੋਸਾ ਨਹੀਂ, ਮਨ ਦਾ ਭਰੋਸਾ ਨਹੀਂ, ਤੁਰਕ ਦਾ ਵਿਸਾਹ ਨਹੀਂ। ਹਾਂਜੀ, ਸਿੱਖਣੀਏ ਨਿਜ ਸਿਦਕ ਸੁਨਾਏ। ਮਹਾਰਾਜ ਕਹਿੰਦੇ ਸਿੱਖਣੀਏ ਆਪਣੇ ਸਿਦਕ ਭਰੋਸੇ ਬਾਰੇ ਦੱਸ, ਤੇਰਾ ਹੁਣ ਵਿਸ਼ਵਾਸ ਕਿੱਥੇ ਹੈ? ਗੁਰੂ ਨਾਨਕ ਸਾਹਿਬ ਤੇ ਹੈ ਜਾਂ ਅਜੇ ਵੀ ਪੀਰਾਂ ਨੂੰ ਮੰਨਦੀ ਹੈ? ਹਾਂਜੀ, ਹਾਥ ਜੋਰ ਤਬ ਕਹਿਤ ਬਨਾਏ। ਉਹ ਲੜਕੀ ਜਿਹੜੀ ਕਈ ਮਹੀਨਿਆਂ ਤੋਂ ਕਈ ਸਾਲਾਂ ਤੋਂ ਤੁਰਕਾਂ ਦੇ ਗੀਤ ਗਾ ਰਹੀ ਸੀ, ਹੱਥ ਜੋੜ ਕੇ 10ਵੇਂ ਪਾਤਸ਼ਾਹ ਨੂੰ ਕਹਿਣ ਲੱਗੀ, ਗੁਰ ਕੀ ਅਰ ਗੁਰ ਸਿੱਖਣ ਕੇਰੀ। ਮਹਾਰਾਜ ਮੇਰੀ ਹੁਣ ਇਹ ਇੱਛਾ ਹੈ ਵੀ ਮੈਂ ਤੁਹਾਡੀ ਸੇਵਾ ਕਰਿਆ ਕਰਾਂ, ਗੁਰੂ ਦੀ ਸੇਵਾ ਕਰਾਂ, ਗੁਰੂ ਦੇ ਸਿੱਖਾਂ ਦੀ ਸੇਵਾ ਕਰਾਂ। ਨਿਜ ਕਰ ਸੇਵਾ ਕਰੋ ਕਨੇਰੀ। ਮੇਰਾ ਹੁਣ ਇਹ ਇੱਕੋ ਹੀ ਬਣਦਾ ਰਹਿ ਗਿਆ ਵੀ ਆਉਣ ਵਾਲਾ ਜਿੰਨਾ ਵੀ ਮੇਰਾ ਜੀਵਨ ਹੈ, ਜਿੰਨੀ ਵਾਹਿਗੁਰੂ ਨੇ ਮੈਨੂੰ ਲਾਈਫ ਦਿੱਤੀ ਹੈ, ਉਹ ਸਾਰੀ ਉਮਰ ਮੈਂ ਗੁਰੂ ਕੇ ਸਿੱਖਾਂ ਦੀ ਸੇਵਾ ਕਰਾਂ। ਗੁਰ ਪ੍ਰਤੀਤ ਮੈਂ ਧਰੋਂ ਵਡੇਰੇ। ਹੁਣ ਮੈਨੂੰ ਗੁਰੂ ਕੇ ਸਿੱਖਾਂ ਤੇ ਭਰੋਸਾ ਹੋ ਗਿਆ, ਗੁਰਬਾਣੀ ਦਾ ਸ਼ਕਤੀ ਦਾ ਪਤਾ ਲੱਗ ਗਿਆ ਕਿ ਗੁਰਬਾਣੀ 'ਚ ਬੜੀ ਸ਼ਕਤੀ ਹੈ। ਗੁਰਬਾਣੀ ਸਾਰੇ ਕਾਰਜ ਰਾਸ ਕਰ ਦਿੰਦੀ ਹੈ, ਗੁਰਬਾਣੀ ਸਾਰੇ ਦੁੱਖ ਦੂਰ ਕਰ ਦਿੰਦੀ ਹੈ। ਫਿਰ ਮੈਂ ਕਿਸੇ ਹੋਰ ਬੜੀ ਬਸਾਣ ਤੇ ਪੀਰ ਫਕੀਰ ਤੇ ਕਿਉਂ ਜਾਵਾਂ, ਜਦੋਂ ਮੇਰਾ ਗੁਰੂ ਮੇਰਾ ਅੰਗ ਸੰਗ ਹੈ। ਸਾਧ ਸੰਗਤ ਜੀ ਕਹਿੰਦੇ ਨੇ 100 ਦਾਰੂ ਤੇ 1 ਘਿਓ, 100 ਚਾਚਾ ਤੇ 1 ਪਿਓ। ਆਖੋ ਸ੍ਰੀ ਵਾਹਿਗੁਰੂ। 100 ਚਾਚੇ ਉਹ ਕੰਮ ਨਹੀਂ ਕਰ ਸਕਦੇ ਜਿਹੜਾ ਪਿਓ ਕਰ ਸਕਦਾ। ਪੀਰ ਫਕੀਰ ਦੇਵੀ ਦੇਵਤੇ ਸਾਰੇ ਸਤਿਕਾਰਯੋਗ ਨੇ, ਪਰ ਸਾਡਾ ਪਿਓ ਤਾਂ ਕਲਗੀਆਂ ਵਾਲਾ, ਜਿਹੜਾ ਪਿਆਰ ਸੱਚੇ ਪਾਤਸ਼ਾਹ ਸਾਨੂੰ ਦੇ ਸਕਦੇ ਆ, ਜਿਹੜੀ ਕਿਰਪਾ 10ਵੇਂ ਪਾਤਸ਼ਾਹ ਕਰ ਸਕਦੇ ਆ, ਦੂਆ ਨਹੀਂ ਕਰ ਸਕਦਾ। ਹਾਂਜੀ, ਓਟ ਆਸਰਾ ਗੁਰ ਤੁਮ ਮੇਰੇ। ਉਹ ਬੀਬੀ ਕਹਿੰਦੀ ਮਹਾਰਾਜ ਹੁਣ ਮੈਂ ਪੀਰਾਂ ਫਕੀਰਾਂ ਨੂੰ ਛੱਡ ਦਿੱਤਾ, ਹੁਣ ਤਾਂ ਮੇਰੇ ਆਸਰੇ ਤੁਸੀਂ ਹੋ ਕਲਗੀਧਰ ਪਿਤਾ ਜੀ। ਬਖਸ਼ ਲਿਓ ਹਮ ਤੁਮਰੀ ਸ਼ਰਨੀ। ਇਹ ਸਤਿਗੁਰੂ ਜੀ ਅਸੀਂ ਤੁਹਾਡੀ ਸ਼ਰਨ ਵਿੱਚ, ਬਖਸ਼ ਲਓ, ਕਿਰਪਾ ਕਰਕੇ ਬਾਹ ਫੜ ਲਓ। ਪਤ ਤਨ ਪਾਵਨਤਾ ਵਿਦ ਬਰਨੀ। ਮਹਾਰਾਜ ਜੀ ਆਪ ਜੀ ਨੇ ਪਾਪੀ ਬੰਦਿਆਂ ਨੂੰ ਪਵਿੱਤਰ ਕਰਨ ਦੀ ਵਿਧੀ ਦੱਸ ਦਿੱਤੀ ਹੈ। ਕੀ ਵਿਧੀ ਹੈ? ਅਰਦਾਸ ਕਰੋ, ਬਾਣੀ ਪੜ੍ਹੋ, ਕੜਾਹ ਪ੍ਰਸ਼ਾਦ ਦੀ ਦੇਗ ਕਰਾਓ, ਅੰਮ੍ਰਿਤਸਰ ਤਰਨਤਾਰਨ ਸਾਹਿਬ, ਮੁਕਤਸਰ ਸਾਹਿਬ, ਗੋਇੰਦਵਾਲ ਸਾਹਿਬ ਜਾ ਕੇ ਇਸ਼ਨਾਨ ਕਰੋ, ਗੁਰਦੁਆਰਿਆਂ ਦੇ ਦਰਸ਼ਨ ਕਰੋ। ਇਹ ਜਨਮ ਸਫਲ ਹੋ ਜਾਏਗਾ, ਸਾਰੇ ਦੁੱਖ ਕੱਟੇ ਜਾਣਗੇ। ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਹਾਂਜੀ, ਸੁਣ ਕਰ ਸਿੱਖ ਸਿੱਖਣੀ ਸੇਵਾ। ਆ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੱਸਿਆ ਨਾ, ਉਹ ਸਾਧ ਸੰਗਤ ਜੀ ਸਿੱਖਾਂ ਨੇ, ਉਹ ਪਰਿਵਾਰ ਨੇ ਉਸ ਵੇਲੇ ਮਹਾਰਾਜ ਦੀ ਵੀ ਸੇਵਾ ਕੀਤੀ। ਉਹ ਬੱਚੀ ਨੇ ਵੀ ਮਹਾਰਾਜ ਨੂੰ ਦੁੱਧ ਪਾਣੀ ਗਰਮ ਕਰਕੇ ਛਕਾਇਆ। ਹਾਂਜੀ, ਕਰੀ ਪ੍ਰਸੰਨ ਭਏ ਗੁਰਦੇਵਾ। ਉਹਨਾਂ ਦੀ ਸੇਵਾ ਤੋਂ ਮਹਾਰਾਜ ਖੁਸ਼ ਹੋ ਗਏ, ਕਿਉਂਕਿ ਗੁਰੂ ਸਾਹਿਬ ਸੇਵਾ ਤੋਂ ਹੀ ਰੀਝਦੇ ਆ। ਜਦੋਂ ਪ੍ਰੇਮ ਨਾਲ ਕੋਈ ਸੇਵਾ ਕਰਨ ਤੇ ਮਹਾਂਪੁਰਸ਼ ਪ੍ਰਸੰਨ ਹੋ ਗਏ। ਹਾਂਜੀ, ਮਸਤਕ ਟੇਕ ਉਪਾਇਨ ਦੀਨੀ। ਮੱਥਾ ਟੇਕ ਕੇ ਨਾ ਮਹਾਰਾਜ ਦੇ ਚਰਨਾਂ ਵਿੱਚ ਵਣਜਾਰਿਆਂ ਨੇ ਭੇਟਾ ਰੱਖੀ। ਜੋ ਵਿਚਾਰੇ ਕੋਲ
ਸਰਦਾ ਬਣਦਾ ਸੀਗਾ। ਉਹਨਾਂ ਨੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਪਣਾ ਦਸਵੰਧ ਭੇਟਾ ਕੀਤਾ। ਖੁਸ਼ੀ ਤਿਨਹੁ ਪ੍ਰਤ ਸਤਿਗੁਰ ਕੀਨੀ। ਗੁਰੂ ਸਾਹਿਬ ਜੀ ਨੇ ਉਹਨਾਂ ਤੇ ਬੜੀ ਖੁਸ਼ੀ ਕੀਤੀ। ਉਹ ਪਰਿਵਾਰ ਨੂੰ ਬਖਸ਼ ਦਿੱਤਾ। ਉਹਨਾਂ ਦੇ ਜਿਹੜਾ ਭੂਤ ਪ੍ਰੇਤ ਜਿੰਨ ਬਤਾਲ ਉਹ ਕਹਿੰਦੇ ਮੰਨਦੇ ਸੀ ਨਾ ਬਈ ਇਹ ਸਾਨੂੰ ਪੀਰ ਦਾ ਪਰਛਾਇਆ ਹੋ ਗਿਆ, ਕੋਈ ਭੂਤ ਪ੍ਰੇਤ ਹੋ ਗਿਆ, ਉਹ ਸਾਰਾ ਹੀ ਵਹਿਮ ਭਰਮ ਕੱਢ ਦਿੱਤਾ। ਆਖੋ ਸ੍ਰੀ ਵਾਹਿਗੁਰੂ। ਮਨ ਦੀ ਟੈਨਸ਼ਨ ਸੀ ਉਹ ਦੂਰ ਹੋ ਗਈ, ਬਿਰਤੀਆਂ ਟਿਕ ਗਈਆਂ, ਬਾਣੀ ਪੜ੍ਹਨ ਲੱਗ ਪਏ। ਕਹਿਓ ਸਿੱਖਣੀਐ ਸੁਨੋ ਭਵਿੱਖ। ਮਹਾਰਾਜ 10ਵੇਂ ਪਾਤਸ਼ਾਹ ਕਹਿੰਦੇ ਉਸ ਬੀਬੀ ਨੂੰ, ਕਾਕੀ ਤੇਰਾ ਭਵਿੱਖ ਜਿਹੜਾ ਤੇਰਾ ਫਿਊਚਰ ਹੈ ਉਹ ਤੈਨੂੰ ਦੱਸਦੇ ਹਾਂ। ਤੁਬ ਸੁਤ ਹੋਵਹਿ ਗੋ ਗੁਰ ਸਿੱਖ। ਮਹਾਰਾਜ ਕਹਿੰਦੇ ਤੇਰੇ ਘਰ ਇੱਕ ਸਿੱਖ ਨੇ ਜਨਮ ਲੈਣਾ ਹੈ, ਤੇਰਾ ਪੁੱਤਰ ਬੜਾ ਸਿੱਖ ਹੋਵੇਗਾ। ਜਨਮ ਸਪਤਮੋ ਤੁਬ ਜਬ ਹੋਏ। ਜਦੋਂ ਤੇਰਾ 7ਵਾਂ ਜਨਮ ਹੋਵੇਗਾ, ਇਸ ਤੋਂ ਬਾਅਦ 7 ਜਨਮ ਤੂੰ ਹੋਰ ਲੈਣੇ ਹਨ। ਸੰਗਤ ਸਿੰਘ ਕੀ ਬਨ ਹੈ ਜੋਏ। ਉਸ ਵੇਲੇ ਤੂੰ ਇੱਕ ਸੰਗਤ ਸਿੰਘ ਨਾਮ ਦੇ ਸਿੰਘ ਦੀ ਸਿੱਖਣੀ ਬਣੇਗੀ। ਸੰਗਤ ਸਿੰਘ ਤੇਰਾ ਪਤੀ ਹੋਵੇਗਾ, ਪਰ 7 ਜਨਮ ਬਾਅਦ ਹੋਵੇਗਾ। ਹਾਂਜੀ, ਤਬ ਉਧਾਰ ਤੇਰੋ ਹੋਏ ਜਾਏ। ਉਦੋਂ ਤੇਰਾ ਉਧਾਰ ਹੋਏਗਾ, ਉਦੋਂ ਤੇਰੀ ਮੁਕਤੀ ਹੋਏਗੀ। ਸਾਧ ਸੰਗਤ ਜੀ, ਮੁਕਤੀ ਇੱਕ ਜਨਮ 'ਚ ਨਹੀਂ ਹੁੰਦੀ। ਅੱਜ ਜਿੱਥੇ ਤੁਸੀਂ ਪਹੁੰਚੇ ਹੋ ਨਾ, ਪਤਾ ਨਹੀਂ ਕਿੰਨੇ ਜਨਮ ਸੇਵਾ ਕਰਕੇ ਭਗਤੀ ਕਰਕੇ ਇਹ ਜਾਮਾ ਮਿਲਿਆ ਹੈ। ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਮਹਾਰਾਜ ਕਹਿੰਦੇ ਬੀਬੀ ਬੱਚੀ ਤੇਰੇ ਘਰ ਸਿੱਖ ਨੇ ਜਨਮ ਲੈਣਾ ਹੈ। ਫਿਰ 7 ਜਨਮ ਤੂੰ ਸਿੱਖਾਂ ਦੇ ਘਰ ਜਨਮ ਲੈਣਾ ਹੈ। 7ਵੇਂ ਜਨਮ ਤੇਰਾ ਇੱਕ ਪਤੀ ਹੋਵੇਗਾ, ਭਾਈ ਸੰਗਤ ਸਿੰਘ ਉਹਦਾ ਨਾਮ ਹੋਏਗਾ। ਉਹਦੀ ਜਦੋਂ ਪਤਨੀ ਬਣੇਗੀ ਤੇਰਾ ਉਦੋਂ ਉਧਾਰ ਹੋ ਜਾਏਗਾ। ਕਰਨ ਸੇਵਕੋ ਤਬ ਫਲ ਪਾਏ। ਜੋ ਤੂੰ ਸੰਗਤਾਂ ਦੀ ਸੇਵਾ ਕਰਦੀ ਹੈ ਇਹਦਾ ਤੈਨੂੰ ਫਲ ਮਿਲ ਜਾਏਗਾ। ਸੇਵਾ ਦਾ ਫਲ ਕੀ ਹੈ? ਮੁਕਤੀ। ਸਿਮਰਨ ਦਾ ਫਲ ਕੀ ਹੈ? ਮੁਕਤੀ। ਅਸਲੀ ਤਾਂ ਮੁਕਤੀ ਵਾਸਤੇ ਸਾਰਾ ਕੁਝ ਹੈ। ਜੇ ਸਾਧ ਸੰਗਤ ਜੀ ਬੰਧਨ 'ਚ ਹੀ ਪਏ ਰਹੇ, ਅੱਜ ਤਾਂ ਆਪਾਂ ਖਾ ਲਏ ਪਰੌਠੇ ਤੇ ਕੱਲ੍ਹ ਨੂੰ ਸਾਨੂੰ ਬਾਸੀ ਰੋਟੀ ਵੀ ਨਾ ਮਿਲੇ, ਅੱਜ ਦੇ ਪਰੌਠੇ ਕੀ ਕਰਨਗੇ? ਆਖੋ ਸ੍ਰੀ ਵਾਹਿਗੁਰੂ। ਚਿੰਤਾ ਤਾਂ ਹੈ ਨਾ, ਚਿੰਤਾ ਤਾਂ ਹੈ ਵੀ ਅੱਜ ਤਾਂ ਆਪਾਂ ਵਧੀਆ ਕੋਠੀ 'ਚ ਬੈਠੇ ਹਾਂ, ਕੱਲ੍ਹ ਨੂੰ ਆਪਾਂ ਨੂੰ ਕੁੱਲੀ 'ਚ ਰਹਿਣਾ ਪੈ ਗਿਆ, ਫਿਰ ਕੀ ਕਰਾਂਗੇ? ਅੱਜ ਤਾਂ ਬੰਦੇ ਦੀ ਜੂਨ ਵਿੱਚ ਆਪਣੇ ਮੂੰਹ ਤੋਂ ਦੱਸ ਸਕਦੇ ਹਾਂ ਵੀ ਭੁੱਖ ਲੱਗੀ ਹੈ, ਬਿਮਾਰ ਆ, ਦਵਾਈ ਦਵਾ ਦਿਓ। ਜੇ ਮੱਝ ਗਾਂ ਕੁੱਤਾ ਬਿੱਲਾ ਸੱਪ ਸਲੂਗਾ ਬਣ ਗਏ ਫਿਰ ਕੀ ਬਣੇਗਾ? ਆਖੋ ਸ੍ਰੀ ਵਾਹਿਗੁਰੂ। ਇਸ ਕਰਕੇ ਮਨੁੱਖਾ ਜਨਮ ਵਰਗੀ ਕੋਈ ਸਾਧ ਸੰਗਤ ਦੀ ਸਹੂਲਤ ਨਹੀਂ ਹੈ। ਇਹਦੇ ਵਿੱਚੋਂ ਪਾਰ ਵੀ ਲੰਘਿਆ ਜਾ ਸਕਦਾ, ਪਿੱਛੇ ਵੀ ਮੁੜਿਆ ਜਾ ਸਕਦਾ। ਜਿਹਦੇ ਇਸ ਜਨਮ 'ਚ ਪਾਰ ਲੰਘ ਗਏ, ਜੇ ਨਾ ਲੰਘੇ ਬੈਕ ਗੇਅਰ ਲੱਗ ਗਿਆ, ਕੁੱਤੇ ਬਿੱਲੇ ਸੱਪ ਸਲੂਕੇ ਜੂਨਾਂ 'ਚ ਪੈ ਗਏ, 84 ਲੱਖ ਜੂਨਾਂ 'ਚ ਭਟਕੀ ਗਏ, ਫਿਰ ਕੀ ਬਣੇਗਾ? ਇਸ ਕਰਕੇ ਮਹਾਰਾਜ ਦੀ ਸੇਵਾ ਦਾ ਫਲ ਹੈ। ਮਹਾਰਾਜ ਕਲਗੀਧਰ ਕਹਿੰਦੇ ਤੈਨੂੰ ਫਲ ਮਿਲੇਗਾ। ਤੂੰ 7 ਜਨਮ ਸਿੱਖਾਂ ਦੇ ਘਰ ਹੀ ਜਨਮ ਲਏਗੀ ਤੇ 7ਵੇਂ ਜਨਮ ਤੇਰਾ ਪਤੀ ਭਾਈ ਸੰਗਤ ਸਿੰਘ ਨਾਮ ਦਾ ਕੋਈ ਸਿੱਖ ਹੋਏਗਾ, ਫਿਰ ਤੇਰੀ ਮੁਕਤੀ ਹੋ ਜਾਏਗੀ। ਇਮ ਬਰ ਦੇ ਕਰ ਹੈ ਆਰੋਹੇ। ਇਸ ਤਰ੍ਹਾਂ ਉਸ ਬੀਬੀ ਨੂੰ ਵਰ ਦਿੱਤਾ। ਉਹ ਪਰਿਵਾਰ ਤੇ ਕਿਰਪਾ ਕੀਤੀ। ਜੰਮਣ ਖੇੜੇ ਪਿੰਡ ਤੋਂ ਘੋੜੇ ਤੇ ਸਵਾਰ ਹੋ ਕੇ ਵਾਪਸ ਚੱਲ ਪਏ। ਡੇਰੇ ਵਿਖੇ ਆਨ ਕਰ ਸੋਹੇ। ਆਪਣੇ ਡੇਰੇ 'ਚ ਆ ਕੇ ਸੋਭਾ ਪਾਉਂਦੇ ਆ ਸਤਿਗੁਰੂ 10ਵੇਂ ਪਾਤਸ਼ਾਹ ਜੀ। ਇੱਕ ਦਿਨ ਸਤਿਗੁਰ ਕੇਰ ਹਜੂਰ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਸਾਧ ਸੰਗਤ ਜੀ 100 ਸਾਖੀ ਵਿੱਚ ਸਾਖੀ ਆਉਂਦੀ ਹੈ। ਇੱਕ ਦਿਨ 10ਵੇਂ ਪਾਤਸ਼ਾਹ ਦੇ ਹਜ਼ੂਰੀ ਵਿੱਚ ਰਾਗੀ ਕਰਤ ਕੀਰਤਨ ਰੂਰ। ਰਾਗੀ ਸਿੰਘ ਕੀਰਤਨ ਕਰ ਰਹੇ ਸਨ, ਬੜਾ ਸੋਹਣਾ ਕੀਰਤਨ ਕਰ ਰਹੇ ਸਨ। ਰਾਗਾਂ ਨੂੰ ਗਾ ਕੇ ਸੁਰ ਤਾਲ ਮਿਲਾ ਕੇ ਬੜੇ ਗੰਧਰਵ ਰਾਗੀ ਗਾ ਰਹੇ ਸਨ। ਜਿਸ ਤੇ ਬਹੁ ਬੈਰਾਗ ਉਪਾਵਤ। ਉਹ ਰਾਗੀ ਕੀਰਤਨ ਐਸਾ ਬੈਰਾਗ ਨਾਲ ਕਰਦੇ ਸੀ ਵੀ ਸੁਣ ਕੇ ਬੈਰਾਗ ਆ ਜਾਂਦਾ ਸੀ, ਦੁਨੀਆ ਝੂਠੀ ਲੱਗਣ ਲੱਗ ਜਾਂਦੀ ਸੀ। ਬੜੇ ਪ੍ਰੇਮ ਨਾਲ ਕੀਰਤਨ ਕਰਦੇ ਸੀ, ਬੈਰਾਗ ਨਾਲ ਕੀਰਤਨ ਕਰਦੇ ਸੀ। ਰਾਗੀ ਸਿੰਘ ਗੋਪੀ ਚੰਦ ਵਾਰ ਕੋ ਗਾਵਤ। ਤੇ ਉਹ ਅੱਜ ਕੀਰਤਨ ਕਰਦੇ ਉਹਨਾਂ ਨੇ ਗੋਪੀ ਚੰਦ ਦੀ ਵਾਰ ਗਾ ਦਿੱਤੀ।
ਗੋਪੀ ਚੰਦ ਭਰਤਰੀ ਜੀ ਦੇ ਭਾਣਜੇ ਹੋਏ ਆ ਜੋਗੀ। ਰਾਜਾ ਭਰਤਰੀ ਹੋਇਆ ਨਾ, ਉਜੈਨ ਦਾ ਰਾਜਾ ਹੋਇਆ, ਇੰਦੌਰ ਦੇ ਕੋਲ ਹੈ ਉਜੈਨ, ਅਵੰਤਿਕਾ ਨਗਰੀ। ਉੱਥੋਂ ਦਾ ਰਾਜਾ ਭਰਤਰੀ ਸੀ, ਉਹਦਾ ਭਾਣਜਾ ਗੋਪੀ ਚੰਦ। ਦੋਵੇਂ ਬਾਬੇ ਭਾਣਜੇ ਜੋਗੀ ਬਣ ਗਏ ਸਨ। ਬਾਬੇ ਭਾਣਜੇ ਦੋਵੇਂ ਹੀ, ਭਾਈ ਭਰਤਰੀ ਜੀ ਤੇ ਉਹਨਾਂ ਦੇ ਭਾਣਜੇ ਗੋਪੀ ਚੰਦ ਜੀ, ਬੜੇ ਸਿੱਧ ਪੁਰਸ਼ ਹੋਏ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਤੱਕ 1500 ਸਾਲ ਜਿਉਂਦੇ ਰਹੇ, ਉਡੀਕਦੇ ਰਹੇ ਵੀ ਸਾਨੂੰ ਗੁਰੂ ਨਾਨਕ ਦੇਵ ਜੀ ਮਿਲਣਗੇ ਤਾਂ ਸਾਡੀ ਮੁਕਤੀ ਹੋਵੇਗੀ। ਤੇ ਗੁਰੂ ਨਾਨਕ ਦੇਵ ਜੀ ਨੂੰ ਮਿਲ ਕੇ ਇਹਨਾਂ ਦੀ ਮੁਕਤੀ ਹੋਈ ਹੈ। ਭਰਤਰੀ ਚੰਦ ਤੇ ਗੋਪੀ ਚੰਦ ਦੀਆਂ ਵਾਰਾਂ ਲੋਕ ਗਾਇਆ ਕਰਦੇ ਸੀ, ਹੁਣ ਵੀ ਲੋਕ ਕਈ ਗਾਉਂਦੇ ਆ। ਅੱਜ ਰਾਗੀਆਂ ਦੇ ਮਨ 'ਚ ਆਇਆ, ਉਹਨਾਂ ਨੇ ਗੋਪੀ ਚੰਦ ਦੀ ਵਾਰ ਲਾ ਦਿੱਤੀ। ਸੁਣੈ ਖਾਲਸਾ ਕਰ ਕਰ ਪ੍ਰੀਤ। ਖਾਲਸਾ ਦੀਵਾਨ ਸਜਿਆ ਸੀ, ਸਿੰਘ ਪ੍ਰੇਮ ਨਾਲ ਸੁਣ ਰਹੇ ਸਨ। ਰਾਗੀ ਰੀਝ ਰੀਝ ਕੇ ਗਾਉਂਦੇ ਸਨ ਤੇ ਸਿੰਘ ਸੁਣਦੇ ਸਨ। ਖੁਸ਼ੀ ਵਿਸਾਲ ਧਾਰ ਤੇ ਚੀਤ। ਬੜੀਆਂ ਭਾਰੀਆਂ ਖੁਸ਼ੀਆਂ ਬਖਸ਼ਿਸ਼ਾਂ ਜਿਹੜੀਆਂ ਉੱਥੇ ਵਰਤ ਰਹੀਆਂ ਸਨ। ਸਮੈ ਪ੍ਰਾਤ ਕੇ ਮਨ ਟਿਕ ਗਏ। ਅੰਮ੍ਰਿਤ ਵੇਲਾ ਸੀਗਾ, ਸਾਰਿਆਂ ਦੇ ਮਨ ਟਿਕ। ਸਾਧ ਸੰਗਤ ਜੀ, ਹੁਣ ਤੇ ਆਪਾਂ 9 ਵਜੇ ਤੱਕ ਸੁੱਤੇ ਨਹੀਂ ਉੱਠਦੇ। ਪੁਰਾਤਨ ਸਮੇਂ ਸਵੇਰੇ ਆਸਾ ਦੀ ਵਾਰ ਦਾ ਕੀਰਤਨ ਹੁੰਦਾ ਸੀ, ਗੁਰਦੁਆਰੇ ਜਾਣਾ, ਸਵੇਰੇ ਕੀਰਤਨ ਸੁਣਨਾ, ਮਨ ਟਿਕ ਜਾਂਦਾ ਹੈ। ਹਾਂਜੀ, ਸੁਨ ਸੁਨ ਪ੍ਰੇਮ ਸਭਨ ਕੇ ਭਏ। ਸਾਰਿਆਂ ਦੇ ਮਨ 'ਚ ਪ੍ਰੇਮ ਪੈਦਾ ਹੋਇਆ ਹੈ। ਸ਼ਬਦ ਸਾਜ਼ ਅਰ ਕੰਠ ਮਿਲੇ ਹੈ। ਸ਼ਬਦ ਦਾ ਤੇ ਸਾਜ਼ਾਂ ਦਾ ਤੇ ਕੰਠ ਦਾ ਮੇਲ ਹੋ ਗਿਆ, ਸੁਰ ਤੇ ਤਾਲ ਮਿਲ ਗਏ। ਢੋਲਕੀ ਵਜਾਉਣ ਵਾਲਾ, ਤਬਲਾ ਵਜਾਉਣ ਵਾਲਾ, ਬਿਰਦੰਗ ਵਜਾਉਣ ਵਾਲਾ ਤਾਲ ਦੇ ਰਿਹਾ, ਰਬਾਬ ਵਾਲਾ, ਤਸਰਦੇ ਵਾਲਾ ਉਹ ਸੁਰ ਦੇ ਰਿਹਾ। ਤੇ ਬੜੇ ਬਰੀਕ ਸੋਹਣੇ ਗਲੇ ਦੇ ਨਾਲ ਰਾਗੀ ਸਿੰਘ ਗਾ ਰਹੇ ਨੇ ਕੀਰਤਨ। ਗੋਪੀ ਚੰਦ ਦੀ ਵਾਰ ਗਾਈ ਹੈ। ਵਸਿਓ ਰਾਗ ਜੁਤ ਤਾਲ ਭਲੇ ਹੈ। ਬੜੇ ਰਾਗਾਂ ਵਿੱਚ ਸੁਰ ਤਾਲ ਦੇ ਨਾਲ ਗਾਇਆ, ਚੰਗੇ ਜੁੜ ਕੇ ਗਾਇਆ ਰਾਗੀਆਂ ਨੇ। ਜਬਹਿ ਭੋਗ ਪਾਇਓ ਕਰ ਨਮੋ। ਜਦੋਂ ਰਾਗੀਆਂ ਨੇ ਭੋਗ ਪਾ ਦਿੱਤਾ ਤੇ ਨਮਸਕਾਰ ਕੀਤੀ, ਸਿੱਖ ਇਕਾਗੀ ਸੁਨ ਤਿਹ ਸਮੋ। ਤਾਂ ਜਦੋਂ ਸਿੰਘਾਂ ਨੇ ਸੁਣਿਆ ਇਹ ਕੀਰਤਨ, ਹਿਰਦੈ ਪ੍ਰਤੀਤ ਨਾ ਬਿਨ ਗੁਰਬਾਣੀ। ਕਿਉਂਕਿ ਉਹ ਸਿੰਘ ਬੜੇ ਗੁਰਬਾਣੀ ਤੇ ਭਰੋਸਾ ਕਰਨ ਵਾਲੇ ਸਨ। ਗੁਰਬਾਣੀ ਤੋਂ ਬਿਨਾਂ ਹੋਰ ਕੋਈ ਕੱਚੀ ਬਾਣੀ ਸੁਣਦੇ ਨਹੀਂ ਸਨ। ਆਖੋ ਸ੍ਰੀ ਵਾਹਿਗੁਰੂ। ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ। ਬਾਣੀ ਤਾਂ ਕੱਚੀ, ਸਤਿਗੁਰੂ ਬਾਝੋ ਹੋਰ ਕੱਚੀ ਬਾਣੀ। ਕਹਿੰਦੇ ਕੱਚੇ, ਸੁਣਦੇ ਕੱਚੇ, ਕੱਚੀ ਆਖ ਵਖਾਣੀ। ਉਹ ਗੁਰਬਾਣੀ ਤੋਂ ਬਿਨਾਂ ਹੋਰ ਕੁਝ ਪਸੰਦ ਨਹੀਂ ਸੀ ਕਰਦੇ। ਸੁਨਹਿ ਪਠਹਿ ਨਹਿ ਅਪਰ ਬਖਾਨੀ। ਕਿਸੇ ਹੋਰ ਦੀ ਬਾਣੀ ਨਹੀਂ ਸੀ ਪੜ੍ਹਦੇ, ਕਿਸੇ ਹੋਰ ਦੀ ਬਾਣੀ ਸੁਣਦੇ ਨਹੀਂ ਸੀ। ਗੁਰਬਾਣੀ ਪੜ੍ਹਦੇ ਸੀ ਤੇ ਗੁਰਬਾਣੀ ਸੁਣਦੇ ਸੀ। ਸੋ ਉੱਠ ਕੇ ਕਰ ਜੋਰ ਉਚੇਰੇ। ਉਹ ਜਿਹੜੇ ਸਿੰਘ ਸਨ ਬਾਣੀ ਦੇ ਬੜੇ ਦ੍ਰਿੜਤਾ ਵਾਲੇ ਪੱਕੇ ਸਿੰਘ, ਉਹਨਾਂ ਨੇ ਹੱਥ ਜੋੜ ਕੇ ਮਹਾਰਾਜ 10ਵੇਂ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕੀਤੀ। ਬੋਲਿਓ ਕਰਨਾ ਸਿੰਧ ਅਗੇਰੇ। ਸਤਿਗੁਰੂ ਕਲਗੀਧਰ ਜੀ ਦੇ ਸਨਮੁਖ ਬੇਨਤੀ ਕਰਦੇ ਸਿੰਘ। ਸੁਣੀਐ ਪ੍ਰਭੂ ਜੀ ਮੋਰ ਪੁਕਾਰ। ਕਹਿੰਦੇ ਹੈ ਸਤਿਗੁਰੂ ਜੀ। ਉਹ ਸਿੰਘ ਬੋਲਿਆ, ਮਹਾਰਾਜ ਮੇਰੀ ਬੇਨਤੀ ਸੁਣੋ। ਰਾਗੀ ਗਏ ਸਿਦਕ ਕੇ ਹਾਰ। ਮਹਾਰਾਜ ਲੱਗਦਾ ਅੱਜ ਰਾਗੀਆਂ ਦਾ ਸਿਦਕ ਭਰੋਸਾ ਗੁਰਬਾਣੀ ਤੋਂ ਟੁੱਟ ਗਿਆ ਹੈ। ਅੱਜ ਇਹਨਾਂ ਨੇ ਗੁਰਬਾਣੀ ਛੱਡ ਕੇ ਤੇ ਗੋਪੀ ਚੰਦ ਦੀਆਂ ਵਾਰਾਂ ਸੁਣਾਉਣੀ ਸ਼ੁਰੂ ਕਰਤੀਆਂ। ਗੁਰਬਾਣੀ ਦਾ ਖਜ਼ਾਨਾ ਥੋੜ੍ਹਾ, ਜਿਹੜਾ ਗੁਰਬਾਣੀ ਛੱਡ ਕੇ ਤੇ ਰਾਗੀਆਂ ਨੇ ਕਿੱਸਾ ਗੋਪੀ ਚੰਦ ਦਾ ਸੁਣਾਇਆ ਹੈ। ਤਜ ਸਤਿਗੁਰ ਬਾਣੀ ਇਸ ਬੇਰਾ। ਗੁਰੂ ਦੀ ਬਾਣੀ ਛੱਡ ਕੇ ਗਾਇਓ ਗੋਪੀ ਚੰਦ ਕੋ ਝੇਰਾ। ਤੇ ਗੋਪੀ ਚੰਦ ਦਾ ਝਗੜਾ ਛੇੜ ਕੇ ਬਹਿ ਗਏ, ਉਹਦਾ ਕਿੱਸਾ ਸੁਣਾਉਣ ਲੱਗ ਪਏ। ਹੈਂ, ਸਾਡੇ ਗੁਰੂ ਦੀ ਬਾਣੀ ਥੋੜ੍ਹੀ ਹੈ ਮਹਾਰਾਜ ਜੀ। ਐਡਾ ਖਜ਼ਾਨਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਦਸਮ ਦੀ ਬਾਣੀ, ਸਰਵਲੋ ਦੀ ਬਾਣੀ, ਭਾਈ ਗੁਰਦਾਸ ਦੀ ਬਾਣੀ, ਕਿੰਨਾ ਖਜ਼ਾਨਾ ਹੈ। ਉਹਦੇ ਵਿੱਚੋਂ ਪੜ੍ਹੋ। ਇਹ ਗੋਪੀ ਚੰਦ ਦਾ ਕਿੱਸਾ ਕਿਉਂ ਸੁਣਾਇਆ ਇਹਨਾਂ ਰਾਗੀਆਂ ਨੇ? ਅੰਮ੍ਰਿਤ ਵੇਲੇ ਉਠਤ ਅਰੰਭਾ। ਔਰ ਸਵੇਰੇ ਅੰਮ੍ਰਿਤ ਵੇਲੇ ਆਸਾ ਦੀ ਵਾਰ ਦੇ ਵਿੱਚ ਹੀ
ਗੋਪੀ ਚੰਦ ਦੀ ਵਾਰ ਲਾ ਦਿੱਤੀ ਹੈ। ਸੁਨ ਮੇਰੇ ਮਨ ਭਇਓ ਅਚੰਬਾ। ਉਹ ਸਿੰਘ ਕਹਿੰਦਾ ਮਹਾਰਾਜ ਮੇਰੇ ਮਨ 'ਚ ਹੈਰਾਨੀ ਹੋਈ ਹੈ, ਮੇਰਾ ਮਨ ਜਿਹੜਾ ਹੈ ਨਾ ਉਹ ਟਿਕਿਆ ਨਹੀਂ, ਕਿਉਂਕਿ ਅਸੀਂ ਤਾਂ ਇਹ ਜਾਣਦੇ ਹਾਂ ਵੀ ਗੁਰਬਾਣੀ ਪੜ੍ਹਨੀ ਚਾਹੀਦੀ ਹੈ, ਹੋਰ ਕੱਚੀ ਬਾਣੀ ਨਹੀਂ ਪੜ੍ਹਨੀ ਚਾਹੀਦੀ, ਪਰ ਇਹ ਗੋਪੀ ਚੰਦ ਦੀ ਵਾਰ ਪੜ੍ਹੀ ਜਾਂਦੇ ਆ। ਹਾਂਜੀ, ਗੁਰੂ ਸ਼ਬਦ ਬਿਨ ਬਾਣੀ ਕਾਚੀ। ਗੁਰਬਾਣੀ ਤੋਂ ਬਿਨਾਂ ਕੱਚੀ ਬਾਣੀ ਹੈ, ਉਹ ਨਹੀਂ ਪੜ੍ਹਨੀ ਚਾਹੀਦੀ। ਸ੍ਰੀ ਗ੍ਰੰਥ ਮਹਿ ਏਵ ਉਬਾਚੀ। ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੋਇਆ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ। ਬਾਣੀ ਤਾਂ ਕੱਚੀ, ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਹਾਂਜੀ, ਜਾਨ ਬੂਝ ਇਨ ਤਿਆਗਨ ਠਾਨੀ। ਇਹਨਾਂ ਰਾਗੀਆਂ ਨੇ ਜਾਣ ਬੁੱਝ ਕੇ ਬਾਣੀ ਛੱਡ ਦਿੱਤੀ ਹੈ। ਇੰਨੀ ਬਾਣੀ ਹੈ, ਆਸਾ ਦੀ ਵਾਰ ਹੈ, ਹੋਰ ਸ਼ਬਦ ਗੁਰੂ ਗ੍ਰੰਥ ਸਾਹਿਬ ਜਿੰਨੇ ਮਰਜ਼ੀ ਪੜ੍ਹੀ ਜਾਂਦੇ, ਇਹ ਛੱਡ ਕੇ ਤੇ ਗੋਪੀ ਚੰਦ ਦਾ ਕਿੱਸਾ ਸੁਣਾਉਣ ਲੱਗ ਪਏ ਆ। ਹਾਂਜੀ, ਵੇਲਾ ਕੀਰਤਨ ਕੇ ਗੁਰਬਾਣੀ। ਗੁਰਬਾਣੀ ਦਾ ਕੀਰਤਨ ਦਾ ਟਾਈਮ ਸੀ, ਅੰਮ੍ਰਿਤ ਵੇਲਾ, ਸੱਚ ਨਾਮ, ਵਡਿਆਈ ਵਿਚਾਰ, ਤੇ ਇਹ ਗੋਪੀ ਚੰਦ ਦੀਆਂ ਵਡਿਆਈਆਂ ਕਰਨ ਲੱਗ ਪਏ। ਕਿਉਂ ਇਸ ਸਮੇਂ ਗਾਨ ਕੀ ਆਨਾ। ਇਹਨਾਂ ਨੇ ਹੋਰ ਗੁਰਬਾਣੀ ਛੱਡ ਕੇ ਹੋਰ ਕਿਉਂ ਗਾਇਆ, ਗੋਪੀ ਚੰਦ ਦੀ ਵਾਰ ਕਿਉਂ ਗਾਈ ਹੈ, ਇਹਨਾਂ ਨੂੰ ਪੁੱਛੋ ਮਹਾਰਾਜ। ਸੁਨ ਕਲਗੀਧਰ ਬਾਕ ਬਖਾਨਾ। ਸਿੰਘ ਦਾ ਇਹ ਬਚਨ ਸੁਣਿਆ, 10ਵੇਂ ਪਾਤਸ਼ਾਹ ਹੱਸ ਪਏ, ਕਹਿਣ ਲੱਗੇ ਭਾਈ ਸਾਈਂ ਲੋਕਾ ਸੁਣਿਆ ਹੈ। ਮਹਾਰਾਜ ਕਹਿੰਦੇ ਭਾਈ ਸਾਈਂ ਲੋਕਾ ਸੁਣੀਐ। ਮਹਾਰਾਜ ਕਹਿੰਦੇ ਉਹ ਭਲੇ ਲੋਕਾ, ਸਾਈਂ ਲੋਕਾ, ਸਾਈਂ ਲੋਕ ਦਾ ਭਲਾ ਮਾਨਸ। ਮਹਾਰਾਜ ਕਹਿੰਦੇ ਉਹ ਭਲੇ ਲੋਕਾ ਸੁਣ। ਗੁਰ ਅਰ ਸਿੱਖ ਮੈਂ ਭੇਵ ਨਾ ਜਨਿਆ ਹੈ। ਗੁਰੂ ਤੇ ਸਿੱਖ 'ਚ ਫਰਕ ਨਹੀਂ ਸਮਝੀਦਾ ਹੁੰਦਾ। ਗੁਰੂ ਤੇ ਸਿੱਖ ਇੱਕੋ ਹੀ ਹੁੰਦੇ ਨੇ। ਗੁਰੂ ਸਿੱਖ, ਸਿੱਖ ਗੁਰੂ ਹੈ ਇੱਕੋ। ਗੁਰੂ ਉਪਦੇਸ਼ ਚਲਾਏ। ਜਿਹੜਾ ਗੁਰੂ ਹੈ ਤੇ ਸਿੱਖ ਹੈ, ਇਹ ਇੱਕੋ ਹੀ ਜੋਤ ਹੈ। ਆਪੇ ਗੁਰ ਚੇਲਾ ਹੈ, ਆਪੇ ਹਰ ਪ੍ਰਭ ਚੋਜ ਵਿਡਾਣੀ। ਪਰਮੇਸ਼ਰ ਆਪ ਹੀ ਗੁਰੂ ਬਣਿਆ ਹੁੰਦਾ, ਆਪ ਹੀ ਚੇਲਾ ਬਣਿਆ ਹੁੰਦਾ। ਇਸ ਕਰਕੇ ਗੁਰੂ ਦਾ ਸਿੱਖ, ਗੁਰੂ ਦਾ ਜਿਵੇਂ ਪਿਓ ਦਾ ਪੁੱਤਰ ਦਾ ਕੋਈ ਫਰਕ ਨਹੀਂ ਹੁੰਦਾ। ਵਿਦਵਾਨਾਂ 'ਚ ਲਿਖਿਆ ਹੈ, ਵਿਦਵਾਨਾਂ ਦੇ ਗ੍ਰੰਥਾਂ ਵਿੱਚ, ਵੀ ਪਿਓ ਦਾ ਬਦਲਿਆ ਹੋਇਆ ਨਵਾਂ ਸਰੂਪ ਹੁੰਦਾ ਪੁੱਤਰ। ਪਿਓ ਦਾ, ਕਿਉਂਕਿ ਸਰੀਰ ਪੁਰਾਣਾ ਹੋ ਗਿਆ, ਉਹਦੇ ਵਿੱਚੋਂ ਪੁੱਤਰ ਨਵਾਂ ਪੈਦਾ ਹੋ ਗਿਆ। ਉਹ ਸਦਾ ਇਸ ਤਰ੍ਹਾਂ ਹੀ ਚੱਲੀ ਆ ਰਹੀ ਹੈ ਦੁਨੀਆ। ਇੱਦਾਂ ਗੁਰੂ ਦਾ ਸਰੀਰ, ਗੁਰੂ ਦਾ ਗਿਆਨ ਸਿੱਖ ਦੇ ਸਰੀਰ 'ਚ ਪ੍ਰਵੇਸ਼ ਕਰ ਜਾਂਦਾ, ਉਹ ਵੀ ਗੁਰੂ ਦਾ ਹੀ ਰੂਪ ਬਣ ਜਾਂਦਾ। ਜਿਵੇਂ ਪਿਓ ਆਪਣੇ ਪੁੱਤਰ ਦਾ, ਪੁੱਤਰ ਆਪਣੇ ਪਿਓ ਦਾ ਹੀ ਰੂਪ ਹੁੰਦਾ, ਇਵੇਂ ਸਿੱਖ ਆਪਣੇ ਗੁਰੂ ਦਾ ਹੀ ਰੂਪ ਹੁੰਦਾ। ਹਾਂਜੀ, ਸਿੱਖ ਸੇਵਕ ਸਭ ਭਗਤ ਵਿਸਾਲੇ। ਜਿਹੜੇ ਸਿੱਖ ਸੇਵਕ ਭਗਤ ਪਰਮਾਤਮਾ ਦੇ ਹਨ, ਸਾਸ ਸਾਸ ਕਰਤਾਰ ਸੰਭਾਲੇ। ਜਿਹੜੇ ਵਾਹਿਗੁਰੂ 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 ਕਰਤੇ ਨੂੰ ਸਵਾਸ ਸਵਾਸ ਚੇਤੇ ਕਰਦੇ, ਹਰ ਵੇਲੇ ਪਰਮਾਤਮਾ ਦਾ ਨਾਮ ਜਪਦੇ। ਤਦਬ ਸਿੱਖਾ ਸਿੱਖੀ ਦੂਰ। ਮਹਾਰਾਜ ਕਹਿੰਦੇ ਭਾਈ ਸਿੱਖਾ, ਸਿੱਖੀ ਅਜੇ ਬੜੀ ਦੂਰ ਹੈ। ਇਹ ਨਾ ਸਮਝ ਮੈਂ ਸਿੱਖ ਬਣ ਗਿਆ, ਮੈਂ ਕਿਰਪਾਨ ਪਾ ਲਈ, ਮੈਂ ਦਾੜਾ ਕੇਸ ਰੱਖ ਲਿਆ, ਮੈਂ ਬਾਣਾ ਪਾ ਲਿਆ, ਜਾਂ ਮੈਂ ਪਾਠ ਕਰਨ ਲੱਗ ਪਿਆ, ਜਾਂ ਮੈਂ ਨਿਤਨੇਮੀ ਬਣ ਗਿਆ, ਜਾਂ ਮੈਨੂੰ ਗੁਰੂ ਦੀ ਕਿਰਪਾ ਤੋਂ ਬਿਨਾਂ ਸਿੱਖੀ ਨਹੀਂ ਜੇ ਮਿਲਦੀ। ਆਖੋ ਸ੍ਰੀ ਵਾਹਿਗੁਰੂ। ਗੁਰ ਕਿਰਪਾ ਜੇ ਨਰ ਕੋ ਕੀਨੀ, ਤੇ ਇਹ ਜੁਗਤ ਪਛਾਨੀ। ਨਾਨਕ ਲੀਨ ਭਇਓ ਗੋਬਿੰਦ ਸਿਓ, ਜਿਉ ਪਾਣੀ ਸੰਗ ਪਾਣੀ। ਹਾਂਜੀ, ਗੋਪੀ ਚੰਦ ਧਨ ਬੈਰਾਗੀ। ਮਹਾਰਾਜ ਕਹਿੰਦੇ ਗੋਪੀ ਚੰਦ ਜਿਹਦੀ ਵਾਰ ਗਾਈ ਹੈ ਨਾ ਰਾਗੀਆਂ ਨੇ, ਤੇ ਤੂੰ ਇਤਰਾਜ਼ ਕੀਤਾ, ਤੈਨੂੰ ਲੱਗਾ ਵੀ ਕੱਚੀ ਬਾਣੀ ਗਾਤੀ ਹੈ। ਉਹ ਮਹਾਂਪੁਰਸ਼ ਸੀਗਾ। ਆਖੋ ਸ੍ਰੀ ਵਾਹਿਗੁਰੂ। ਗੋਪੀ ਚੰਦ ਧਨ ਬੈਰਾਗੀ। ਇੱਕ ਕਿੱਲਾ ਜ਼ਮੀਨ ਹੋਵੇ ਬੰਦੇ ਕੋਲ, ਉਹ ਨਹੀਂ ਛੱਡੀ ਜਾਂਦੀ, ਉਹਨੇ ਰਾਜ ਛੱਡ ਦਿੱਤਾ। ਹਾਂਜੀ, 14 ਸਹਿ ਰਾਣੀ ਜਿਨ ਤਿਆਗੀ। ਤੇ 1400 ਰਾਣੀਆਂ ਸੀ ਉਹਦੇ ਕੋਲ। 1400 ਰਾਣੀਆਂ, ਇੱਕ ਦੋ ਨਹੀਂ, 1400। ਇੱਕ ਕਿਲਾ, ਇਤਨਾ ਸੁੰਦਰ ਰੂਪ ਸੀ ਉਹਨਾਂ ਰਾਣੀਆਂ ਦਾ, ਗੋਪੀ ਚੰਦ ਦੀਆਂ ਰਾਣੀਆਂ।
1400 ਰਾਣੀਆਂ ਛੱਡ ਕੇ ਗਿਆ ਸੀ ਗੋਪੀ ਚੰਦ ਬਣਿਆ ਸੀ। ਹਾਂਜੀ ਦੀਰਘ ਰਾਜ ਮੋਹ ਜੋ ਮਨ ਕਾ। ਆਹ ਵੱਡਾ ਸਾਰਾ ਰਾਜ ਸੀ, 1400 ਰਾਣੀਆਂ ਸੀ, ਫੌਜਾਂ ਦਾ, ਕਿਲਿਆਂ ਦਾ, ਪੈਸੇ ਦਾ, ਸੋਨੇ ਦਾ, ਚਾਂਦੀ ਦਾ, ਹੀਰੇ ਮੋਤੀਆਂ ਦਾ ਕੋਈ ਅੰਤ ਨਹੀਂ ਸੀ। ਬੜਾ ਵੱਡਾ ਰਾਜਾ ਸੀ ਗੋਪੀ ਚੰਦ, ਪਰ ਮਨ ਦਾ ਮੋਹ ਟੁੱਟ ਗਿਆ। ਮਨ ਦਾ ਮੋਹ ਤੋੜਨਾ ਬੜੀ ਔਖੀ ਗੱਲ ਹੈ ਭਾਈ ਸਿੱਖਾ। ਹਾਂਜੀ ਦੁਰਤ ਤੋਰ ਡਾਰਿਓ। ਫਿਰ ਬਾਅਦ 'ਚ ਗੁਰੂ ਨਾਨਕ ਦੇਵ ਦਾ ਚੇਲਾ ਬਣਿਆ ਸੀ। ਪਹਿਲਾਂ ਗੁਰੂ ਗੋਰਖਨਾਥ ਜੀ ਦਾ ਚੇਲਾ ਸੀ ਗੋਪੀ ਚੰਦ। ਕਹਿੰਦੇ ਮੋਹ ਤਿਆਗਤਾ, ਸਭ ਚੀਜ਼ਾਂ ਦਾ ਮੋਹ ਤਿਆਗ ਦਿੱਤਾ। ਹਾਂਜੀ ਉਦਰਿਓ ਗੋਰਖ ਕੇ ਪਗ ਲਾਗਿਓ। ਬਾਬਾ ਜੀ ਗੋਰਖਨਾਥ ਜੀ ਮਹਾਰਾਜ ਹੋਏ ਨੇ ਜੋਗੀਆਂ ਦੇ ਗੁਰੂ, ਉਹਨਾਂ ਦਾ ਸੇਵਕ ਬਣ ਕੇ ਇਹ ਸੰਸਾਰ ਤੋਂ ਪਾਰ ਲੰਘ ਗਿਆ ਸੀ। ਹਾਂਜੀ ਗੱਜ ਬਾਜੀ ਧਨ ਸੇਵਕਾ ਸਿਅੰਦਨ। ਹਾਥੀ, ਘੋੜੇ, ਪਾਲਕੀਆਂ, ਰੱਥ, ਬੜੇ ਬੜੇ ਵੱਡੇ ਸਾਜੋ ਸਮਾਨਾਂ ਦਾ ਮਾਲਕ ਸੀ ਉਹ ਰਾਜਾ ਜੋ ਸੀਗਾ ਗੋਪੀ ਚੰਦ। ਸੁੰਦਰ ਚੰਦਰ ਮੁਖੀ ਸਹਿ ਨੰਦਨ। ਜਿਵੇਂ ਚੰਦਰਮਾ ਦਾ ਸੋਹਣਾ ਰੂਪ ਹੈ ਨਾ, ਇਹੋ ਜਿਹੀਆਂ ਚੰਦ ਮੁਖੀਆਂ ਰਾਣੀਆਂ ਸਨ, 1400 ਰਾਣੀਆਂ। ਤੇ ਉਹਦੇ ਪੁੱਤਰ ਧੀਆਂ ਵੀ ਬੜੇ ਸੋਹਣੇ, ਕਿਉਂਕਿ ਜਿਹੋ ਜਿਹੀ ਮਾਂ ਸੋਹਣੀ ਉਹੋ ਜਿਹੇ ਸੋਹਣੇ ਪੁੱਤਰ ਜੰਮੇਗੀ। ਪੰਡਿਤ ਗੁਲਾਬ ਸਿੰਘ ਨੇ ਲਿਖਿਆ ਨਾ, ਕਹਿੰਦੇ ਆਪ ਸਮਾਨ ਜਨੇ ਸੁਤ ਸੁੰਦਰ, ਇਹ ਜਗ ਝੁੰਡਨ ਝੁੰਡ ਸੁਹਾਤੇ। ਮਾਵਾਂ ਸੋਹਣੀਆਂ ਤੇ ਸੋਹਣੇ ਪੁੱਤਰਾਂ ਨੂੰ ਜਨਮ ਦਿੰਦੀਆਂ। ਇਹ ਸੰਸਾਰ ਦੇ ਝੁੰਡਾਂ ਦੇ ਝੁੰਡ ਸੋਹਣਿਆਂ ਦੇ ਫਿਰਦੇ ਆ। ਸੁੰਦਰ ਰਾਣੀਆਂ ਸਨ, ਸੁੰਦਰ ਹੀ ਉਹਦੇ ਬੱਚੇ ਸਨ। ਤਜ ਕਰ ਨਹਿਨ ਸੰਭਾਰਨ ਕਰੇ। ਇੱਕ ਵਾਰੀ ਛੱਡ ਕੇ ਚਲਾ ਗਿਆ, ਮੁੜ ਕੇ ਪਰਤ ਕੇ ਨਹੀਂ ਦੇਖਿਆ ਰਾਣੀਆਂ ਵੱਲ। ਨਹੀਂ ਤੇ ਸਾਧ ਸੰਗਤ ਜੀ ਕਈ ਮੇਰੇ ਵਰਗੇ ਘਰੋਂ ਘਰ ਵਾਲੀ ਨਾਲ ਲੜ ਕੇ ਵੀ ਹੁਣ ਦੀ ਔਲਾ ਚਲੇ ਜਾਂਦੇ ਆ, ਅਨੰਦਪੁਰ ਸਾਹਿਬ ਚੱਲੀਏ, ਹਜ਼ੂਰ ਸਾਹਿਬ ਚੱਲੀਏ, ਅਜੇ ਅੱਧੇ ਰਸਤੇ 'ਚ ਹੁੰਦੇ ਆ, ਫਿਰ ਯਾਦ ਆਉਂਦੀ ਚੱਲ ਘਰ ਫੋਨ ਤੇ ਕਰ ਲਈਏ ਠੀਕ ਠਾਕ ਨੇ ਕਿ ਨਹੀਂ। ਧਿਆਨ ਪਿੱਛੇ ਹੀ ਰਹਿੰਦਾ, ਘਰ ਛੱਡਣਾ ਬੜਾ ਔਖਾ ਹੈ। ਗੋਪੀ ਚੰਦ ਨੇ, ਭਰਥਰੀ ਨੇ ਮੁੜ ਕੇ ਘਰ ਵੱਲ ਝਾਕਿਆ ਵੀ ਨਹੀਂ। ਦ੍ਰਿੜ ਬੈਰਾਗ ਹਿਰਦੇ ਮੋਹ ਧਰੇ। ਦ੍ਰਿੜ ਬੈਰਾਗ ਹੋ ਗਿਆ, ਸੰਸਾਰ ਲੱਗਾ ਐਵੇਂ ਹੀ ਝੂਠਾ ਹੈ, ਇਹ ਸੰਸਾਰ ਤੇ ਕੋਈ ਮੇਰਾ ਮਿੱਤਰ ਨਹੀਂ ਹੈ। ਇੱਥੋਂ ਅੱਜ ਨਹੀਂ ਤੇ ਕੱਲ੍ਹ ਜਾਣਾ ਹੀ ਜਾਣਾ ਹੈ। 1400 ਕੀ ਜੇ 14000 ਰਾਣੀਆਂ ਹੋਣਗੀਆਂ ਤਾਂ ਵੀ ਛੱਡ ਕੇ ਜਾਣੀਆਂ ਨੇ। ਆਖੋ ਸ੍ਰੀ ਵਾਹਿਗੁਰੂ। ਹਾਂਜੀ ਤੁਮ ਸਭ ਸਿੱਖ ਹਜ਼ੂਰ ਰਹੰਤੇ। ਮਹਾਰਾਜ ਸੱਚੇ ਪਾਤਸ਼ਾਹ ਕਲਗੀਧਰ ਜੀ ਬਚਨ ਕਹਿ ਰਹੇ ਨੇ ਉਸ ਸਿੱਖ ਨੂੰ ਜਿਹੜਾ ਕਹਿੰਦਾ ਸੀ ਗੋਪੀ ਚੰਦ ਦੀ ਵਾਰ ਕਿਉਂ ਪੜ੍ਹੀ ਹੈ ਰਾਗੀਆਂ ਨੇ। ਅੱਜ ਵੀ ਸਾਡੇ 'ਚ ਬੜੇ ਕੱਟੜ ਦੇ ਸਿੱਖ, ਉਹ ਸਾਧ ਸੰਗਤ ਜੀ ਕੋਈ ਕਿਸੇ ਰਿਸ਼ੀ ਮੁਨੀ ਦਾ ਨਾਂ ਲੈ ਦਈਏ, ਕਿਸੇ ਦੇਵੀ ਦੇਵਤਾ ਦਾ ਨਾਂ ਲੈ ਦਈਏ, ਕਿਸੇ ਗੋਪੀ ਚੰਦ ਭਰਥਰੀ ਦੀ ਕਥਾ ਕਹੀਏ, ਉਹ ਕਹਿੰਦੇ ਬਾਬਾ ਜੀ ਇਹ ਤਾਂ RSS ਵਾਲਿਆਂ ਦੀ ਕਥਾ, ਹੋਰ ਤਾਂ ਕੁਝ ਆਉਂਦਾ ਨਹੀਂ, ਇਹੀ ਸਲੋਕ ਠੋਕ ਦਿੰਦੇ ਹੈ। ਪਤਾ ਹੀ ਨਹੀਂ ਕਿੱਡੇ ਕਿੱਡੇ ਮਹਾਂਪੁਰਸ਼ਾਂ ਦੀ ਨਿੰਦਾ ਕਰ ਦਿੰਦੇ। ਉਹ ਕਹਿੰਦਾ ਜੀ ਗੋਪੀ ਚੰਦ ਦੀ ਵਾਰ ਕਿਉਂ ਸੁਣਾਈ ਲੱਗੀਆਂ ਨੇ। 10ਵੇਂ ਪਾਤਸ਼ਾਹ ਕਹਿੰਦੇ ਤੂੰ ਗੋਪੀ ਚੰਦ ਨੂੰ ਸਮਝਿਆ ਹੀ ਕੀ ਹੈ। ਗੋਪੀ ਚੰਦ ਤਿਆਗੀ ਸੀ, ਬੈਰਾਗੀ ਸੀ, ਜੋਗੀ ਸੀ। ਉਹਨੇ 1400 ਰਾਣੀਆਂ ਛੱਡੀਆਂ, ਉਹਨੇ ਹੀਰੇ ਮੋਤੀ ਸੋਨੇ ਚਾਂਦੀ ਛੱਡੇ, ਰਾਜ ਭਾਗ ਹਾਥੀ ਘੋੜੇ ਪਾਲਕੀਆਂ ਰੱਥ ਛੱਡੇ। ਮਹਾਰਾਜ ਕਹਿੰਦੇ ਤੇਰੇ ਵਰਗੇ ਸਿੱਖਾਂ ਨੂੰ ਵੀ ਜਾਣਦੇ ਅਸੀਂ, ਤੇਰੇ ਵਰਗੇ ਜਿਹੜੇ ਗੁਰੂ ਘਰ 'ਚ ਆ ਕੇ ਕੜਾਹ ਪ੍ਰਸ਼ਾਦ ਦੇ ਦੋਹਰੇ ਦੋਹਰੇ ਗੱਫੇ ਲਾਉਂਦੇ ਨੇ। ਹਾਂਜੀ ਅਤੇ ਬੜੇ ਸਿੱਖ ਹਾਂ ਅਸੀਂ, ਵੱਡੇ ਵੱਡੇ ਇੱਦਾਂ ਹੀ ਸ਼ੋਅ ਕਰਦੇ ਵੀ ਸਾਡੇ ਵਰਗਾ ਸਿੱਖ ਹੀ ਕੋਈ ਨਹੀਂ। ਹਾਂਜੀ ਮਨ ਆਪਣੇ ਕੋ ਨਹਿ ਥਿਰਿਅੰਤੇ। ਪਰ ਮਨ ਇੱਕ ਮਿੰਟ ਵੀ ਨਹੀਂ ਟਿਕਦਾ, ਮਨ ਸ਼ਾਂਤ ਨਹੀਂ ਹੁੰਦਾ, ਮਨ ਵਿਸ਼ਿਆਂ 'ਚ ਹੀ ਭੱਜਿਆ ਫਿਰਦਾ ਹੈ। ਘਰ ਮਹਿ ਨਾਰਕ ਸੁੰਦਰ ਕਾਣੀ। ਘਰ ਦੇ ਵਿੱਚ ਕੋਝੀ ਜੀ, ਕਾਣੀ ਜੀ, ਕਾਲੀ ਜੀ, ਭੈਗੀ ਜੀ ਘਰ ਵਾਲੀ ਹੁੰਦੀ ਹੈ, ਅਤੇ ਉਹਨੂੰ ਵੀ ਚਿੱਠੀਆਂ ਲਿਖੀ ਜਾਂਦੇ ਆ ਵੀ ਠੀਕ ਹੈ, ਰਾਜੀ ਹੈ। ਹਾਂਜੀ ਭਲੀ ਰਹਿਤ ਜਿਨ ਏਕ ਨਾ ਜਾਣੀ। ਹਾਂ, ਜਿਹੜੀ ਘਰ ਵਾਲੀ ਨੂੰ ਨਾ ਬਹਿਣਾ ਆਵੇ, ਨਾ ਖਲੋਣਾ ਆਵੇ, ਨਾ ਖਾਣਾ ਆਵੇ, ਨਾ ਪਕਾਉਣਾ ਆਵੇ, ਨਾ ਸੋਹਣੀ ਅਤੇ ਨਾ ਉਹਨੂੰ ਚੱਜ ਆਚਾਰ ਉਹਦਾ ਕੋਈ। ਹਾਂਜੀ
ਮਨ ਲਾਗਿਓ ਤਿਨ ਸੰਗ ਤੁਮਾਰੋ। ਮਹਾਰਾਜ ਕਹਿੰਦੇ ਤੇਰੇ ਵਰਗੇ ਸਿੱਖਾਂ ਨੂੰ ਵੀ ਜਾਣਦੇ ਆ। ਉਹਦੇ ਗੁਰਦੁਆਰੇ ਧਿਆਨ ਘਰ 'ਚ ਹੁੰਦਾ ਪਿੱਛੇ। ਜੇ 2-4 ਦਿਨ ਗੁਰੂ ਕੋਲ ਰਹਿਣਾ ਪਾ ਜਾਵੇ ਤੇ ਚਿੱਠੀਆਂ ਲਿਖਦੇ ਘਰ ਨੂੰ, ਠੀਕ ਹੈ ਤੂੰ, ਤੈਨੂੰ ਮੈਂ ਆ ਜਾਵਾਂਗਾ ਥੋੜ੍ਹੇ ਦਿਨਾਂ ਨੂੰ, ਮੈਨੂੰ ਕੰਮ ਹੈ ਗੁਰਦੁਆਰੇ, ਮੈਂ ਆ ਜਾਵਾਂਗਾ ਵਾਪਸ। ਧਿਆਨ ਫਿਰ ਘਰ 'ਚ ਹੀ ਹੁੰਦਾ। ਮਹਾਰਾਜ ਕਹਿੰਦੇ ਉਹਨੇ 1400 ਪਦਮਣੀਆਂ ਬੜੀਆਂ ਸੋਹਣੇ ਰੂਪ ਵਾਲੀਆਂ ਛੱਡੀਆਂ ਸੀ, ਤੇ ਤੁਸੀਂ ਕਾਲੀ ਕਰੂਟੀ ਨੂੰ ਨਹੀਂ ਛੱਡ ਸਕਦੇ, ਕਾਲੀ ਲੂੰਗੀ ਨੂੰ ਨਹੀਂ ਛੱਡ ਸਕਦੇ, ਲੂਲੀ ਲੰਗੜੀ ਨੂੰ ਨਹੀਂ ਛੱਡ ਸਕਦੇ। ਹਾਂਜੀ, ਗੁਰ ਘਰ ਤੇ ਧਨ ਲਹੋ ਵਿਚਾਰੋ। ਆ ਗੁਰੂ ਘਰ ਤੋਂ ਮਾਇਆ ਲੈਂਦੇ ਹੋ, ਗੁਰੂ ਘਰ ਤੋਂ ਧਨ ਲੈਂਦੇ ਹੋ, ਸੋ ਲੈ ਕਰ ਪਹੁੰਚੋ ਤਿਨ ਪਾਸ। ਤੇ ਉਹ ਪੈਸਾ ਲਿਜਾ ਕੇ ਉਹਨਾਂ ਕਾਣੀਆਂ ਲੂਲੀਆਂ ਲੰਗੜੀਆਂ ਜਨਾਨੀਆਂ ਨੂੰ ਦਿੰਦੇ ਹੋ। ਤੁਸੀਂ ਕੀ ਰੀਸ ਕਰ ਲਓਗੇ ਗੋਪੀ ਚੰਦ ਦੀ? ਉਹਨੇ ਰਾਜ ਭਾਗ ਛੱਡਿਆ, ਉਹਨੇ ਹੀਰੇ ਮੋਤੀ ਸੋਨਾ ਚਾਂਦੀ ਰਾਣੀਆਂ ਹਾਥੀ ਘੋੜੇ ਛੱਡੇ, ਸਭ ਕੁਝ ਛੱਡ ਕੇ ਰੱਬ ਦੇ ਰਾਹ 'ਤੇ ਤੁਰਿਆ। ਦੇਵਤਿਆਂ ਦਰਸ਼ਨ ਕੇ ਤਾਈ ਦੁਖ ਭੁਖ ਤੀਰਥ ਕੀਏ, ਜੋਗੀ ਜਤੀ ਜੁਗਤ ਮੈਂ ਰਹਤੇ ਕਰ ਕਰ ਭਗਵੇਂ ਭੇਸ ਪਏ, ਤਉ ਕਾਰਨ ਸਾਹਿਬਾ ਰੰਗ ਰਤੇ। ਵਾਹਿਗੁਰੂ ਦੇ ਵਾਸਤੇ ਕੀਤਾ ਸਾਰਾ ਕੁਝ। ਤੁਸੀਂ ਕੀ ਕਰਦੇ ਹੋ? ਤੁਸੀਂ ਗੁਰਦੁਆਰੇ ਦੀ ਮਾਇਆ ਜਾ ਕੇ ਆਪਣੀ ਘਰ ਵਾਲੀ ਨੂੰ ਦਿੰਦੇ ਹੋ। ਤੁਸੀਂ ਆਪਣੇ ਗੁਰਦੁਆਰੇ ਬੈਠੇ ਹੁੰਦੇ ਹੋ, ਪਾਠ ਕਰਦੇ, ਕੀਰਤਨ ਕਰਦੇ ਆਸਾ ਦੀ ਵਾਰ, ਅਤੇ ਤੁਹਾਡਾ ਧਿਆਨ ਘਰ ਵਾਲੀ ਘਰ 'ਚ ਹੀ ਹੁੰਦਾ ਵੀ ਘਰ ਬੱਚਿਆਂ ਨੂੰ ਆਹ ਲੈ ਕੇ ਦੇਣਾ, ਫਿਰ ਇੱਦਾਂ ਦਾ ਮਕਾਨ ਬਣਾਉਣਾ, ਇੱਦਾਂ ਦੀ ਗੱਡੀ ਲੈਣੀ ਹੈ। ਆਪਣੇ ਝਾਤੀ ਦੇ ਬਾਹਰੋਂ ਖੜੇ ਕਿੱਥੇ ਹੋ ਤੁਸੀਂ ਬੜੇ ਕੀ ਫਿਰਦੇ ਹੋ? ਕਹਿੰਦੇ ਸਿੱਖੋ ਤੁਸੀਂ, ਤੇ ਗੱਲਾਂ ਕਰਦੇ ਹੋ ਗੋਪੀ ਚੰਦ ਦੀਆਂ ਵੀ ਉਹਦੀ ਵਾਰ ਕਿਉਂ ਗਾ ਦਿੱਤੀ, ਉਹਦੇ ਵਰਗੇ ਬਣ ਕੇ ਤਾਂ ਵਿਖਾਓ ਜਰਾ। ਹਾਂਜੀ, ਕਰਵੇ ਚਾਹੋ ਬਿਲਾਸ ਆਵਾਸ। ਤੁਸੀਂ ਇਹੀ ਚਾਹੁੰਦੇ ਹੋ ਘਰ 'ਚ ਮੌਜਾਂ ਲਈਏ, ਘਰ ਵਾਲੀ ਵੀ ਰਵੇ, ਬੱਚੇ ਵੀ ਸੁਖੀ ਰਹਿਣ, ਕੋਠੀਆਂ ਕਾਰਾਂ ਬੰਗਲੇ ਹੋਣ, ਹਾਥੀ ਘੋੜੇ ਹੋਣ, ਸਾਡੀ ਜੈ ਜੈਕਾਰ। ਤੁਸੀਂ ਗੋਪੀ ਚੰਦ ਦੀ ਰੀਸ ਕਿਵੇਂ ਕਰੋਗੇ? ਤੁਸੀਂ ਆਪਣੇ ਅੰਦਰ ਝਾਤੀ ਮਾਰ ਕੇ ਦੇਖੋ ਵੀ ਗੋਪੀ ਚੰਦ ਨੇ ਦੁਨੀਆ ਤਿਆਗੀ। ਤੁਹਾਨੂੰ ਤਾਂ ਤਿਆਗ ਸ਼ਬਦ ਸੁਣਿਆ ਵੀ ਨਹੀਂ ਤੁਸੀਂ ਵੀ ਤਿਆਗ ਹੁੰਦਾ ਕੀ ਹੈ, ਉਸ ਤਿਆਗ ਦਾ ਸੁੱਖ ਕੀ ਹੁੰਦਾ, ਤਿਆਗ ਦਾ ਆਨੰਦ ਕੀ ਹੁੰਦਾ, ਉਹਦਾ ਸਵਾਦ ਕੀ ਹੁੰਦਾ, ਤੁਹਾਨੂੰ ਨਹੀਂ ਪਤਾ। ਅਤੇ ਤੁਸੀਂ ਉਸ ਤਿਆਗੀ ਮਹਾਂਪੁਰਸ਼ ਦੀ ਵਾਰ ਸੁਣ ਕੇ ਤੁਹਾਡੇ ਕੰਨਾਂ 'ਚ ਖੁਰਕ ਹੋਣ ਲੱਗ ਪਈ ਵੀ ਇਹ ਕਿਉਂ ਪੜ੍ਹਤੀ ਵਾਰ ਇਹਨਾਂ ਨੇ। ਹਾਂਜੀ, ਤੁਮ ਚਾਹਤ ਕਹੀਏ ਵਿਦ ਤੈਸੇ। ਤੁਸੀਂ ਤੁਮ ਚਾਹਤ ਕਹੀਏ ਬਿਦ ਤੈਸੇ। ਮਹਾਰਾਜ ਕਹਿੰਦੇ ਤੁਸੀਂ ਚਾਹਨਾ ਦੇ ਵਿੱਚ ਫਸੇ ਹੋਏ ਹੋ, ਅਤੇ ਤੁਸੀਂ ਉਹਦੀ ਰੀਸ ਕਿਵੇਂ ਕਰੋਗੇ? ਤੁਸੀਂ ਰੀਸ ਕਰਨੀ ਚਾਹੁੰਦੇ ਹੋ ਨਾ ਵੀ ਗੋਪੀ ਚੰਦ ਦੀ ਰੀਸ ਕਰ ਲਈਏ, ਪਰ ਦੱਸੋ ਕਿਵੇਂ ਕਰੋਗੇ? ਤੁਹਾਡਾ ਅਤੇ ਉਹਦਾ ਧਿਆਨ ਅਪੋਜਿਟ ਹੈ। ਤੁਸੀਂ ਤੁਰੇ ਹੋ ਘਰ ਵੱਲ, ਗੁਰਦੁਆਰੇ ਦਾ ਮਾਲ ਵੀ ਘਰ ਪਹੁੰਚਾ ਰਹੇ ਹੋ, ਅਤੇ ਉਹ ਘਰ ਦਾ ਸਭ ਕੁਝ ਛੱਡ ਕੇ ਗੁਰੂ ਵੱਲ ਹੋ ਪਿਆ। ਉਹਨੇ ਆਪਣਾ ਸਰੀਰ ਵੀ ਨਹੀਂ ਪਰਵਾਹ ਕੀਤੀ, ਆਪਣੀ ਇੱਜ਼ਤ ਦੀ ਪਰਵਾਹ ਨਹੀਂ ਕੀਤੀ। 1400 ਰਾਣੀਆਂ ਜਦੋਂ ਛੱਡੀਆਂ ਹੋਣਗੀਆਂ ਗੋਪੀ ਚੰਦ ਨੇ, ਉਹਨਾਂ ਰਾਣੀਆਂ ਨੇ ਕਿੰਨੇ ਵੈਣ ਪਾਏ ਹੋਣਗੇ, ਕਿੰਨੇ ਜਾਲ ਪਾਏ ਹੋਣਗੇ ਵੀ ਘਰ ਰਹਿ ਜਾਵੇ ਰਾਜਾ। ਨਹੀਂ, ਉਹਨੇ 1400 ਰਾਣੀਆਂ ਨੂੰ, ਸੋਨੇ ਚਾਂਦੀ ਨੂੰ, ਰਾਜ ਭਾਗ ਨੂੰ ਠੋਕਰ ਮਾਰ ਦਿੱਤੀ। ਉਹ ਮਹਾਂਪੁਰਸ਼ ਦੀ ਵਾਰ ਗਾਈ ਹੈ ਰਾਗੀਆਂ ਨੇ, ਅਤੇ ਤੂੰ ਕਿੰਤੂ ਕਰ ਰਿਹਾ ਵੀ ਕੱਚੀ ਬਾਣੀ ਗਾ ਦਿੱਤੀ ਹੈ। ਹਾਂਜੀ, ਜੋ ਬੈਰਾਗ ਗ੍ਰੰਥ ਸਾਹਿਬ ਚੁੱਕ ਕੇ ਲਈ ਆਉਂਦੇ ਆ, ਅਸੀਂ ਸਤਿਕਾਰ ਕਰਾਂਗੇ। ਜਿਨ੍ਹਾਂ ਨੇ ਘਰ 'ਚ ਇੰਨੇ ਸਾਲਾਂ ਦਾ ਰੱਖਿਆ ਉਹਨਾਂ ਨੂੰ ਸਤਿਕਾਰ ਨਹੀਂ ਆਉਂਦਾ। ਪਤਾ ਨਹੀਂ ਕੀ ਹੋ ਗਿਆ ਖਾਲਸਾ ਜੀ, ਅਸੀਂ ਇਕੱਲੇ ਹੀ ਗੁਰੂ ਘਰ ਦੇ ਮਾਲਕ ਬਣ ਕੇ ਬਹਿ ਗਏ। ਉਹ ਜਿਹੜੇ ਗੁਰੂ ਮਹਾਰਾਜ ਦੇ ਸਰੂਪ ਚੁੱਕ ਕੇ ਲਿਆਉਂਦੇ, ਸਾਡੇ ਵੀ ਅੰਬਾਲੇ ਵਿੱਚ ਇੱਕ ਵਾਰੀ ਲੈ ਆਏ, ਕਹਿੰਦੇ ਇਸ ਘਰ 'ਚ ਜਗ੍ਹਾ ਥੋੜ੍ਹੀ, ਅਸੀਂ ਨਹੀਂ ਰਹਿਣ ਦੇਣਾ ਮਹਾਰਾਜ ਦਾ ਘਰ। ਉਹ ਬਾਈ ਵਿਚਾਰੀ ਰੋਵੇ। ਅਸੀਂ ਰਾਤ ਨੂੰ ਜਾ ਕੇ 11 ਵਜੇ ਉਹਦਾ ਹਾਲ ਚਾਲ ਪੁੱਛਿਆ, ਉਹਦੇ ਬੱਚੇ ਰੋਣ, ਕਹਿੰਦੇ ਸਾਡੀ ਮਾਂ ਰੋਟੀ ਨਹੀਂ ਖਾਂਦੀ। ਉਹ ਬਾਈ ਨੂੰ ਪੁੱਛਿਆ, ਉਹ ਕਹਿੰਦੀ ਬਾਬਾ ਜੀ ਸਾਡੇ ਘਰ 60 ਸਾਲ ਹੋ ਗਏ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ, ਹਰ ਮਹੀਨੇ 2 ਮਹੀਨੇ ਬਾਅਦ ਮੈਂ ਭੋਗ ਪਾਉਂਦੀ ਹਾਂ ਬਾਬੇ ਦਾ, ਸਾਲ 'ਚ 6 ਪਾਠ ਕਰਦੀ, ਸਾਰਾ ਗੁਰੂ ਗ੍ਰੰਥ ਸਾਹਿਬ ਯਾਦ ਹੋਇਆ ਮੈਂ ਬਾਈ ਨੂੰ। ਅਤੇ ਜਿਹੜੇ ਲੈ ਗਏ, ਅਸੀਂ ਜਾ ਕੇ ਪ੍ਰਕਾਸ਼ ਕਰ ਆਏ ਵਾਪਸ ਦੁਬਾਰਾ।
ਜਦੋਂ ਸਵੇਰੇ ਇਕੱਠੇ ਹੋ ਕੇ ਆ ਗਏ, ਕਹਿੰਦੇ ਜੀ ਤੁਸੀਂ ਉੱਥੇ ਪ੍ਰਕਾਸ਼ ਕਿਉਂ ਕੀਤਾ? ਮੈਂ ਕਿਹਾ ਤੁਸੀਂ ਚੁੱਕਿਆ ਕਿਉਂ? ਕਹਿੰਦੇ ਕਮਰਾ ਛੋਟਾ ਸੀਗਾ। ਮੈਂ ਕਿਹਾ ਜੇ ਗਰੀਬ ਦੇ ਘਰ ਕਮਰਾ ਛੋਟਾ ਤੇ ਗੁਰੂ ਨਹੀਂ ਰਹਿ ਸਕਦਾ ਉੱਥੇ? ਇਹ ਗੁਰੂ ਮਹਿਲਾਂ 'ਚ ਹੀ ਰਹੇਗਾ, ਸੋਨੇ ਦੇ ਮਹਿਲਾਂ 'ਚ ਹੀ ਰਹੇਗਾ। ਗੁਰੂ ਦਾ ਝੁੱਗੀ 'ਚ ਵੀ ਰਹਿੰਦਾ, ਮਹਿਲਾਂ 'ਚ ਵੀ ਰਹਿੰਦਾ। ਕਿੱਧਰ ਦੀ ਸਾਡੀ ਸੋਚ ਹੋ ਗਈ। ਮੈਂ ਕਿਹਾ ਚਲੋ ਮੈਨੂੰ ਜਪਜੀ ਸਾਹਿਬ ਤੇ ਸੁਣਾਓ ਜਰਾ। ਜਪਜੀ ਸਾਹਿਬ ਦਾ ਕੀ ਮੂਲ ਮੰਤਰ ਵੀ ਨਹੀਂ ਸੁਣਾ ਸਕੇ। ਤੇ ਉਹ ਬੀਬੀ ਜਿਹੜੀ ਸਾਰਾ ਗੁਰੂ ਗ੍ਰੰਥ ਸਾਹਿਬ ਇਕੱਠ ਕਰੀ ਬੈਠੀ, ਸਿਰਫ ਛੋਟਾ ਮਕਾਨ ਹੈ ਤੇ ਉਹਦੇ ਘਰ ਬਾਬਾ ਨਹੀਂ ਰਹਿਣ ਦੇਣਾ। ਇਹ ਪਤਾ ਨਹੀਂ ਕਿਹੜੀ ਸਾਜ਼ਿਸ਼ ਹੋ ਰਹੀ ਹੈ। ਸਿੱਖਾਂ ਦੇ ਘਰਾਂ 'ਚੋਂ ਗੁਰੂ ਗ੍ਰੰਥ ਸਾਹਿਬ ਚੁੱਕ ਕੇ ਲਈ ਆਉਂਦੇ ਆ ਤੇ ਆਪਣੇ ਆਪ ਨੂੰ ਬੜੇ ਵੱਡੇ ਸਿੱਖ ਮੰਨਦੇ ਆ। ਖਾਲਸਾ ਜੀ ਮਹਾਰਾਜ ਕਹਿੰਦੇ ਨਹੀਂ, ਗੋਪੀ ਚੰਦ ਵਰਗੇ ਬਣ ਕੇ ਤਾਂ ਵੇਖੋ, ਉਹਦੇ ਅੰਦਰ ਦੀ ਭਾਵਨਾ ਤਾਂ ਵੇਖੋ। ਸਦਨਾ ਕਸਾਈ ਸੀ ਨਾ, ਬਾਣੀ ਆਉਂਦੀ ਗੁਰੂ ਗ੍ਰੰਥ ਸਾਹਿਬ 'ਚ, ਰੋਜ਼ ਬੱਕਰੇ ਵੱਢਦਾ ਸੀਗਾ। ਤੇ ਜਿਹੜੇ ਤੱਕੜੀ ਦੇ ਵੱਟੇ ਹੁੰਦੇ ਨਾ ਮੀਟ ਤੋਲਣ ਵਾਲੇ, ਉਹ ਪਤਾ ਕੀ ਸੀ? ਭਗਵਾਨ ਸਾਲਗ੍ਰਾਮ ਮੂਰਤੀ ਸੀ ਭਗਵਾਨ ਦੀ, ਉਹ ਪਾ ਕੇ ਉਹਦੇ ਨਾਲ ਮੀਟ ਤੋਲ ਕੇ ਵੇਚਦਾ ਸੀ। ਇੱਕ ਪੰਡਤ ਜੀ ਆ ਗਏ ਮੇਰੇ ਵਰਗੇ ਗਿਆਨੀ, ਉਹਨੇ ਰੌਲਾ ਪਾ ਲਿਆ, ਓਏ ਤੂੰ ਬੜਾ ਪਾਪ ਕਰਦਾ, ਤੂੰ ਤੇ ਭਗਵਾਨ ਨੂੰ ਮੀਟ ਦੇ ਨਾਲ ਤੋਲਦਾ, ਭਗਵਾਨ ਦੇ ਨਾਲ ਮੀਟ ਤੋਲ ਕੇ ਵੇਚਦਾ। ਉਹ ਕਹਿੰਦਾ ਮੈਨੂੰ ਤਾਂ ਪਤਾ ਨਹੀਂ ਜੀ ਕੀ ਹੈ, ਭਗਵਾਨ ਹੀ ਦਿਸਦਾ ਸਾਰੇ ਪਾਸੇ। ਉਹਨੂੰ ਤਾਂ ਮੀਟ 'ਚ ਵੀ ਰੱਬ ਦਿਸਦਾ ਸੀ, ਉਹਨੂੰ ਪੱਥਰ 'ਚ ਦਿਸਦਾ ਸੀ ਇਕੱਲੇ। ਉਹ ਕਹਿੰਦਾ ਨਹੀਂ ਮੈਂ ਨਹੀਂ ਤੇਰੇ ਕੋਲ ਰਹਿਣ ਦੇਣਾ, ਮੈਂ ਤਾਂ ਲੈ ਜਾਣਾ ਤੇਰੇ ਕੋਲ। ਜਿਵੇਂ ਅਸੀਂ ਗੁਰੂ ਗ੍ਰੰਥ ਸਾਹਿਬ ਚੁੱਕ ਕੇ ਲਿਆ ਰਹੇ ਨਾ, ਉਦੋਂ ਵੀ ਸੀਗੇ ਇੱਦਾਂ ਦੇ ਲੋਕ। ਉਹ ਸਦਨੇ ਦੇ ਕੋਲੋਂ ਪੱਥਰ ਭਗਵਾਨ ਦਾ ਜਿਹੜਾ ਮੂਰਤੀ ਸੀ ਨਾ, ਉਹ ਲੈ ਗਿਆ। ਇਸ਼ਨਾਨ ਸ਼ੁਰੂ ਕਰਾਇਆ ਗੰਗਾ ਜਲ ਨਾਲ, ਬੜਾ ਧੂਪ ਬੱਤੀ ਕੀਤੀ। ਭਗਵਾਨ ਜੀ ਬੜਾ ਮਾੜਾ ਹੋਇਆ, ਤੁਸੀਂ ਇੰਨਾ ਚਿਰ ਮੀਟ ਦੀ ਦੁਕਾਨ 'ਤੇ ਰਹੇ, ਪਾਪ ਹੋ ਗਿਆ, ਹਰੇ 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 ਹਰੇ, ਬੜਾ ਕੁਝ ਕੀਤਾ। ਤੇ ਹੁਣ ਭਗਵਾਨ ਜਿਹੜਾ ਨਾ ਰੋ ਪਿਆ। ਭਗਵਾਨ ਕਹਿੰਦਾ ਤੂੰ ਬੜਾ ਪਾਪ ਕੀਤਾ। ਉਹ ਜਦੋਂ ਸਦਨਾ ਕਸਾਈ ਨਾ ਮੈਨੂੰ ਕੂਲੇ ਹੱਥਾਂ ਨਾਲ ਚੁੱਕ ਕੇ ਰੱਖਦਾ ਸੀ ਨਾ, ਮੈਨੂੰ ਬੜਾ ਸਵਾਦ ਆਉਂਦਾ ਸੀ, ਕਿਉਂਕਿ ਉਹਦੇ ਹਰ ਵੇਲੇ ਉਹਦੇ ਸਵਾਸ ਵਿੱਚੋਂ ਰਾਮ 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 ਦਾ ਜਾਪ ਹੁੰਦਾ ਸੀ। ਤੂੰ ਤਾਂ ਪਖੰਡੀ ਹੈ, ਤੂੰ ਤਾਂ ਪੈਸੇ ਇਕੱਠੇ ਕਰਨ ਵਾਸਤੇ ਮੰਦਰ ਬਣਾ ਕੇ ਮੇਰੀ ਪੂਜਾ ਕਰੇਗਾ, ਲੋਕਾਂ ਕੋਲੋਂ ਪੈਸੇ ਇਕੱਠੇ ਕਰੇਗਾ, ਤੂੰ ਉਹਦੇ ਵਰਗਾ ਤਾਂ ਨਹੀਂ ਬਣ ਸਕਦਾ, ਮੈਨੂੰ ਉੱਥੇ ਹੀ ਛੱਡ ਕੇ ਆ। ਕਹਿੰਦੇ ਦੁਬਾਰਾ ਉਹ ਕਸਾਈ ਦੇ ਕੋਲ ਛੱਡ ਕੇ ਗਿਆ ਸੀ ਉਹ ਪੰਡਤ ਸਦਨੇ ਦੇ ਕੋਲ ਭਗਵਾਨ ਦੀ ਮੂਰਤੀ। ਉਹ ਫਿਰ ਉਹਦੇ ਨਾਲ ਮਾਸ ਹੀ ਤੋਲ ਕੇ ਵੇਚਦਾ ਰਿਹਾ, ਪਰ ਭਗਵਾਨ ਉੱਥੇ ਖੁਸ਼ ਸੀਗਾ, ਕਿਉਂਕਿ ਭਗਵਾਨ ਪੂਜਾ ਦਾ ਨਹੀਂ, ਭਗਵਾਨ ਪ੍ਰੇਮ ਦਾ ਭੁੱਖਾ ਹੈ। ਗੋਬਿੰਦ ਭਾਉ ਭਗਤ ਦਾ ਭੁੱਖਾ। ਤੋ ਮਹਾਰਾਜ ਕਹਿੰਦੇ ਭਾਈ ਗੋਪੀ ਚੰਦ ਵਰਗੇ ਬਣ ਕੇ ਤਾਂ ਵਿਖਾਓ, ਉਹਦੇ ਪ੍ਰੇਮ ਦੇ ਨਾਲ ਰਲ ਕੇ ਤਾਂ ਵਿਖਾਓ ਤੁਸੀਂ। ਹਾਂਜੀ, ਜਿਸ ਬਾਣੀ ਕੋ ਪਠਤ ਸੁਣੰਤੇ, ਜਿਹੜੀ ਬਾਣੀ ਨੂੰ ਪੜ੍ਹਨ ਦੇ ਨਾਲ, ਹੁਣ ਮਹਾਰਾਜ ਦੱਸ ਰਿਹਾ ਵੀ ਕੱਚੀ ਬਾਣੀ ਕਿਹੜੀ ਹੈ ਤੇ ਸੱਚੀ ਬਾਣੀ ਕਿਹੜੀ ਹੈ। ਇਹ ਵੀ ਭੁਲੇਖਾ ਸਾਧ ਸੰਗਤ ਜੀ ਬੜੇ ਪਾਏ ਹੋ ਸਾਡੇ। ਹੁਣ ਨਿਰਣਾ ਕਰਨ ਲੱਗੇ ਮਹਾਰਾਜ, ਕਹਿੰਦੇ ਜਿਹੜੀ ਬਾਣੀ ਨੂੰ ਪੜ੍ਹ ਕੇ ਔਰ ਜਿਹੜੀ ਬਾਣੀ ਨੂੰ ਸੁਣ ਕੇ ਸ਼ਾਂਤ ਵਿਰਾਗ ਗਿਆਨ ਉਪਜੰਤੇ, ਮਨ ਨੂੰ ਸ਼ਾਂਤੀ ਮਿਲਦੀ ਹੋਵੇ। ਆਖੋ ਸ੍ਰੀ ਵਾਹਿਗੁਰੂ। ਵਿਰਾਗ ਪੈਦਾ ਹੁੰਦਾ ਹੋਵੇ, ਮਨ 'ਚ ਗਿਆਨ ਪੈਦਾ ਹੁੰਦਾ ਹੋਵੇ। ਜਿਹੜੀ ਬਾਣੀ, ਉਹ ਬਾਣੀ ਕਿਸੇ ਸਾਧੂ ਮਹਾਤਮਾ ਦੀ ਹੋ ਸਕਦੀ ਹੈ, ਕਿਸੇ ਅਵਤਾਰ ਦੀ ਹੋ ਸਕਦੀ ਹੈ, ਕਿਸੇ ਬ੍ਰਹਮ ਗਿਆਨੀ ਦੀ ਹੋ ਸਕਦੀ, ਕਿਸੇ ਬੋਲੀ 'ਚ ਵੀ ਹੋ ਸਕਦੀ ਹੈ। ਹੋ ਸਕਦਾ ਉਹ ਪੰਜਾਬੀ 'ਚ ਹੋਵੇ, ਹੋ ਸਕਦਾ ਉਹ ਮਰਾਠੀ 'ਚ ਹੋਵੇ। ਹਾਂਜੀ, ਇਸ ਬਿਦ ਕੀਨ ਜੋ ਸ਼ੁਭ ਮਤ ਬਾਣੀ, ਇਸ ਤਰ੍ਹਾਂ ਦੀ ਸ਼ੁਭ ਮਤ ਵਾਲਿਆਂ ਨੇ ਜੋ ਬਾਣੀ ਰਚੀ, ਜਿਨ੍ਹਾਂ ਦਾ ਮਨ ਟਿਕਿਆ ਹੋਇਆ ਸੀ, ਜੋ ਉਹਨਾਂ ਦੇ ਬੋਲ ਹਨ, ਉਹ ਗੁਰੂ ਕੀ ਬਾਣੀ ਹੈ, ਉਹ ਧੁਰ ਕੀ ਬਾਣੀ ਹੈ। ਕਿਉਂਕਿ ਜਦੋਂ ਕੋਈ ਸਾਧੂ ਪਰਮਾਤਮਾ ਨਾਲ ਇੱਕ ਵਿਕ ਹੋ ਜਾਂਦਾ, ਧੁਰ ਨਾਲ ਜੁੜ ਜਾਂਦਾ, ਉਹ ਜੋ ਵੀ ਬੋਲਦਾ ਹੈ, ਤਾਂ ਕਿ ਬਾਣੀ ਵੇਦ ਸਭ, ਉਹਦੀ ਬਾਣੀ ਹੀ ਵੇਦ ਹੁੰਦੀ ਹੈ, ਉਹਦੀ ਬਾਣੀ ਹੀ ਗਿਆਨ ਹੁੰਦੀ ਹੈ। ਹਾਂਜੀ, ਗੁਰਬਾਣੀ ਕੇ ਲਖੋ ਸਮਾਨੀ, ਉਹ ਗੁਰਬਾਣੀ ਦੇ ਬਰਾਬਰ ਹੀ ਹੈ, ਗੁਰਬਾਣੀ ਦੇ ਸਮਾਨ ਹੀ ਹੈ। ਜੇ ਕਿਸੇ ਮਹਾਂਪੁਰਸ਼ ਨੇ ਰੱਬ ਨਾਲ ਜੁੜ ਕੇ ਉਚਾਰਨ ਕੀਤਾ ਨਾ ਬਚਨ, ਦੇਖੋ ਗੁਰੂਆਂ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਤੇ ਭਗਤਾਂ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ। ਭਗਤ ਰਵਿਦਾਸ ਜੀ ਦੀ ਬਾਣੀ, ਨਾਮਦੇਵ ਭਗਤ ਜੀ ਦੀ ਬਾਣੀ, ਕਬੀਰ ਭਗਤ ਜੀ ਦੀ ਬਾਣੀ, ਸਦਨੇ ਭਗਤ ਜੀ ਦੀ ਬਾਣੀ, ਜੈਦੇਵ ਭਗਤ ਜੀ ਦੀ ਬਾਣੀ, ਸਾਰੇ ਦੀ ਬਾਣੀ ਹੈ ਨਾ। ਮਹਾਰਾਜ ਨੇ ਤਾਂ ਨਹੀਂ ਕਿਹਾ ਵੀ ਇਕੱਲੇ ਮੇਰੀ ਬਾਣੀ ਲਿਖੋ, ਭਗਤਾਂ ਦੀ ਬਾਣੀ ਵਿੱਚ ਲਿਖੀ ਹੈ।
ਮਹਾਰਾਜ ਕਹਿੰਦੇ ਜਿਹਦੇ 'ਚ ਵਿਰਾਗ ਹੈ, ਜਿਹਦੇ 'ਚ ਗਿਆਨ ਹੈ, ਜਿਹਦੇ 'ਚ ਤੁਹਾਡੇ ਮਨ ਨੂੰ ਸ਼ਾਂਤੀ ਮਿਲਦੀ ਹੈ, ਜਿਹਨੂੰ ਪੜ੍ਹ ਕੇ ਮਨ ਦੀ ਭਟਕਣਾ ਮਿਟਦੀ ਹੈ, ਉਹ ਕਿਸੇ ਰਾਜੇ ਦੀ ਹੋਵੇ, ਕਿਸੇ ਅਵਤਾਰ ਦੀ ਹੋਵੇ, ਕਿਸੇ ਗੁਰੂ ਦੀ ਹੋਵੇ, ਕਿਸੇ ਮਹਾਂਪੁਰਸ਼ ਦੀ ਹੋਵੇ, ਉਹ ਬਾਣੀ ਦਾ ਸਤਿਕਾਰ ਕਰਿਆ ਕਰੋ। ਉਹਨੂੰ ਕੱਚੀ ਬਾਣੀ ਨਹੀਂ ਕਹਿਣਾ। ਕੱਚੀ ਬਾਣੀ ਉਹ ਹੈ ਜਿਹੜੇ ਫਿਲਮਾਂ ਦੇ ਗੰਦੇ ਗਾਣੇ ਸੁਣ ਕੇ ਮਨ ਵਿਕਾਰੀ ਹੋ ਜਾਂਦਾ, ਜਿਹਨੂੰ ਸੁਣ ਕੇ ਮਨ 'ਚ ਵਿਸ਼ੇ ਵਿਕਾਰ ਪੈਦਾ ਹੁੰਦੇ ਨੇ, ਨਿੰਦਾ ਚੁਗਲੀ, ਉਹ ਚੀਜ਼ਾਂ ਨਾ ਸੁਣੋ, ਉਹ ਨਾ ਪੜ੍ਹੋ। ਹਾਂਜੀ, ਵੇਦ ਵਾਕ ਜੋ ਹੈ ਬੇਅਰਥ। ਕਹਿੰਦੇ ਜੇ ਵੇਦ ਦਾ ਬਚਨ ਵੀ ਬੇਅਰਥ ਹੋਵੇ, ਭਾਵ ਉਹਦੇ ਵਿੱਚੋਂ ਕੋਈ ਸਾਰ ਨਾ ਨਿਕਲਦਾ ਹੋਵੇ, ਲਿਖਿਆ ਵੇਦ ਵਿੱਚ ਹੋਵੇ। ਸੁਰ ਮੁਨ ਕਹੇ ਜਨਾਏ ਅਨਰਥ। ਜੇ ਰਿਸ਼ੀ ਮੁਨੀ ਸਾਧੂ ਮਹਾਤਮਾ ਜਿਹੜੇ ਬਚਨ ਕਹੇ ਨੇ ਉਹਨਾਂ ਦਾ ਵਿਰੋਧ ਕਰਦਾ ਹੋਵੇ, ਤਿਸ ਕੋ ਤਿਆਗ ਕਰਨ ਭਲ ਜਾਨੋ। ਕਹਿੰਦੇ ਉਹ ਭਾਵੇਂ ਵੇਦ ਵਾਕ ਵੀ ਹੋਵੇ, ਪਰ ਹੋਵੇ ਮਹਾਂਪੁਰਸ਼ਾਂ ਦੇ ਬਚਨਾਂ ਤੋਂ ਉਲਟ, ਭਾਵ ਕਿ ਉਹਦੇ ਵਿੱਚ ਵੈਸੇ ਤਾਂ ਵੇਦ ਦਾ ਵਾਕ ਨਿਰਾਰਥਕ ਨਹੀਂ ਹੁੰਦਾ, ਇੱਕ ਗੱਲ ਕਹੀ ਹੈ, ਜਿਵੇਂ ਗੱਲ ਕਹਿਣ ਦਾ ਢੰਗ ਹੁੰਦਾ ਨਾ। ਇੱਥੇ ਇਹ ਨਹੀਂ ਕਿਹਾ ਵੀ ਵੇਦਾਂ ਦੇ ਵਾਕ ਬੇਅਰਥ ਨੇ। ਉਹ ਕਹਿੰਦੇ ਜੇ ਕਿਤੇ ਹੋਵੇ ਵੀ, ਮੰਨ ਲਓ ਸਪੋਜ਼ ਕਰੋ ਕੋਈ ਵੇਦ ਦਾ ਇਹੋ ਜਿਹਾ ਬਚਨ ਹੈ ਜਿਹੜਾ ਉਹਦਾ ਅਰਥ ਕੋਈ ਨਹੀਂ ਬਣਦਾ, ਕੋਈ ਤੁਕ ਨਹੀਂ ਬਣਦੀ, ਉਹਨੂੰ ਤਿਆਗ ਦਿਓ। ਪਰ ਜਿਹੜਾ ਕਿਸੇ ਮਹਾਂਪੁਰਸ਼ ਨੇ ਸਾਰ ਬਚਨ ਕਿਹਾ ਹੈ, ਜਿਹਦੇ 'ਚ ਕੋਈ ਤੁਹਾਡੀ ਲਾਈਫ ਵਾਸਤੇ, ਤੁਹਾਡੀ ਆਤਮਾ ਵਾਸਤੇ ਤੁਹਾਨੂੰ ਚੰਗੀ ਗੱਲ ਹੈ, ਉਹ ਗ੍ਰਹਿਣ ਕਰਨ ਯੋਗ ਹੈ, ਉਹ ਧਾਰਨ ਕਰਨ ਯੋਗ ਹੈ। ਜੋ ਤਹਾਂ ਸੋ ਨਰਕ ਪਿਆਨੋ। ਕਹਿੰਦੇ ਜਿਹੜਾ ਬੰਦਾ ਉਹ ਬਚਨਾਂ ਨੂੰ ਗ੍ਰਹਿਣ ਕਰੇਗਾ, ਜਿਹਨਾਂ ਦਾ ਕੋਈ ਮਤਲਬ ਹੀ ਨਹੀਂ, ਉਹਨੂੰ ਪੜ੍ਹ ਕੇ ਸੁਣ ਕੇ ਉਹ ਵੀ ਨਰਕਾਂ ਨੂੰ ਜਾਏਗਾ। ਉਹ ਬਾਲਕ ਨੇ ਬਾਕ ਉਚਾਰਾ। ਦੂਜੇ ਪਾਸੇ ਇੱਕ 4 ਸਾਲ ਦਾ ਬੱਚਾ ਵੀ ਬੋਲਿਆ ਹੈ। ਹਾਂਜੀ, ਜਿਸ ਮਹਿ ਸਾਰ ਭਲੇ ਨਿਰਧਾਰਾ। ਤੇ ਗੱਲ ਸਹੀ ਕਹੀ ਹੈ ਬੱਚੇ ਨੇ। 2 ਸਾਲ ਦਾ, 4 ਸਾਲ ਦਾ, 5 ਸਾਲ ਦਾ ਬੱਚਾ ਬੋਲ ਰਿਹਾ ਇੱਕ ਪਾਸੇ ਵੇਦ ਬੋਲ ਰਿਹਾ। ਵੇਦ ਵਿੱਚ ਗੱਲ ਬੇਅਰਥ ਕਹੀ ਹੋਈ ਹੋਵੇ ਤੇ 4 ਸਾਲ ਦੇ ਬੱਚੇ ਦੀ ਗੱਲ ਅਰਥ ਵਾਲੀ ਹੋਵੇ, ਕਹਿੰਦੇ ਤੁਸੀਂ ਬੱਚੇ ਦੀ ਗੱਲ ਮੰਨਣੀ ਹੈ ਕਿਉਂਕਿ ਉਹ ਤੁਹਾਡਾ ਫਾਇਦਾ ਕਰੇਗੀ। ਤੇ ਨਿਰਾਰਥਕ ਬਚਨ ਭਾਵੇਂ ਵੇਦ 'ਚ ਵੀ ਲਿਖਿਆ ਹੋਵੇ ਉਹਨੂੰ ਛੱਡੋ, ਉਹਦੇ ਪਿੱਛੇ ਨਾ ਐਵੇਂ ਸਿਰ ਖਪਾਈ ਕਰੀ ਜਾਓ। ਹਾਂਜੀ, ਤਿਸ ਕੋ ਮਾਨ ਲੈਨ ਸ਼ੁਭ ਜਾਨੋ। ਉਹਨੂੰ ਮੰਨ ਲੈਣਾ ਚਾਹੀਦਾ। ਜੇ ਕੋਈ ਬੱਚਾ ਵੀ ਚੰਗੀ ਸਲਾਹ ਦੇਵੇ, ਚੰਗੀ ਮੱਤ ਦੇਵੇ, ਚੰਗੀ ਗੱਲ ਕਵੇ, ਉਹ ਮੰਨਣੀ ਚਾਹੀਦੀ ਹੈ। ਸੋ ਨਰ ਕਰ ਹੈ ਵਿਕਾਰ ਨਹਾਨੋ। ਉਸ ਬੰਦੇ ਦੇ ਵਿਕਾਰ ਨਸ਼ਟ ਹੋ ਜਾਂਦੇ ਹਨ। ਜਿਸ ਮਹਿ ਪਰਮੇਸ਼ਰ ਜਸ ਕਹਿਓ। ਮਹਾਰਾਜ ਕਹਿੰਦੇ ਭਾਈ ਸਿੱਖਾ, ਜਿਸ ਬਾਣੀ ਵਿੱਚ ਪਰਮੇਸ਼ਰ ਦਾ ਜਸ ਕੀਤਾ ਗਿਆ ਹੋਵੇ, ਸਾਰ ਅਸਾਰ ਵਿਚਾਰਨ ਲਹਿਓ। ਜਿਹਦੇ ਵਿੱਚ ਝੂਠ ਤੇ ਸੱਚ ਦੀ ਵਿਚਾਰ ਕੀਤੀ ਹੋਵੇ ਵੀ ਆਹ ਤੇ ਆਤਮਾ ਤਾਂ ਸੱਚੀ ਹੈ, ਬਾਕੀ ਮਾਇਆ ਸਾਰਾ ਝੂਠਾ ਹੈ, ਜਿਹਦੇ 'ਚ ਇਹ ਗੱਲਾਂ ਸਮਝਾਈਆਂ ਹੋਣ। ਅਵਤਾਰਨ ਕੀ ਕਥਾ ਮਹਾਨੀ। ਜਾਂ ਰਿਸ਼ੀਆਂ ਮੁਨੀਆਂ ਅਵਤਾਰ, ਭਗਵਾਨ ਰਾਮਚੰਦਰ ਜੀ, ਕ੍ਰਿਸ਼ਨ ਜੀ, ਜਾਂ ਹੋਰ ਜਿਹੜੇ ਗੁਰੂ ਪੀਰ ਹੋਏ ਨੇ, ਮਹਾਂਪੁਰਸ਼ ਹੋਏ ਨੇ, ਸੰਤ ਹੋਏ ਨੇ, ਕਬੀਰ ਜੀ, ਰਵਿਦਾਸ ਜੀ, ਨਾਮਦੇਵ ਜੀ, ਧੰਨਾ ਜੀ, ਜਾਂ ਯੋਧੇ ਹੋਏ ਨੇ, ਬਾਬਾ ਦੀਪ ਸਿੰਘ ਜੀ ਵਰਗੇ, ਭਾਈ ਮਨੀ ਸਿੰਘ ਵਰਗੇ, ਭਾਈ ਤਾਰੂ ਸਿੰਘ ਵਰਗੇ, ਉਹਨਾਂ ਦੀਆਂ ਸਾਖੀਆਂ ਭਾਵੇਂ ਕੋਈ ਕਿਸੇ ਵੀ ਧਰਮ 'ਚ ਹੋਏ ਹੋਣ ਮਹਾਂਪੁਰਸ਼, ਕਿਉਂਕਿ ਮਹਾਂਪੁਰਸ਼ਾਂ ਦਾ ਧਰਮ ਹੁੰਦਾ ਸੱਚਾਈ। ਆਖੋ ਸ੍ਰੀ ਵਾਹਿਗੁਰੂ। ਇਹ ਹਿੰਦੂ ਧਰਮ ਹੈ, ਇਹ ਸਿੱਖ ਧਰਮ ਹੈ, ਈਸਾਈ ਧਰਮ ਹੈ, ਇਹ ਇਸਲਾਮ ਧਰਮ ਹੈ, ਇਹ ਜੈਨ ਧਰਮ, ਇਹ ਸਾਡੀ ਛੋਟੀ ਬੁੱਧੀ ਨੇ ਬਣਾਏ ਹੋਏ ਨੇ। ਆਖੋ ਸ੍ਰੀ ਵਾਹਿਗੁਰੂ। ਇਹ ਹਿੰਦੁਸਤਾਨ ਹੈ, ਇਹ ਚਾਈਨਾ ਹੈ, ਇਹ ਪਾਕਿਸਤਾਨ ਹੈ, ਇਹ ਰਸ਼ੀਆ ਹੈ, ਇਹ ਜਾਪਾਨ ਹੈ, ਇਹ ਬੰਦੇ ਦੀ ਸੋਚ ਨੇ ਬਣਾਇਆ। ਧਰਤੀ ਇੱਕੋ ਹੀ ਹੈ। ਆਖੋ ਸ੍ਰੀ ਵਾਹਿਗੁਰੂ। ਧਰਤੀ ਨੂੰ ਪੁੱਛ ਲਓ ਵੀ ਤੇਰਾ ਨਾਂ ਹਿੰਦੁਸਤਾਨ ਹੈ ਕਿ ਪਾਕਿਸਤਾਨ ਹੈ, ਉਹ ਤਾਂ ਇੱਕੋ ਹੀ ਹੈ, ਆਪਸ ਵਿੱਚ ਜੁੜੀ ਹੋਈ। ਬੰਦੇ ਨੇ ਲਕੀਰਾਂ ਖਿੱਚ ਦਿੱਤੀਆਂ ਉੱਤੇ। ਇੱਦਾਂ ਧਰਮ ਤਾਂ ਇੱਕੋ ਹੀ ਹੈ। ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰੋ। ਪਰਮਾਤਮਾ ਨੂੰ ਯਾਦ ਕਰੋ। ਸਾਰੇ ਮਹਾਂਪੁਰਸ਼ ਇਹੀ ਕਹਿੰਦੇ, ਰਾਮਚੰਦਰ ਜੀ, ਕ੍ਰਿਸ਼ਨ ਜੀ, ਵੇਦ ਵਿਆਸ ਜੀ, ਗੁਰੂ ਨਾਨਕ ਦੇਵ ਜੀ, ਕਬੀਰ ਜੀ, ਰਵਿਦਾਸ ਜੀ, ਸਾਰੇ ਮਹਾਂਪੁਰਸ਼ਾਂ ਨੇ ਇੱਕੋ ਹੀ ਗੱਲ ਕਹੀ ਹੈ
ਉਹਨਾਂ ਦੀ ਗੱਲ ਇੱਕੋ ਹੈ ਜਿਹੜੀਆਂ ਵੱਡੀਆਂ ਪਾਈਆਂ ਨੇ ਮੂਰਖ ਲੋਕਾਂ ਨੇ ਪਾਈਆਂ ਹੋਈਆਂ। ਸੋ ਮਹਾਰਾਜ ਕਹਿੰਦੇ ਭਾਈ ਜਿਹੜੇ ਮਹਾਂਪੁਰਸ਼ਾਂ ਦੀ ਬਾਣੀ 'ਚ ਪਰਮਾਤਮਾ ਦਾ ਜਸ ਕੀਤਾ ਹੋਇਆ ਹੈ ਉਹਨੂੰ ਪੜ੍ਹਨਾ ਚਾਹੀਦਾ ਹੈ। ਜਿਸ ਬਾਣੀ ਦੇ ਵਿੱਚ ਸ਼ਹੀਦਾਂ ਦੀ ਸੂਰਬੀਰਾਂ ਦੀ ਕਥਾ ਹੈ ਉਹ ਪੜ੍ਹਨੀ ਚਾਹੀਦੀ ਹੈ। ਜਿਹਦੇ ਵਿੱਚ ਅਵਤਾਰਾਂ ਦੀ ਸੰਤਾਂ ਜੰਗਲਾਂ 'ਚ ਸਾਧ ਸੰਗਤ ਜੀ ਕੋਈ ਪ੍ਰੋਬਲਮ ਨਹੀਂ ਸੀ, ਉਹਨੂੰ ਕਿਹੜਾ ਬਨਵਾਸ ਹੋਇਆ ਸੀ, ਪਰ ਉਹਨੇ ਆਪਣੇ ਭਰਾ ਦੇ ਨਾਲ ਭਰਾਤਾ ਭਾਵ ਨਿਭਾ ਦਿੱਤਾ। ਇੱਦਾਂ ਹੀ ਸਾਰੇ ਉਹ ਕਥਾ ਪੜ੍ਹੋਗੇ ਪਤਾ ਲੱਗੇਗਾ। ਜਿਹਨੇ ਉਹ ਕਥਾ ਸੁਣਨੀ ਨਹੀਂ, ਅੱਜ ਕਹਿੰਦੇ ਨਾ ਜੀ ਅਸੀਂ ਨਹੀਂ ਸੁਣਨੀ, ਰਮਾਇਣ ਨਹੀਂ ਸੁਣਨੀ ਜੀ, ਰਮਾਇਣ ਦਾ ਨਾਮ ਵੀ ਨਾ ਲਓ ਗੁਰਦੁਆਰੇ 'ਚ। 10ਵੇਂ ਪਾਤਸ਼ਾਹ ਨੇ ਰਾਮ ਅਵਤਾਰ ਸਾਰੀ ਕਥਾ ਆਪ ਲਿਖੀ ਹੈ 10ਵੇਂ ਦੇ ਵਿੱਚ। ਕਿਉਂ ਲਿਖੀ ਕਰਦੇ ਗੋਪੀ ਚੰਦ ਦੀ ਵਾਰ ਤੇ ਤੂੰ ਕਿੰਤੂ ਕੀਤਾ, ਗੋਪੀ ਚੰਦ ਵਰਗਾ ਬਣਤਾ ਸਹੀ ਭਾਈ। ਜਾਂ ਤੇ ਜਿਨ ਸ਼ੁਭ ਬਾਤ ਉਚਾਰੀ। ਕਲਗੀਧਰ ਕਹਿੰਦੇ ਜਿਹਨੇ ਵੀ ਚੰਗੀ ਗੱਲ ਕਹੀ ਹੈ, ਮੁਸਲਮਾਨ ਚੰਗੀ ਗੱਲ ਕਹਿੰਦਾ ਸੁਣੋ। ਮੁਸਲਮਾਨਾਂ ਵਿੱਚ ਬੜੇ ਬੜੇ ਮਹਾਂਪੁਰਸ਼ਾਂ ਨੇ ਬੜੇ ਗਿਆਨ ਦੇ ਬਚਨ ਲਿਖੇ। ਸ਼ੇਖ ਸ਼ਾਦੀ ਦੀ ਕਿਤਾਬ ਹੈ ਗੁਲਿਸਤਾਂ, ਤੁਸੀਂ ਪੜ੍ਹ ਕੇ ਦੇਖੋ, ਕਮਾਲ ਹੀ ਕੀਤੀ ਉਸ ਬੰਦੇ ਨੇ। ਬੋਸਤਾਂ ਅੱਜ ਤੋਂ 1000 ਸਾਲ ਪਹਿਲਾਂ ਲਿਖੀ ਕਿਤਾਬ ਹੈ। ਪੜ੍ਹਨ ਨਾਲ ਪਤਾ ਲੱਗਦਾ ਵੀ ਕੈਸਾ ਗਿਆਨ ਸੀ ਉਸ ਮਹਾਂਪੁਰਸ਼ ਕੋਲ। ਮੌਲਾਨਾ ਰੂਮੀ ਕੈਸੇ ਸਾਧੂ ਸਨ। ਫਰੀਦ ਜੀ ਮਹਾਰਾਜ। ਚੰਗਾ ਬੰਦਾ ਕਿਸੇ ਧਰਮ 'ਚ ਹੋਵੇ ਉਹਦੀ ਗੱਲ ਚੰਗੀ ਹੋਏਗੀ, ਮਾੜਾ ਬੰਦਾ ਕਿਸੇ ਧਰਮ 'ਚ ਹੋਵੇ ਮਾੜੀ ਗੱਲ ਕਰੇਗਾ। ਚੰਗੇ ਦੀ ਚੰਗੀ ਗੱਲ ਸੁਣੋ ਭਾਈ। ਇਸ ਕਰਕੇ ਧਰਮਾਂ ਦੀਆਂ ਜਾਤਾਂ ਦੀਆਂ ਵੰਡਾਂ 'ਚ ਨਾ ਪਾਓ, ਸੱਚਾਈ ਨੂੰ ਗ੍ਰਹਿਣ ਕਰੋ। ਜਦੋਂ ਤੁਸੀਂ ਸੱਚਾਈ ਨੂੰ ਗ੍ਰਹਿਣ ਕਰੋਗੇ ਧਰਤੀ ਸਵਰਗ ਬਣ ਜਾਏਗੀ। ਜਦੋਂ ਤੁਸੀਂ ਆਪਣੀਆਂ ਆਪਣੀਆਂ ਹੱਦਾਂ ਕਰੋਗੇ ਨਰਕ ਬਣ ਜਾਏਗੀ। ਹਾਂਜੀ, ਮਤਵੰਤ ਸਭ ਅੰਗੀਕਾਰੀ। ਜਿਹੜੇ ਸਿਆਣੇ ਬੰਦੇ ਨੇ ਉਹ ਮਹਾਂਪੁਰਸ਼ਾਂ ਦੀਆਂ ਚੰਗੀਆਂ ਗੱਲਾਂ ਨੂੰ ਅੰਗੀਕਾਰ ਕਰਦੇ ਨੇ। ਪਠਹਿ ਸੁਣਹਿ ਗੁਰਮਤਿ ਕੋ ਧਾਰੈ। ਉਹ ਬਾਣੀ ਪੜ੍ਹਦੇ ਨੇ, ਸੁਣਦੇ ਨੇ, ਗੁਰੂ ਦੀ ਮੱਤ ਧਾਰਨ ਕਰਦੇ ਨੇ। ਭਵ ਸਾਗਰ ਤੇ ਉਤਰਹਿ ਪਾਰੈ। ਤੇ ਭਵ ਸਾਗਰ ਤੋਂ ਪਾਰ ਉਤਰ ਜਾਂਦੇ ਨੇ। ਪਠਹਿ ਸੁਣਹਿ ਨਹਿ ਭਲੋ ਕਮਾਵਹਿ। ਕਹਿੰਦੇ ਨਾ ਤਾਂ ਬਾਣੀ ਪੜ੍ਹਨੀ, ਨਾ ਕੋਈ ਬਾਣੀ ਸੁਣਨੀ, ਨਾ ਚੰਗਾ ਕੰਮ ਕਰਨਾ ਕੋਈ। ਉਹ ਸਾਡੇ ਇੱਕ ਬਾਬਾ ਜੀ ਹੁੰਦੇ ਸੀ ਬੜੇ ਹਾਸੀ ਵਾਲੇ, ਉਹਨਾਂ ਦੇ ਮੂੰਹ 'ਤੇ ਗੱਲ ਚੜ੍ਹੀ ਹੋਈ ਸੀ। ਉਹ ਕਹਿੰਦੇ ਛੁੱਟ ਨੇਕੀਓਂ ਸਾਰੇ ਕੰਮ ਕਰ ਲੈਂਦੇ ਆ। ਸਮਝ ਆਈ? ਛੁੱਟ ਨੇਕੀਓਂ ਸਾਰੇ ਕੰਮ ਕਰ ਲਈਦੇ ਨੇ। ਕਹਿੰਦਾ ਵੀ ਭਲਾ ਨਹੀਂ ਕਰਨਾ, ਬਾਕੀ ਸਾਰਾ ਕੁਝ ਕਰ ਲੈਣਾ। ਉਹੋ ਜਿਹੇ ਜਿਹੜੇ ਬੰਦੇ ਭਲਾ ਨਹੀਂ ਕਰਨਾ, ਕਿਸੇ ਦਾ ਨੁਕਸਾਨ ਕਰਨਾ, ਨਿੰਦਾ ਕਰਨੀ, ਚੁਗਲੀ ਕਰਨੀ, ਜਿੰਨੇ ਭੈੜੇ ਕੰਮ ਨੇ ਸਾਰੇ ਕਰ ਲੈਣੇ। ਹਾਂਜੀ, ਸ਼ੁਭ ਬਾਣੀ ਪਰ ਤਰਕ ਉਠਾਵਹਿ। ਉਹੋ ਜਿਹੇ ਬੰਦੇ ਬਾਣੀ ਤੇ ਵੀ ਕਿੰਤੂ ਕਰਦੇ ਆ। ਇਹ ਬਾਣੀ ਕਿਉਂ ਲਿਖਤੀ, ਇਹ ਬਾਣੀ ਕਿਵੇਂ ਹੈ, ਇਹ ਬਾਣੀ ਨਹੀਂ, ਇਹ ਬਾਣੀ ਪੜ੍ਹਨੀ ਨਹੀਂ, ਇਹ ਫਲਾਣੇ ਦੀ, ਹਿੰਦੂਆਂ ਦੀ ਹੈ, ਮੁਸਲਮਾਨਾਂ ਦੀ ਹੈ। ਹਾਂਜੀ, ਤਿਸ ਨਰਕਾ ਹੋਏ ਨਰਕ ਪਿਆਨਾ। ਮਹਾਰਾਜ ਕਹਿੰਦੇ ਉਹਦਾ ਫਿਰ ਨਰਕਾਂ 'ਚ ਪਿਆਨਾ ਹੁੰਦਾ, ਨਰਕਾਂ 'ਚ ਜਾਂਦਾ। ਉਹਦੀ ਆਤਮਾ ਜਿਹੜੀ ਹੈ ਜੁਗਾਂ ਤੱਕ ਤੜਫਦੀ ਰਹਿੰਦੀ ਹੈ। ਜਿਹੜਾ ਇੱਥੇ ਆ ਕੇ ਆਪਣੀ ਸ਼ਾਂਤੀ ਲਈ ਕੁਛ ਕੀਤਾ ਹੀ ਨਹੀਂ, ਇੱਥੇ ਹੀ ਆ ਕੇ ਬੰਦਾ ਬਣ ਕੇ ਵੀ ਜਿਹੜਾ ਸੁਖੀ ਨਹੀਂ ਹੋਇਆ, ਉਹਨੇ ਪਸ਼ੂ ਕੁੱਤੇ ਬਣ ਕੇ ਥੋੜਾ ਸਹੀ ਸੁਖੀ ਹੋਣਾ, ਉੱਥੇ ਵੀ ਭਟਕੀ ਜਾਏਗਾ ਫਿਰ। ਹਾਂਜੀ, ਹਾਰ ਜਨਮ ਕੋ ਪੁਨ ਪੁਛਤਾਨਾ। ਆਪਣੇ ਜਨਮ ਦੀ ਬਾਜੀ ਹਾਰ ਕੇ ਪਛਤਾ ਕੇ ਚਲਾ ਜਾਏਗਾ। ਕਰੈ ਖਾਲਸਾ ਕੇ ਹਿਤ ਬਾਣੀ। ਮਹਾਰਾਜ ਕਹਿੰਦੇ ਅਸੀਂ ਖਾਲਸੇ ਦੇ ਵਾਸਤੇ ਬਾਣੀ ਲਿਖ ਰਹੇ ਹਾਂ। ਆਹ 10ਵੀਂ ਦੀ ਬਾਣੀ, ਸਰਬਲੋ ਦੀ ਬਾਣੀ ਅਜੇ ਤੇ ਸਾਨੂੰ ਪੂਰਾ ਲੱਭਾ ਨਹੀਂ। ਸਰਸਾ ਨਦੀ 'ਚ 9 ਮਣ ਦਾ ਗ੍ਰੰਥ ਸੀਗਾ ਵਿਦਿਆ ਸਾਗਰ, ਜਿਹੜਾ ਰੁੜ ਗਿਆ। 9 ਮਣ ਬਰੀਕ ਅੱਖਰਾਂ ਨਾਲ ਲਿਖਿਆ, 9 ਮਣ ਗੱਡਾ ਪੂਰਾ ਲੱਦਿਆ ਹੋਇਆ ਸੀਗਾ, ਵੱਡਾ ਗੱਡਾ ਸੀਗਾ ਜਿਹੜਾ ਉੱਥੇ ਦਰਿਆ ਦੇ ਵਿੱਚ ਪਾਣੀ 'ਚ ਸਰਸਾ ਨਦੀ 'ਚ ਸਾਡਾ ਗ੍ਰੰਥ ਵਿਦਿਆ ਸਾਗਰ ਅਲੋਪ ਹੋ ਗਿਆ। ਇੱਕ ਵੋਲੀਅਮ ਨਹੀਂ, ਸੈਂਕੜੇ ਵੋਲੀਅਮ ਸੀ ਉਹਦੇ, ਜਿਲਦਾਂ ਸਨ, ਅਤੇ ਗ੍ਰੰਥ ਦਾ ਨਾਮ ਸੀ ਵਿਦਿਆ ਸਾਗਰ। ਉਹਦੇ ਵਿੱਚ ਮਹਾਭਾਰਤ, ਰਮਾਇਣ, ਪੁਰਾਣ, ਵੇਦ, ਸ਼ਾਸਤਰ, ਸਿਮਰਤੀਆਂ, ਗੀਤਾ, ਸਾਰੇ ਗ੍ਰੰਥਾਂ ਦਾ ਟੀਕਾ ਕੀਤਾ ਹੋਇਆ ਸੀ। ਯੂਨਾਨ ਦੇ ਔਰ ਅਰਬ ਦੇ ਮੁਲਕਾਂ ਦੇ ਜਿਹੜੇ ਗ੍ਰੰਥ ਨੇ, ਯੂਰਪ ਦੇ ਗ੍ਰੰਥ ਨੇ, ਉਹਨਾਂ ਦੀ ਟਰਾਂਸਲੇਸ਼ਨ ਕੀਤੀ ਹੋਈ ਸੀ 10ਵੇਂ ਪਾਤਸ਼ਾਹ ਨੇ। ਸਿੰਘਾਂ ਤੋਂ, ਕਵੀਆਂ ਤੋਂ ਕਰਵਾਈ ਹੋਈ ਸੀ ਵੀ ਸਿੰਘ ਪੜ੍ਹਨਗੇ, ਉਹਨੂੰ ਗਿਆਨ ਹੋਏਗਾ, ਨੌਲੇਜ ਹੋਏਗੀ।
ਮਹਾਰਾਜ ਕਹਿੰਦੇ ਤੁਹਾਡੇ ਲਈ ਅਸੀਂ ਬਾਣੀ ਰਚਦੇ ਹਾਂ, ਸਿੰਘੋ ਪੜੋ। ਹਾਂਜੀ, ਹਮ ਭੀ ਕੇਤਕ ਕਰਹਿ ਬਖਾਨੀ। ਅਸੀਂ ਵੀ ਤੁਹਾਡੇ ਲਈ ਕਿੰਨੀ ਬਾਣੀ ਰਚ ਰਹੇ ਹਾਂ, ਰੋਜ਼ ਲਿਖੀ ਜਾਂਦੇ ਹਾਂ ਵੀ ਸਿੰਘ ਪੜ੍ਹਿਆ ਕਰਨਗੇ। ਆਦ ਮਹਾਭਾਰਤ ਜੇ ਆਨ। ਮਹਾਭਾਰਤ ਗ੍ਰੰਥ ਜਿਹੜਾ ਇਹ ਸਾਧ ਸੰਗਤ ਜੀ ਬਹੁਤ ਵੱਡਾ ਗ੍ਰੰਥ ਹੈ, 1 ਲੱਖ ਸ਼ਲੋਕ ਹੈ ਇਹਦਾ ਮਹਾਭਾਰਤ ਦਾ। 10ਵੇਂ ਪਾਤਸ਼ਾਹ ਨੇ ਇਹਦੇ 18 ਪਰਵ ਨੇ, 18 ਕਹਿ ਲਓ ਵੱਡੇ ਵੱਡੇ ਹਿੱਸੇ ਨੇ। 18 ਪਰਵਾਂ ਨੂੰ 10ਵੇਂ ਪਾਤਸ਼ਾਹ ਨੇ 18 ਕਵੀਆਂ ਨੂੰ ਵੰਡਿਆ ਸੀਗਾ। ਇੱਕ ਕਵੀ ਨੂੰ 60-60 ਹਜ਼ਾਰ ਰੁਪਇਆ ਦਿੱਤਾ ਸੀਗਾ ਵੀ ਸੰਸਕ੍ਰਿਤ ਤੋਂ ਇਹਨੂੰ ਗੁਰਮੁਖੀ 'ਚ ਕਰ ਦਿਓ ਤਾਂ ਕਿ ਸਾਡਾ ਖਾਲਸਾ ਪੜ੍ਹ ਲਵੇ। ਉਹ ਕੁਛ ਹਿੱਸੇ ਮਿਲਦੇ ਆ, ਬਾਕੀ ਸਾਰਾ ਸਰਸਾ 'ਚ ਰੁੜ ਗਿਆ। ਸੋ ਮਹਾਰਾਜ ਕਹਿੰਦੇ ਅਸੀਂ ਤੁਹਾਡੇ ਲਈ ਮਹਾਭਾਰਤ ਵਰਗੇ ਗ੍ਰੰਥ ਜਿਹੜੇ ਹਨ, ਭਾਖਾ ਸਭ ਕੀ ਕਰਤ ਸੁਜਾਨ। ਉਹ ਕਵੀਆਂ ਤੋਂ ਕਰਵਾ ਰਹੇ ਆ ਵੀ ਤੁਸੀਂ ਪੜ੍ਹਿਆ ਕਰੋਗੇ, ਸਮਝਦਾਰ ਬਣੋਗੇ, ਸਿਆਣੇ ਬਣੋਗੇ। ਸੋ ਹਮ ਪੰਥ ਹੇਤ ਕਰਵਾਵੈ। ਅਸੀਂ ਸਾਰੀ ਇਹ ਰਚਨਾ ਮਹਾਭਾਰਤ ਦੀ, ਰਾਮਾਇਣ ਦੀ, ਪੁਰਾਣਾਂ ਦੀ ਕਿਉਂ ਕਰਵਾ ਰਹੇ ਆ ਵੀ ਸਾਡਾ ਪੰਥ ਵਿਦਵਾਨ ਬਣੇ, ਸਾਡਾ ਪੰਥ ਸਮਝਦਾਰ ਬਣੇ, ਪੜ੍ਹਿਆ ਲਿਖਿਆ ਹੋਵੇ, ਪੰਥ ਮੂਰਖਾਂ ਦਾ ਟੋਲਾ ਨਾ ਹੋਵੇ। ਅੱਜ ਸਾਧ ਸੰਗਤ ਜੀ ਅਸੀਂ ਬਿਲਕੁਲ ਇਹ ਸ਼ੋਅ ਕਰ ਰਹੇ ਹਾਂ ਦੁਨੀਆ ਨੂੰ ਵੀ ਅਸੀਂ ਸਿਆਣਿਆਂ ਵਾਲੇ ਰਸਤੇ ਨਹੀਂ ਜਾਣਾ, ਪੁੱਠੇ ਕੰਮ ਸਾਰੇ ਅਸੀਂ ਕਰਨੇ ਆ। ਹਾਂਜੀ, ਪਠਹਿ ਆਪ ਸਭ ਹੂੰ ਸੁਨਾਵੈ। ਮਹਾਰਾਜ ਕਹਿੰਦੇ ਪਠਹਿ ਆਪ ਸਭ ਹੂਨ ਸੁਨਾਵੈ। ਸਿੰਘ ਆਪ ਵੀ ਪੜ੍ਹਨਗੇ, ਦੂਜਿਆਂ ਨੂੰ ਵੀ ਸੁਣਾਇਆ ਕਰਨਗੇ, ਸਿਆਣੇ ਬਣਨਗੇ। ਉਤੇ 52 ਕਵ ਗੁਰ ਪਾਸ। ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਗੁਰੂ ਸਾਹਿਬ ਕੋਲ 52 ਕਵੀ ਸਨ। ਸਭ ਹੀ ਬਾਣੀ ਕਰਹਿ ਪ੍ਰਕਾਸ਼। ਉਹ 52 ਕਵੀ ਜਿਹੜੇ ਸਨ ਪੁਰਾਣੇ ਗ੍ਰੰਥਾਂ ਦੀ ਟ੍ਰਾਂਸਲੇਸ਼ਨ ਕਰਨ ਤੇ ਲੱਗੇ ਰਹਿੰਦੇ ਸਨ। ਸਤਿਗੁਰ ਸਭ ਇਕੱਤਰ ਕਰਵਾਵੈ। ਮਹਾਰਾਜ ਉਹਨਾਂ ਦੀ ਕਵਿਤਾ ਸਾਰੀ ਇਕੱਠੀ ਕਰਵਾਉਂਦੇ ਸਨ ਪਤਰੇ ਦੀਰਘ ਪਰ ਲਿਖਵਾਵੈ। ਤੇ ਵੱਡੇ ਵੱਡੇ ਪੱਤਰਾਂ ਤੇ ਲਿਖਵਾਉਂਦੇ ਸੀ, ਬਰੀਕ ਲਿਖਾਈ। ਮਹਾਰਾਜ 10ਵੇਂ ਪਾਤਸ਼ਾਹ ਨੇ ਉਹ ਜਿਹੜਾ ਗ੍ਰੰਥ ਵਿਦਿਆ ਸਾਗਰ ਹੈ 9 ਮਣ ਦਾ ਬਣਿਆ ਸੀ। ਉਹ ਐਡਾ ਵੱਡਾ ਗ੍ਰੰਥ ਕਿਉਂ ਬਣਿਆ ਸੀ ਵੀ ਉਹਦੇ 'ਚ ਸਾਰੀ ਦੁਨੀਆ ਦੇ ਗ੍ਰੰਥਾਂ ਦੀ ਟ੍ਰਾਂਸਲੇਸ਼ਨ ਪਾਤੀ ਸੀ, ਸਾਰੇ ਪੜ੍ਹ ਲੈਣਗੇ, ਸਿੱਖ ਪੰਜਾਬੀ 'ਚ ਪੜ੍ਹ ਲੈਣਗੇ। ਹਾਂਜੀ, ਨਾਮ ਗ੍ਰੰਥ ਕੋ ਵਿਦਿਆ ਸਾਗਰ। ਉਸ ਗ੍ਰੰਥ ਦਾ ਨਾਮ ਵਿਦਿਆ ਸਾਗਰ ਰੱਖਿਆ ਸੀ। ਰਾਖਨ ਕੀਨੋ ਸ੍ਰੀ ਪ੍ਰਭ ਨਾਗਰ। ਮੇਰੇ ਸੋਹਣੇ ਕਲਗੀਆਂ ਵਾਲੇ ਨੇ ਨਾਂ ਰੱਖਿਆ ਸੀ ਵਿਦਿਆ ਸਾਗਰ। ਗ੍ਰੰਥ ਦਾ ਨਾਮ ਬਹੁਤ ਵੱਡਾ ਸੀ, ਗੱਡੇ ਉੱਤੇ ਪੂਰੇ ਤੇ ਉਹ ਗ੍ਰੰਥ ਆਉਂਦਾ ਸੀ। ਇਹਦਾ ਮਤਲਬ ਵੀ ਇੱਕੋ ਜਿਲਦ ਨਹੀਂ ਸੀ, ਉਹਦੀ ਵੱਖਰੀ ਵੱਖਰੀ ਜਿਲਦਾਂ ਸਨ। ਜਿਵੇਂ ਸੈਂਚੀਆਂ ਹੁੰਦੀਆਂ ਮਹਾਰਾਜ ਦੀਆਂ, ਸੂਰਜ ਪ੍ਰਕਾਸ਼ ਦੀਆਂ 14 ਸੈਂਚੀਆਂ ਜਿਵੇਂ ਮਿਲਦੀਆਂ, ਉਹਦੇ ਤੇ ਸੈਂਕੜੇ ਹੀ ਸੈਂਚੀਆਂ ਸਨ, ਉਹਦੇ ਸੈਂਕੜੇ ਵੋਲੀਅਮ ਸਨ। ਹਾਂਜੀ, ਕਵਿਤਾ ਸਭ ਹਨ ਕੀ ਪਰਖੰਤੇ। ਤੇ ਮਹਾਰਾਜ ਕਵੀਆਂ ਦੀ ਕਵਿਤਾ ਸੁਣ ਕੇ ਪਰਖਦੇ ਹੁੰਦੇ ਸਨ ਵੀ ਕਵੀ ਜਿਹੜਾ ਕਵਿਤਾ ਲਿਖਣ 'ਚ ਕਿੰਨਾ ਕੁ ਦਮ ਰੱਖਦਾ। ਬੜੇ ਬੜੇ ਵੱਡੇ ਵੱਡੇ ਕਵੀ ਸਨ ਉਹਨਾਂ ਦੇ ਦਰਬਾਰ ਵਿੱਚ, ਜਿਨ੍ਹਾਂ ਦੀ ਕਵਿਤਾ ਸਾਧ ਸੰਗਤ ਜੀ ਆਮ ਲੋਕਾਂ ਨੂੰ ਤਾਂ ਸਮਝ ਹੀ ਨਹੀਂ ਆਉਂਦੀ, ਪਰ ਜਦੋਂ ਉਹਨੂੰ ਪੜ੍ਹਨਾ ਸਿੱਖ ਜਾਵੇ ਕੋਈ ਤੇ ਫਿਰ ਉਹਦਾ ਸਵਾਦ ਹੀ ਵੱਖਰਾ, ਆਨੰਦ ਹੀ ਵੱਖਰਾ ਹੈ। ਹਾਂਜੀ, ਜਿਮ ਤਮ ਤਾਰ ਸੋ ਛੰਦ ਬਨੰਤੇ। ਛੰਦ ਜਿਹੜੇ ਵੱਧ ਘੱਟ, ਕੋਈ ਮਾਤਰਾ ਲਿਖੀ ਗਈ ਹੋਵੇ, ਕੋਈ ਅੱਖਰ ਵੱਧ ਘੱਟ, ਉਹ ਵੀ 10ਵੇਂ ਪਾਤਸ਼ਾਹ ਆਪ ਨੋਟ ਕਰਦੇ ਸੀ। ਜੇ ਕੋਈ ਕਵੀ ਦੀ ਕਵਿਤਾ 'ਚ ਕਮੀ ਹੁੰਦੀ ਸੀ ਉਹਨੂੰ ਦੱਸ ਦਿੰਦੇ ਸੀ, ਭਾਈ ਇੱਥੇ ਠੀਕ ਨਹੀਂ ਹੈ, ਇਹਨੂੰ ਦੁਬਾਰਾ ਕਰ। ਉਹਨੂੰ ਸਿਖਾਉਂਦੇ ਵੀ ਸੀ। ਬੜੇ ਬੜੇ ਕਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚੇਲੇ ਬਣੇ ਹੋਏ ਸਨ ਵੀ ਸਾਡਾ ਉਸਤਾਦ ਹੈ ਕਲਗੀਆਂ ਵਾਲਾ। ਹਾਂਜੀ, ਰੀਜ ਰੀਜ ਦੇ ਮੌਜ ਕਨੇਰੀ। ਖੁਸ਼ ਹੋ ਕੇ ਮਹਾਰਾਜ ਉਹਨਾਂ ਨੂੰ ਮਾਇਆ ਦਿੰਦੇ ਸੀ। 60-60 ਹਜ਼ਾਰ ਰੁਪਈਆ ਉਸ ਜ਼ਮਾਨੇ 'ਚ ਇੱਕ ਇੱਕ ਕਵੀ ਨੂੰ ਦਿੱਤਾ ਸੀ ਮਹਾਰਾਜ। ਹਾਂਜੀ, ਲੱਖ ਹੋ ਦਰਬ ਕਰੋੜਨ ਕੇਰੀ। ਲੱਖਾਂ ਕਰੋੜਾਂ ਰੁਪਈਆ ਗੁਰੂ ਗੋਬਿੰਦ ਸਿੰਘ ਦਾ ਗ੍ਰੰਥਾਂ 'ਤੇ ਖਰਚ ਹੋਇਆ ਸੀ। ਲੱਖਾਂ ਕਰੋੜਾਂ ਰੁਪਈਆ ਕਵੀਆਂ ਨੂੰ ਵੰਡਿਆ ਸੀ। ਹਾਂਜੀ, ਕਵੀਨ ਕੋ ਆਗੇ ਬਿਰਤਾਂਤ। ਅੱਗੇ ਕਵੀਆਂ ਦੇ ਬਿਰਤਾਂਤ ਆਉਣਗੇ। ਕਰਹਿ ਗ੍ਰੰਥ ਮੈਂ ਸਭ ਬਖਿਆਤ। ਕਹਿੰਦੇ ਸਾਰੇ ਪ੍ਰਸੰਗ ਅਗਲੀ ਰੁੱਤ 'ਚ ਦੱਸਾਂਗੇ। ਰੁੱਤ ਭਈ ਅਬ ਤੀਸਰ ਪੂਰੀ। ਇਹ ਗ੍ਰੰਥ ਸਾਧ ਸੰਗਤ ਜੀ 6 ਰੁੱਤਾਂ 12 ਰਾਸਾਂ 2 ਐਨਾਂ ਵਿੱਚ ਲਿਖਿਆ ਹੋਇਆ ਹੈ ਨਾ। ਹੁਣ ਕਹਿੰਦੇ ਤੀਸਰੀ ਰੁੱਤ ਸੰਪੂਰਨ ਹੋ ਗਈ ਹੈ। ਸ੍ਰੀ
ਕਲਗੀਧਰ ਕੀ ਕਥਰੂਰੀ ਕਲਗੀਧਰ ਪਾਤਸ਼ਾਹ ਦੀ ਸੋਹਣੀ ਕਥਾ ਇਹਦੇ ਚ ਬਿਆਨ ਕੀਤੀ ਤੀਸਰੀ ਰੁੱਤ ਵਿੱਚ। ਪਠੈ ਸੁਨਹਿ ਉਪਜਾਵਹਿ ਪ੍ਰੇਮ ਜਿਹੜੇ ਪ੍ਰੇਮ ਨਾਲ ਪੜ੍ਹਨਗੇ ਸੁਣਨਗੇ ਉਹਨਾਂ ਦੇ ਮਨ 'ਚ ਪ੍ਰੇਮ ਪੈਦਾ ਕਰੇਗੀ ਇਹ ਕਥਾ। ਸਤਿਗੁਰ ਬਖਸ਼ ਹੈ ਸਰੋਤਨ ਛੇਮ ਮਹਾਰਾਜ ਸਰੋਤਿਆਂ ਨੂੰ ਮੁਕਤੀ ਬਖਸ਼ਣਗੇ, ਕਲਿਆਣ ਬਖਸ਼ਣਗੇ। ਦਸ ਪਾਤਸ਼ਾਹਨ ਚਰਨ ਮਨਾਏ ਦਸਾਂ ਪਾਤਸ਼ਾਹੀਆਂ ਦੇ ਪਵਿੱਤਰ ਚਰਨਾਂ ਨੂੰ ਮਨਾ ਕੇ ਚਰਨਾਂ ਦਾ ਧਿਆਨ ਧਰ ਕੇ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਪੂਰਨ ਗੁਰ ਅਵਤਾਰ ਜਗਮਗ ਜੋਤ ਬਿਰਾਜਰੀ ਸ੍ਰੀ ਅਬਚਲ ਨਗਰ ਮਜਾਰ। ਹਾਂਜੀ। ਕਵ ਸੰਤੋਖ ਸਿੰਘ ਕਾਵਿ ਬਨਾਏ ਕਵੀ ਸੰਤੋਖ ਸਿੰਘ ਜੀ ਦਸਾਂ ਗੁਰੂਆਂ ਦਾ ਆਸਰਾ ਲੈ ਕੇ ਇਹ ਕਾਵਿ ਰਚਨਾ ਕੈਥਲ ਸ਼ਹਿਰ ਦੇ ਵਿੱਚ ਕਰ ਰਹੇ ਨੇ ਸਾਧ ਸੰਗਤ ਜੀ। ਜਿਹੜੀ ਹਵੇਲੀ ਦੀ ਸੇਵਾ ਹੁਣ ਸ਼ੁਰੂ ਹੋਈ ਹੈ ਇਸ ਜਗ੍ਹਾ ਤੇ ਇਹ ਗ੍ਰੰਥ ਲਿਖਿਆ ਗਿਆ। 1843 ਵਿੱਚ ਇਹ ਗ੍ਰੰਥ ਪੂਰਾ ਹੋਇਆ ਸਾਵਣ ਦੇ ਮਹੀਨੇ ਵਿੱਚ, ਤੇ ਕਵੀ ਜੀ ਨੇ ਕੱਤਕ ਦੇ ਮਹੀਨੇ ਜੋਤੀ ਜੋਤ ਸਮਾਣਾ ਕੀਤਾ। ਐਸਾ ਵੱਡਾ ਇਹ ਕਾਰਜ ਭਾਈ ਸੰਤੋਖ ਸਿੰਘ ਜੀ ਕਰ ਗਏ ਨੇ, ਦੁਨੀਆ ਦੇ ਦੀ ਕੋਈ ਮਿਸਾਲ ਨਹੀਂ ਹੈ। ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਅੱਜ ਤੀਸਰੀ ਰੁੱਤ ਦਾ ਭੋਗ ਪਿਆ।